ਜਦੋਂ ਪਿੰਡਾਂ ਦੇ ਵਿੱਚੋਂ ਅਕਾਲੀ ਲੀਡਰ ਲੰਘਦੇ ਹੁੰਦੇ ਸੀ ਤਾਂ ਲੋਕ ਸਤਿਕਾਰ ਦੇ ਵਿੱਚ ਉੱਠ ਕੇ ਖੜੇ ਹੋ ਜਾਂਦੇ ਸੀ। ਜਿੱਥੇ ਵੀ ਅਸੀਂ ਕਿਨਾ ਧਰਮ ਦੇ ਉੱਪਰ ਹਾਵੀ ਹੋਣ ਦੀ ਗੱਲ ਕੀਤੀ, ਉੱਥੇ ਅਸੀਂ ਮਾਰ ਵੀ ਖਾਧੀ। ਅੱਜ ਸ਼੍ਰੋਮਣੀ ਜਿਹੜਾ ਅਕਾਲੀ ਦਲ ਹੈ ਇਹ ਇਸ ਹਾਲਾਤ ਵਿੱਚ ਕਿਉਂ ਪਹੁੰਚਿਆ? ਮੈਂ ਨਹੀਂ ਕਹੂੰਗੀ ਕਿ ਨਿਗਾਰ ਕਿਉਂ ਆ ਰਿਹਾ, ਨਿਗਾਰ ਆਇਆ ਹੋਇਆ ਬਿਨਾਂ ਸ਼ੱਕ ਆਇਆ, ਪਰ ਉਸ ਨਿਗਾਰ ਨੂੰ ਦੂਰ ਕਰਨ ਦੇ, ਉਹਦੇ ਵਿੱਚੋਂ ਨਿਕਲਣ ਲਈ ਤੁਸੀਂ ਕੀ ਕਰ ਰਹੇ ਹੋ? ਇਹ ਕਿਉਂ ਆਇਆ? ਸਾਨੂੰ ਅੱਜ ਜਿਹੜਾ ਕੁਛ ਅੱਜ ਵਾਪਰ ਰਿਹਾ ਇਹਦੀ ਬੁਨਿਆਦ ਆਜ਼ਾਦੀ ਤੋਂ ਬਾਅਦ ਹੀ ਬਣਾਈ ਗਈ, ਜਦੋਂ ਕਿ ਸਭ ਤੋਂ ਵੱਡਾ ਰੋਲ ਸਿੱਖਾਂ ਨੇ ਕੀਤਾ। ਤੇ ਉਦੋਂ ਜਿਹੜੇ ਲੋਕ ਸੀ ਉਹਨਾਂ ਨੇ ਸਿੱਖਾਂ ਨੂੰ ਉਦੋਂ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਕਮਜ਼ੋਰੀ ਹੈ ਜਿਹੜੀ ਵਧੀ ਹੈ, ਅੱਜ ਸਰਕਾਰਾਂ ਚੈਲੰਜ ਕਰ ਰਹੀਆਂ ਨੇ ਤੇ ਐਸਜੀਪੀਸੀ ਬਿਆਨ ਜਾਰੀ ਕਰਨ ਤੋਂ ਬਿਨਾਂ ਹੋਰ ਕੁਝ ਕਰ ਨਹੀਂ ਸਕਦੀ। ਇਸ ਦਾ ਪ੍ਰਧਾਨ ਮੰਤਰੀ ਇਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਆ ਕੇ ਐਲਾਨ ਕਰੇ ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰੇ ਤੇ ਉਹ ਤੋਂ ਬਾਅਦ ਮੁੱਕਰ ਜਾਵੇ, ਤੇ ਫਿਰ ਉਹਦੇ 'ਚ ਜਿਹੜਾ ਸਿੱਖਾਂ ਦਾ ਇਕੱਲਾ ਸੰਘਰਸ਼ ਜਿਹੜਾ ਉਹ ਕੀ ਕਰ ਸਕਦਾ? ਗਲਤ ਹਰਕਤਾਂ ਉੱਥੇ ਕੀਤੀਆਂ ਜਾਂਦੀਆਂ ਨੇ ਕਿ ਐਸਜੀਪੀਸੀ ਪ੍ਰਸ਼ਾਸਨ ਨੂੰ ਅੱਖਾਂ ਨਹੀਂ ਦਿਖਾ ਸਕਦੀ। ਹਰ ਸਮੇਂ ਦੇਖੋ, ਅੱਖਾਂ ਦਿਖਾਉਣ ਵਾਲੀ ਗੱਲ ਤਾਂ ਅਸੀਂ ਥੋੜਾ ਸਖਤੀ ਨਾਲ ਤੁਸੀਂ ਕਹੋ। ਅਸੀਂ ਇਹ ਮੰਨਦੇ ਹਾਂ ਕਿ ਜਿਹੜੇ ਪ੍ਰਬੰਧਾਂ ਦੇ ਵਿੱਚ ਖਾਮੀਆਂ ਤਰੁੱਟੀਆਂ ਅਸੀਂ ਰਿਫਰੈਸ਼ ਕਰ ਰਹੇ ਹਾਂ। ਤੁਹਾਨੂੰ ਵੀ ਲੱਗਦਾ ਕਿ ਬਦਲਾਅ ਹੋਣਾ ਚਾਹੀਦਾ ਹੈ? ਸੰਗਤ ਆਪਣੇ ਆਪ ਦੇ ਵਿੱਚ ਆਜ਼ਾਦ ਹੈ। ਮੇਰੇ ਡੈਡੀ ਮੈਨੂੰ ਅਕਸਰ ਦੱਸਿਆ ਕਰਦੇ ਸੀ ਕਿ ਜਦੋਂ ਪਿੰਡਾਂ ਦੇ ਵਿੱਚੋਂ ਅਕਾਲੀ ਲੀਡਰ ਲੰਘਦੇ ਹੁੰਦੇ ਸੀ ਤਾਂ ਲੋਕ ਸਤਿਕਾਰ ਦੇ ਵਿੱਚ ਉੱਠ ਕੇ ਖੜੇ ਹੋ ਜਾਂਦੇ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਬਣੀ ਹੀ ਕੁਰਬਾਨੀਆਂ ਦੇ ਕੇ ਸੀ। ਕੁਰਬਾਨੀਆਂ ਦੀ ਗਾਥਾ ਜਿਹੜੀ ਜੇ ਛੇੜ ਲਈਏ ਤਾਂ ਸ਼ਾਇਦ ਬਹੁਤ ਲੰਬੀ ਗੱਲ ਚਲੀ ਜਾਊਗੀ। ਤੇ ਐਸਜੀਪੀਸੀ ਦੇ ਵੀ ਲੀਡਰ ਜਦੋਂ ਕਿਤੋਂ ਵੀ ਲੰਘ ਜਾਂਦੇ ਸੀ ਜਾਂ ਕਿਤੇ ਜਾ ਕੇ ਕਿਸੇ ਵੀ ਇਕੱਠ ਵਿੱਚ ਬੈਠਦੇ ਸੀ ਤਾਂ ਲੋਕਾਂ ਦੇ ਅੰਦਰ ਜਿਹੜਾ ਸਤਿਕਾਰ ਹੁੰਦਾ ਸੀ ਉਹ ਦੇਖ ਕੇ ਪਤਾ ਲੱਗ ਜਾਂਦਾ ਸੀ ਕਿ ਕੀ ਆਧਾਰ ਹੈ ਐਸਜੀਪੀਸੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਸਮਾਜ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ। ਪਰ ਅੱਜ ਇਹੋ ਜਿਹਾ ਕੀ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਮਜ਼ਬੂਤ ਆਧਾਰ ਨਹੀਂ ਰਿਹਾ, ਨਾ ਹੀ ਆਮ ਲੋਕਾਂ ਦੇ ਵਿੱਚ, ਨਾ ਹੀ ਸਰਕਾਰੀ ਦਰਬਾਰੇ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ। ਅੱਜ ਖਾਲਸ ਟੀਵੀ ਤੇ ਅਸੀਂ ਗੱਲਬਾਤ ਕਰਾਂਗੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਦੇ ਬਾਰੇ। ਐਸਜੀਪੀਸੀ ਦੇ ਹੀ ਮੌਜੂਦਾ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਦੇ ਨਾਲ ਸਾਡੇ ਕੋਲ ਅੱਜ ਖਾਸ ਤੌਰ ਤੇ ਸਟੂਡੀਓ 'ਚ ਪਹੁੰਚੇ ਨੇ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਖਾਲਸ ਟੀਵੀ ਤੇ। ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੋਂ ਹੀ ਆਪਾਂ ਗੱਲ ਸ਼ੁਰੂ ਕਰ ਲਈਏ ਭਾਈ ਸਾਹਿਬ ਕਿ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਉਂਦੀ ਹੈ। ਉਸ ਤੋਂ ਬਾਅਦ ਅਕਾਲੀ ਦਲ ਜਾ ਕੇ ਇੱਕ ਸਿੱਖਾਂ ਦੀ ਸਿਆਸੀ ਧਿਰ ਬਣਦੀ ਹੈ। ਐਸਜੀਪੀਸੀ ਜਦੋਂ ਹੋਂਦ ਦੇ ਵਿੱਚ ਆਉਂਦੀ ਹੈ ਉਦੋਂ ਹੀ ਹਿੰਦੂ ਧਰਮ ਦੀ ਇੱਕ ਜਥੇਬੰਦੀ ਹੋਂਦ ਚ ਆਉਂਦੀ ਹੈ ਆਰਐਸਐਸ। ਪਰ ਦੋਵਾਂ ਦਾ ਅੱਜ ਜੇ ਆਧਾਰ ਦੀ ਗੱਲ ਕਰ ਲਈਏ ਮਜ਼ਬੂਤੀ ਦੇ ਵਿੱਚ ਤਾਂ ਬਹੁਤ ਵੱਡਾ ਫਰਕ ਹੈ। ਮੈਂ ਨਹੀਂ ਕਹੂੰਗੀ ਕਿ ਨਿਗਾਰ ਕਿਉਂ ਆ ਰਿਹਾ, ਨਿਗਾਰ ਆਇਆ ਹੋਇਆ ਬਿਨਾਂ ਸ਼ੱਕ ਆਇਆ, ਪਰ ਉਸ ਨਿਗਾਰ ਨੂੰ ਦੂਰ ਕਰਨ ਦੇ, ਉਹਦੇ ਵਿੱਚੋਂ ਨਿਕਲਣ ਲਈ ਤੁਸੀਂ ਕੀ ਕਰ ਰਹੇ ਹੋ? ਤੁਸੀਂ ਅੱਜ ਇੱਕ ਵੱਡੇ ਅਹੁਦੇ ਤੇ ਹੋ। ਦੇਖੋ ਜੀ, ਬੜਾ ਅੱਛਾ ਸਵਾਲ ਹੈ ਜਿਹੜਾ ਸਾਰੇ ਸਿੱਖਾਂ ਲਈ ਫਿਕਰਮੰਦੀ ਦਾ ਵਿਸ਼ਾ ਹੈ ਜੀ। ਤੁਹਾਡਾ ਚੈਨਲ ਤਾਂ ਵੈਸੇ ਵੀ ਇਸ ਗੱਲ ਲਈ ਜਾਣਿਆ ਜਾਂਦਾ ਹੈ ਕਿ ਸਿੱਖ ਹੱਕਾਂ ਲਈ, ਸਿੱਖ ਫਲਸਫੇ ਨੂੰ ਦੁਨੀਆ ਦੇ ਕੋਨੇ-ਕੋਨੇ ਪਹੁੰਚਾਉਣ ਲਈ ਤੁਸੀਂ ਬਹੁਤ ਵੱਡਾ ਰੋਲ ਕਰ ਰਹੇ ਹੋ, ਲੰਬੇ ਸਮੇਂ ਤੋਂ ਕਰ ਰਹੇ ਹੋ। ਮੈਂ ਇਸ ਗੱਲ ਦੀ ਤੁਹਾਨੂੰ ਵਧਾਈ ਵੀ ਦਿੰਦਾ ਤੇ ਤੁਹਾਡੀ ਇਸ ਬੇਬਾਕੀ ਦਾ ਮੈਂ ਸਤਿਕਾਰ ਵੀ ਕਰਦਾ ਜੀ। ਧੰਨਵਾਦ ਭਾਈ ਸਾਹਿਬ। ਤੁਸੀਂ ਜਿਹੜਾ ਇਹ ਸਵਾਲ ਕੀਤਾ, ਇਹ ਸਵਾਲ ਹਰ ਸਿੱਖ ਦੇ ਮਨ ਦੇ ਅੰਦਰ ਹੈ। ਬਿਲਕੁਲ। ਇਹਦੇ ਪਿਛੋਕੜ ਨੂੰ ਜਾਣਨਾ ਵੀ ਬੜਾ ਜ਼ਰੂਰੀ ਹੈ। ਇਹ ਗੱਲ ਠੀਕ ਹੈ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਜਾਂ ਸੰਸਥਾ ਨੂੰ ਚਲਾ ਰਹੇ ਨੇ, ਇਹ ਗੱਲ ਠੀਕ ਆ ਕਿ ਉਹ ਲੋਕਾਂ ਦੇ ਵਿੱਚ ਵੀ ਕਮਜ਼ੋਰੀਆਂ ਹੋ ਸਕਦੀਆਂ ਨੇ ਜੀ। ਪਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਆ, ਆਪਾਂ ਇਹ ਦੇਖੀਏ ਕਿ ਇਸ ਦੇਸ਼ ਦੇ ਵਿੱਚ ਭਾਵੇਂ ਕਿ ਸਿੱਖਾਂ ਦਾ ਇਸ ਗੱਲ ਕਰਕੇ ਇੱਥੋਂ ਦੀ ਜਿਹੜੀ ਬਹੁ ਗਿਣਤੀ ਲੋਕ ਆ ਉਹਨਾਂ ਦੀ ਇੱਜ਼ਤ ਆਬਰੂ, ਉਹਨਾਂ ਦੇ ਧਰਮ ਤੇ ਉਹਨਾਂ ਦੇ ਹਰ ਜਿਹੜੇ ਉਹਦੇ ਵਾਸਤੇ ਸਿੱਖਾਂ ਨੇ ਲੜਾਈ ਲੜੀ ਆ। ਇਹਦਾ ਮਕਸਦ ਇਹ ਨਹੀਂ ਸੀਗਾ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਹ ਜਨੇਊ ਦੇ ਵਾਸਤੇ ਇਕੱਲੀ ਲੜਾਈ ਲਈ। ਉਹਨਾਂ ਦਾ ਮੇਨ ਬੁਨਿਆਦੀ ਇਹ ਸੀ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਿੱਖ ਦਾ ਫਲਸਫਾ ਜਿਹੜਾ ਸਿੱਖ ਖਾਲਸੇ ਦਾ ਜਿਹੜਾ ਮਕਸਦ ਹੈ ਉਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨਾ। ਉਸ ਕਰਕੇ ਅਸੀਂ ਬਹੁਤ ਸਾਰਾ ਕਾਰਜ ਕੀਤਾ ਤੇ
ਇਹ ਜਾਣਿਆ ਗਿਆ ਕਿ ਸਿੱਖ ਜਿਹੜੇ ਆ ਉਹ ਹਿੰਦੂਆਂ ਨੂੰ ਬਚਾਉਣ ਲਈ ਅੱਜ ਇਸ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ, ਗੱਲ ਲੰਬੀ ਰਹਿ ਗਈ ਆ। ਦੇਸ਼ ਦੀ ਆਜ਼ਾਦੀ ਦੇ ਵੇਲੇ 'ਚ ਆਪਾਂ ਸਾਰੇ ਜਾਣਦੇ ਹਾਂ ਕਿ ਇਤਿਹਾਸ ਦਾ ਪੰਨਾ ਗਵਾਹੀ ਭਰਦਾ ਹੈ। ਤੇ ਜਦੋਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਕੀਤਾ ਕਿ ਜਦੋਂ ਉਹ ਜਿਹੜੇ ਮਹੰਤ ਉੱਥੇ ਕਾਬਜ ਹੋ ਗਏ, ਬਹੁਤ ਕੁਝ ਹੋਇਆ, ਉਸ ਤੋਂ ਬਾਅਦ ਪੰਥ ਦਾ ਇਕੱਠ ਹੋਇਆ 1920 ਦੇ ਵਿੱਚ ਨਵੰਬਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਪੰਥ ਨੇ ਇੱਕ ਸਥਾਪਨਾ ਕੀਤੀ ਜਥੇਬੰਦੀ ਦੀ। ਤੇ ਉਹਦਾ ਮਕਸਦ ਸੀਗਾ ਕਿ ਜਿਹੜੇ ਮਹੰਤ ਬੈਠੇ ਨੇ ਜਿਨ੍ਹਾਂ ਨੂੰ ਸ਼ਹਿ ਸੀ ਅੰਗਰੇਜ਼ ਦੀ, ਕਿਉਂਕਿ ਅੰਗਰੇਜ਼ ਇਹ ਸਮਝਦਾ ਸੀ ਕਿ ਮੈਂ ਆਪਦਾ ਰਾਜ ਜਿਹੜਾ ਵਾ ਉਹ ਮਜ਼ਬੂਤ ਜਾਂ ਸਥਾਈ ਸਥਾਪਿਤ ਕਰਨ ਵਾਸਤੇ ਜਿਹੜੀ ਸਿੱਖਾਂ ਦੀ ਸਭ ਤੋਂ ਵੱਡਾ ਮੋਰਚਾ ਵਾ ਜਾਂ ਸਿੱਖਾਂ ਦੀ ਬੁਨਿਆਦੀ ਸ਼ਕਤੀ ਆ ਦਾ ਸਰੋਤ ਆ ਗੁਰਦੁਆਰਾ, ਤੇ ਮੈਂ ਉਹਨੂੰ ਜਿਹੜਾ ਵਾ ਮੈਂ ਉਹਨੂੰ ਕੈਪਚਰ ਕਰਨਾ ਚਾਹੁੰਦਾ। ਤੇ ਉਹਨਾਂ ਨੇ ਉਹ ਜਿਹੜੇ ਉੱਥੋਂ ਦੇ ਸੀਗੇ ਉਹਨਾਂ ਨੂੰ ਸ਼ਹਿ ਵੀ ਦਿੱਤੀ, ਉਹਨਾਂ ਨੇ ਉੱਥੇ ਬੇਨਿਯਮੀਆਂ ਵੀ ਕੀਤੀਆਂ, ਬਹੁਤ ਕੁਛ ਹੋਇਆ। ਤੁਹਾਨੂੰ ਦੇਖਿਆ ਕਿ ਜਿਵੇਂ ਨਨਕਾਣਾ ਸਾਹਿਬ ਦਾ ਮੋਰਚਾ ਤੇ ਉਸ ਤੋਂ ਬਾਅਦ ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦੇ ਬਾਗ ਦਾ ਮੋਰਚਾ, ਇਸ ਤਰ੍ਹਾਂ ਦੇ ਮੋਰਚੇ ਆਏ ਜਦੋਂ ਕਿ ਅਸੀਂ ਗੁਰਦੁਆਰਾ ਸੁਧਾਰ ਲਹਿਰ ਚਲਾਈ। ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਬਣਾ ਲਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਜ਼ਰੂਰਤ ਪਈ ਕਿ ਇਹ ਜਿਹੜਾ ਕੰਮ ਕਰਨਾ ਵਾ ਇਹਦੇ ਵਾਸਤੇ ਵਲੰਟੀਅਰ ਚਾਹੀਦੇ ਨੇ। ਉਦੋਂ ਕੋਈ ਰਾਜਸੀ ਪਾਰਟੀ ਦਾ ਮਕਸਦ ਨਹੀਂ ਸੀ, ਉਦੋਂ ਵਲੰਟੀਅਰ ਚਾਹੀਦੇ ਸੀ ਜਿਨ੍ਹਾਂ ਦਾ ਨਾਮ ਉਹਨਾਂ ਨੇ 1 ਮਹੀਨੇ ਬਾਅਦ ਦਸੰਬਰ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਇੱਕ ਵਲੰਟੀਅਰ ਫੌਜ ਦੇ ਦਿੱਤਾ। ਸੋ ਉਹਨਾਂ ਵਲੰਟੀਅਰਾਂ ਨੇ ਸਭ ਤੋਂ ਵੱਡਾ ਉਹ ਕਾਰਜ ਕੀਤੇ ਨੇ। ਜਿੰਨੇ ਵੀ ਮੋਰਚੇ ਲੱਗੇ ਉਹਨਾਂ ਵਿੱਚ ਅਕਾਲੀ ਦਲ ਦੇ ਨਾਮ ਤੇ ਵਲੰਟੀਅਰਾਂ ਨੇ ਕੰਮ ਕੀਤਾ। ਉਹਨਾਂ ਦਾ ਮਕਸਦ ਸੀ ਕਿ ਕੌਮ, ਧਰਮ, ਗੁਰ ਸਥਾਨਾਂ ਦੀ, ਗੁਰੂ ਸਿਧਾਂਤ ਦੀ ਪਹਿਰੇਦਾਰੀ ਕਰਨਾ। ਬਿਲਕੁਲ, ਔਰ ਡਟ ਕੇ ਕੰਮ ਕੀਤਾ। ਇਸੇ ਕਰਕੇ ਅੱਜ ਸਿੱਖ ਕੌਮ ਨੂੰ ਦੁੱਖ ਹੁੰਦਾ ਹੈ ਕਿ ਇਹੋ ਜਿਹੇ ਸਾਡੇ ਲੀਡਰ ਹੁੰਦੇ ਸੀ ਤੇ ਅੱਜ ਕੀ ਨੇ। ਮੈਂ ਉਹੀ ਗੱਲ ਕਰਦਾ। ਇਹ 1922 ਦੇ ਵਿੱਚ ਕਰੀਬ ਜਦੋਂ ਆਪਾਂ ਚਾਬੀਆਂ ਦਾ ਮੋਰਚਾ ਜਿੱਤਿਆ ਸਾਰਾ, ਉਦੋਂ ਇਹ ਗੱਲ ਜਿਹੜੇ ਦੇਸ਼ ਦੇ ਆਗੂ ਸੀ, ਚਾਹੇ ਨਹਿਰੂ ਸੀ, ਗਾਂਧੀ ਸੀ, ਚਾਹੇ ਪਟੇਲ ਸੀ, ਚਾਹੇ ਮਦਨ ਮੋਹਨ ਮਾਲਵੀਆ ਸੀ, ਇਹਨਾਂ ਨੇ ਸਾਰਿਆਂ ਨੇ ਇਹ ਗੱਲ ਕਹੀ ਕਿ ਤੁਸੀਂ ਜੀ ਇੱਕ ਐਡਾ ਵੱਡਾ ਸਾਨੂੰ ਸਨਮਾਨ ਦਿੱਤਾ ਕਿ ਤੁਸੀਂ ਇਸ ਦੇਸ਼ ਦੀ ਪਹਿਲੀ ਲੜਾਈ ਜਿੱਤੀ ਹੈ। ਅੰਗਰੇਜ਼ ਝੁੱਕ ਗਿਆ ਇਸ ਗੱਲ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੀ ਜਿਹੜਾ ਦੇਸ਼ ਹੈ ਸਿੱਖਾਂ ਨੂੰ, ਕਿਉਂਕਿ ਇਹ ਲੋਕ ਚਲਾਕ ਸੀ, ਸਿੱਖ ਜਿਹੜਾ ਵਾ ਉਹ ਆਪਦੇ ਸਿਧਾਂਤ ਦੇ ਲਈ, ਉਸ ਮਕਸਦ ਲਈ ਜ਼ਬਰ ਜ਼ੁਲਮ ਦੇ ਖਿਲਾਫ ਅੰਗਰੇਜ਼ ਨਾਲ ਲੜਦਾ ਸੀ। ਪਰ ਇਹ ਲੋਕ ਜਿਹੜੇ ਸੀ ਇਹ ਆਪਦਾ ਰਾਜ ਸੱਤਾ ਸਥਾਪਿਤ ਕਰਨ ਵਾਸਤੇ ਕਦੇ, ਥੋੜਾ ਫਰਕ ਆ ਸਿੱਖ ਸਾਈਕੀ ਦਾ ਤੇ ਦੂਜਿਆਂ ਦਾ। ਉਹਨਾਂ ਨੇ ਕਿਹਾ ਕਿ ਇੱਥੋਂ ਦਾ ਕਹਿਤਾ ਕਿ ਜਿਹੜਾ ਦੇਸ਼ ਹੈ ਗੁਰਦੁਆਰਾ, ਹੁਣ ਸਿੱਖਾਂ ਨੇ ਇਹਨੂੰ ਯਾਦ ਕਰਾਉਣਾ। ਅੱਜ ਉਹ ਭੁੱਲ ਗਏ ਨੇ, ਨਹੀਂ ਵੀ ਭੁੱਲੇ ਤਾਂ ਇਹਨੂੰ ਭੁੱਲਣਾ ਚਾਹੁੰਦੇ ਨੇ ਤੇ ਆਉਣ ਵਾਲੀ ਪੀੜ੍ਹੀ ਨੂੰ ਇਹ ਗੱਲ ਦਿਖਾਉਣਾ ਨਹੀਂ ਚਾਹੁੰਦੇ। ਤੋਂ ਦੇਸ਼ ਕਰਦਾ 47 ਤੱਕ ਆਜ਼ਾਦ ਹੋ ਗਿਆ। ਬਹੁਤ ਵੱਡਾ ਤੁਸੀਂ ਰੋਲ ਅਦਾ ਕੀਤਾ। ਇਤਿਹਾਸ ਬੋਲਦਾ ਕਹਿੰਦਾ 90 ਸਿਰ ਤੁਸੀਂ ਦਿੱਤੇ, ਕਿਨਾ ਕਾਲੇਪਣ ਦੀ ਜੇਲ੍ਹਾਂ ਤੁਸੀਂ ਕੱਟੀਆਂ, ਹਾਂਜੀ, ਕੁਰਕੀਆਂ ਤੁਸੀਂ ਕਰਾਈਆਂ, ਤਸ਼ੱਦਦ ਤੁਸੀਂ ਚੱਲੇ, ਜੇਲ੍ਹਾਂ ਕੱਟੀਆਂ, ਫਾਂਸੀਆਂ ਝੱਲੇ। ਤੇ ਇਹ ਕਿਉਂ ਐਂ ਹੋ ਗਿਆ ਕਿ ਜਦੋਂ ਦੇਸ਼ ਆਜ਼ਾਦ ਹੋਇਆ, ਇਸ ਗੱਲ ਦੀ ਵੀ ਵੱਡੀ ਚਰਚਾ ਕਿ ਉਸ ਸਮੇਂ ਦੇ ਲੀਡਰਾਂ ਨੇ ਇੱਕ ਗਲਤ ਫੈਸਲਾ ਲਿਆ। ਉਹ ਵਿਚਾਰ ਲੰਬੀ ਆ, ਜੇ ਉਸ ਨੂੰ ਕਰਾਂਗੇ। ਪਰ ਬਹੁਤ ਲੋਕ ਅਸੀਂ ਇਹ ਸਮਝਦੇ ਹਾਂ ਕਿ ਦੇਸ਼ ਦੀ ਆਜ਼ਾਦੀ ਵੇਲੇ ਸਾਨੂੰ ਜਿਹੜਾ ਹਿੱਸਾ ਮਿਲਦਾ ਹੀ ਲੈਂਦੇ ਤਾਂ ਅਸੀਂ ਆਪ ਦੀ ਗੱਲ ਕਰ ਸਕਦੇ ਸੀ। ਪਰ ਉਹਨਾਂ ਨੇ ਦਾਅਵੇ ਕੀਤੇ, ਉਥੋਂ ਦੇ ਲੀਡਰਾਂ ਨੇ ਉਹਨਾਂ ਦੇ ਭਰਮ 'ਚ ਆ ਗਏ ਜਾਂ ਕੀ ਫੈਸਲਾ ਕੀਤਾ ਕਿ ਉਹਨਾਂ ਨੇ ਕਿਹਾ ਕਿ ਤੁਹਾਡੇ ਬੋਲਬਾਲੇ, ਤੁਹਾਡਾ ਜਿਹੜਾ ਖਿੱਤਾ ਤੁਹਾਨੂੰ ਦਿੱਤਾ ਜਾਏਗਾ, ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਉਹ ਵਾਅਦੇ ਦੀ ਖਿਲਾਫਤ ਹੋ ਜਾਂਦੀ ਆ। ਤੇ ਤੁਸੀਂ ਦੇਖੋ ਕਿ ਤੁਰੰਤ ਬਾਅਦ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਦਾਰ ਕਪੂਰ ਸਿੰਘ ਜਿਹੜੀ ਗੱਲ ਦਾ ਖੁਲਾਸਾ ਕਰਦੇ ਆ, ਉਹ ਇਹ ਕਹਿੰਦੇ ਆ ਕਿ ਸਿੱਖਾਂ ਨੂੰ ਜਰਾਇਮ ਪੇਸ਼ਾ ਨਾਮ ਦਾ ਸਰਕੂਲਰ ਆ ਜਾਂਦਾ। ਇਹ ਕਿਉਂ ਆਇਆ? ਸਾਨੂੰ ਅੱਜ ਜਿਹੜਾ ਕੁਛ ਅੱਜ ਵਾਪਰ ਰਿਹਾ, ਇਹਦੀ ਬੁਨਿਆਦ ਆਜ਼ਾਦੀ ਤੋਂ ਬਾਅਦ ਹੀ ਬਣਾਈ ਗਈ, ਜਦੋਂ ਕਿ ਸਭ ਤੋਂ ਵੱਡਾ ਰੋਲ ਸਿੱਖਾਂ ਨੇ ਕੀਤਾ। ਬਿਲਕੁਲ, ਇਹ ਗੱਲ ਸਾਨੂੰ ਸਮਝਣੀ ਪਏਗੀ ਕਿ ਉਸ ਸਮੇਂ ਦੇ ਬੁਨਿਆਦੀ ਜਿਹੜੇ ਇਸ ਦੇਸ਼ ਦੇ ਆਪਣੇ ਵੱਡੇ ਵਾਰਿਸ ਕਹਿੰਦੇ ਸੀ, ਉਹ ਅੱਜ ਭਾਵੇਂ ਅੱਜ RSS ਦੇ ਨਾਮ ਤੇ ਆ, ਉਸ ਟਾਈਮ ਤੇ RSS ਦਾ ਨਜ਼ਰੀਆ ਸ਼ਾਇਦ ਦੇਸ਼ ਦੀ ਆਜ਼ਾਦੀ ਦੇ ਲਈ ਪੋਜ਼ਿਟਿਵ ਵੀ ਨਹੀਂ ਸੀ, ਪੱਖ 'ਚ ਵੀ ਨਹੀਂ ਸੀ, ਵੱਖਰੀ ਗੱਲ ਆ। ਤੇ ਉਦੋਂ ਜਿਹੜੇ ਲੋਕ ਸੀ ਉਹਨਾਂ ਨੇ ਸਿੱਖਾਂ ਨੂੰ ਉਦੋਂ ਤੋਂ ਮਾਰਨ ਦੀ ਕੋਸ਼ਿਸ਼ ਕੀਤੀ, ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਪੂਰਾ ਏਜੰਡਾ ਤਿਆਰ ਕੀਤਾ ਗਿਆ। ਉਸ ਏਜੰਡੇ ਦੇ ਤਹਿਤ ਸਾਡਾ ਸੂਬੇ ਦਾ ਰੌਲਾ, ਸਾਡੇ ਬੋਲੀ ਦਾ ਰੌਲਾ, ਸਾਡੇ ਰਾਜਧਾਨੀ ਦਾ ਰੌਲਾ, ਸਾਡੇ ਪਾਣੀਆਂ ਦਾ ਰੌਲਾ, ਸਾਡੀ ਭਾਸ਼ਾ ਦੇ ਨਾਮ ਤੇ ਸਾਡੇ ਨਾਲ ਵਿਤਕਰਾ, ਕਿੱਡਾ ਵੱਡਾ ਪੰਜਾਬ ਸੀ, ਉਹਨੂੰ ਛਾਂਗ ਕੇ ਛੋਟਾ ਕਿਉਂ ਕੀਤਾ ਗਿਆ?
ਇਹਦੇ ਇਸ ਕਰਕੇ ਕੀਤਾ ਗਿਆ ਕਿ ਸਿੱਖ ਆਪਣਾ ਰਾਜ ਨਾ ਸਥਾਪਿਤ ਕਰ ਸਕਣ। ਜੀ ਜੀ, ਔਰ ਬਿਨਾਂ ਸ਼ੱਕ ਸਿੱਖ ਵੀ ਉਸ ਏਜੰਡੇ ਦੇ ਵਿੱਚ ਕੁਚਲੇ ਗਏ, ਉਹਦੇ ਵਿੱਚ ਆ ਗਏ, ਉਸ ਭਰਮ ਦੇ ਵਿੱਚ ਆ ਗਏ, ਕਿਉਂਕਿ ਵੋਟ ਤੰਤਰ ਆ। ਉਸ ਤੋਂ ਬਾਅਦ ਅਕਾਲੀ ਦਲ ਜਿਹੜਾ ਵਾ, ਕਿਉਂਕਿ ਦੇਸ਼ ਦੇ ਵਿੱਚ ਵੋਟ ਤੰਤਰ ਆ, ਲੋਕਤੰਤਰ ਜਿਹਨੂੰ ਕਹਿੰਦੇ ਆ, ਤੇ ਉਹਦੇ ਵਿੱਚ ਫਿਰ ਅਕਾਲੀ ਦਲ ਇੱਕ ਸਿੱਖਾਂ ਦੀ ਪਾਰਟੀ ਦੇ ਤੌਰ ਤੇ ਆ ਗਈ। ਜਦੋਂ ਤੁਸੀਂ ਕਿਸੇ ਰਾਜਸੀ ਧਿਰ ਦੇ ਵਿੱਚ ਆ ਜਾਂਦੇ ਹੋ ਤੇ ਫਿਰ ਇਲਜ਼ਾਮਬਾਜ਼ੀ ਤੇ ਹੋਰ ਗੱਲ ਬਹੁਤ ਵੱਡੇ ਪੱਧਰ ਤੇ ਸਾਹਮਣੇ ਆ ਜਾਂਦੀ ਹੈ, ਕਿਉਂਕਿ ਉਹ ਨਿਸ਼ਕਾਮ ਸੇਵਾ ਨਹੀਂ ਰਹਿ ਜਾਂਦੀ। ਬਿਲਕੁਲ। ਸੋ ਭਾਈ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ, ਇਹਨਾਂ ਦੀ ਇੱਕ ਫੌਜ ਸੀ, ਇਹਨਾਂ ਦੇ ਵਲੰਟੀਅਰਾਂ ਦੀ ਫੌਜ ਸੀ ਐਸਜੀਪੀਸੀ ਦੇ ਕੰਮਾਂ ਨੂੰ ਅੱਗੇ ਵਧਾਉਣ ਵਾਸਤੇ, ਅੱਗੇ ਲਿਜਾਣ ਵਾਸਤੇ। ਪਰ ਅੱਜ ਸਿੱਖ ਕੌਮ ਨੂੰ ਹੀ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹ ਇਸੇ ਵਲੰਟੀਅਰਾਂ ਦੀ ਫੌਜ ਦੇ ਅਧੀਨ ਆ ਚੁੱਕੀ ਹੈ ਤੇ ਗਲਤ ਤਰੀਕੇ ਦੇ ਨਾਲ ਕੁਛ ਨਾ ਕੁਛ ਕੰਮ ਜਿਹੜੇ ਉਹ ਕੀਤੇ ਗਏ ਨੇ, ਕੁਝ ਗਲਤ ਫੈਸਲੇ ਲਏ ਗਏ ਨੇ, ਤੇ ਅੱਜ ਇਸੇ ਕਰਕੇ ਇੱਕ ਮਜ਼ਬੂਤ ਆਧਾਰ ਕਮਜ਼ੋਰ ਹੋਇਆ। ਨਹੀਂ ਦੇਖੋ, ਮੈਂ ਪਹਿਲਾਂ ਉੱਥੇ ਤੁਹਾਨੂੰ ਗੱਲ ਸਿਰੇ ਲਾਈਏ ਕਿ ਇਹ ਜਿਹੜਾ ਇਹ ਕੁਝ ਹੋ ਰਿਹਾ, ਇਹ ਏਜੰਡੇ ਦੇ ਤਹਿਤ ਸਿੱਖਾਂ ਨੂੰ ਬਦਨਾਮ ਕਰਨ ਲਈ, ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ। ਹੁਣ ਤੁਸੀਂ ਮੈਨੂੰ ਦੱਸੋ ਕਿ ਹਰਿਆਣੇ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਨਵੀਂ ਕਮੇਟੀ ਬਣਾਉਣ ਦਾ ਮਤਲਬ ਕੀ ਆ? ਮਤਲਬ ਇਹ ਸੀ ਕਿ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਹਮੇਸ਼ਾ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ। ਦੇਸ਼ ਵਿਦੇਸ਼ ਅੰਦਰ ਕੋਈ ਮਸਲਾ ਉੱਠਦਾ, ਸਿੱਖਾਂ ਦੀ ਨੁਮਾਇੰਦਗੀ ਕਰਕੇ ਉੱਥੇ ਆਪਣੀ ਗੱਲ ਕਰਦੀ ਆ ਤੇ ਦੁਨੀਆ ਵਿੱਚ ਇਹਦਾ ਮੰਨਿਆ ਜਾਂਦਾ। ਸੋ ਇਸ ਗੱਲ ਨੂੰ ਤੋੜਨ ਵਾਸਤੇ ਮੌਜੂਦਾ ਜਿਹੜੇ ਸ਼ਾਸਕ ਆ, ਉਹ ਲੋਕ ਜਿਹਦੇ ਚ ਆਰਐਸਐਸ ਦਾ ਵੱਡਾ ਪ੍ਰਭਾਵ ਆ, ਬੁਨਿਆਦ ਹੀ ਆਰਐਸਐਸ ਆ, ਉਹਨਾਂ ਨੇ ਪਹਿਲਾਂ ਕਾਂਗਰਸ ਸੀ ਇਸ ਗੱਲ 'ਚ। ਹੁਣ ਦੇਖੋ ਕਿਹੜੀ ਐਡੀ ਲੋੜ ਪੈ ਗਈ ਸੀ, ਕਿ ਮੈਂ ਤਾਂ ਉੱਥੋਂ ਦਾ ਗਵਾਹ ਹਾਂ ਕਿ ਕਿਹੜੀ ਲੋੜ ਪੈ ਸੀ ਕਿ ਅਕਾਲ ਤਖਤ ਨੂੰ ਟੈਂਕ ਤੋਂ ਉੱਪਰ ਨਾ ਢਾਉਣਾ, ਕਿਹੜੀ ਲੋੜ ਪੈ ਗਈ ਸੀ ਤੇ ਫੌਜ ਨੂੰ ਚਾੜਨਾ। ਕੀ ਆਪਦੇ ਕੁਛ 200, 400, 500 ਬੰਦਿਆਂ ਨੂੰ ਫੰਡ ਵਾਸਤੇ ਕੀ ਫੌਜ ਵਰਤੀ ਜਾਂਦੀ? ਅੱਜ ਤੱਕ ਤਾਂ ਨਹੀਂ ਵਰਤੀ ਗਈ ਕਦੇ ਮੰਨ ਲਓ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ। ਸਾਰਾ ਕੁਛ ਇੱਕ ਯੋਜਨਾਬੱਧ ਸੀ। ਤੁਸੀਂ ਦੇਖੋ ਕਿ ਇਹ ਜਿਹੜਾ ਦੇਸ਼ ਦਾ ਇੱਕ ਜਰਨਲ ਆ, ਫੌਜੀ ਜਰਨਲ, ਉਹ ਇਹ ਗੱਲ ਕਹਿੰਦਾ ਕਿ ਇਹ ਬਲੂ ਸਟਾਰ ਵਾਲਾ ਮਾਮਲਾ ਜਿਹੜਾ 18 ਮਹੀਨੇ ਪਹਿਲਾਂ ਫੈਸਲਾ ਹੋ ਜਾਂਦਾ। ਇਲਜ਼ਾਮ ਲਾਉਂਦੇ ਆ ਕਿ ਸੰਤ ਭਿੰਡਰਾਂ ਵਾਲੇ ਅਕਾਲ ਤਖਤ ਸਾਹਿਬ ਤੇ ਚਲੇ ਗਏ। ਤਾਂ ਇਹ ਸਾਰਾ ਕੁਛ ਕੇਸ ਦਾ ਹਿੱਸਾ ਵਾ ਕਿ ਤੁਹਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ, ਬਦਨਾਮ ਕਰਨ ਲਈ। ਹੁਣ ਤੁਸੀਂ ਇਹ ਦੇਖੋ ਕਿ ਜਿੱਥੇ ਸਿੱਖ ਮਸਲਾ ਆਏਗਾ, ਸਿੱਖਾਂ ਦੀ ਨੁਮਾਇੰਦਗੀ ਕਰਦੀ ਸੀ ਅਕਾਲੀ ਦਲ, ਰਾਜਨੀਤਿਕ ਆ ਗਈ, ਰਾਜਨੀਤੀ 'ਚ ਵਿਰੋਧ ਕੁਦਰਤੀ ਆਉਣਾ ਹੀ ਆਉਣਾ। ਉਹ ਉੱਥੇ ਲੀਡਰਾਂ ਨੇ ਵੀ ਗਲਤੀਆਂ ਕੀਤੀਆਂ, ਨਹੀਂ ਵੀ ਕੀਤੀਆਂ, ਪਰ ਚੰਗੇ ਕੰਮ ਵੀ ਬਹੁਤ ਕੀਤੇ। ਜੇ ਝੰਡਾ ਅੱਜ ਤੱਕ ਜੇ ਸਿੱਖਾਂ ਦਾ ਚੁੱਕਿਆ, ਸਿੱਖ ਹੱਕਾਂ ਦਾ ਚੁੱਕਿਆ, ਤੇ ਅਕਾਲੀ ਦਲ ਨੇ ਚੁੱਕਿਆ, ਹੋਰ ਕਿਸੇ ਨੇ ਨਹੀਂ ਕੀਤਾ। ਤੁਸੀਂ ਅੱਜ ਹੀ ਪੰਜਾਬ 'ਚ ਵੇਖ ਲਓ ਕਿ ਜਿਹੜੀਆਂ 3 ਪਾਰਟੀਆਂ ਹੋਰ ਤੁਰੀਆਂ ਫਿਰਦੀਆਂ, ਕੋਈ ਕਿਸੇ ਦਾ ਹਿੱਤ ਇਸ ਪੰਜਾਬ ਦੇ ਲਈ, ਸਿੱਖਾਂ ਦੇ ਲਈ, ਸਿੱਖ ਪਰੰਪਰਾਵਾਂ ਦੇ ਲਈ, ਸਿੱਖ ਮਰਜ਼ਾਦਾਵਾਂ ਦੇ ਲਈ, ਸਿੱਖੀ ਦੇ ਲਈ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਪਰ ਨਾਲ ਹੀ ਇਹੀ ਇਲਜ਼ਾਮ ਵੀ ਲੱਗਦਾ ਕਿ ਜਦੋਂ ਸੱਤਾ ਦੇ ਵਿੱਚ ਆਪਾਂ ਹੁੰਨੇ ਆ, ਜਦੋਂ ਸਾਡੇ ਕੋਲ ਤਾਕਤ ਹੁੰਦੀ ਹੈ, ਉਦੋਂ ਅਸੀਂ ਸਿੱਖ ਮੁੱਦਿਆਂ ਨੂੰ ਭੁੱਲ ਜਾਂਦੇ ਹਾਂ, ਉਸ ਤੋਂ ਬਾਅਦ ਸਾਨੂੰ ਯਾਦ ਆ ਜਾਂਦੇ ਨੇ। ਖੈਰ, ਆਪਾਂ ਸ਼੍ਰੋਮਣੀ ਅਕਾਲੀ ਦਲ ਤੇ ਫੋਕਸ ਨਾ ਕਰੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੀ ਆ ਜਾਈਏ। ਤੁਸੀਂ ਹਰਿਆਣਾ ਕਮੇਟੀ ਦੀ ਗੱਲ ਕੀਤੀ ਹੈ ਕਿ ਹਰਿਆਣਾ ਨੂੰ ਕਿਵੇਂ ਕਮੇਟੀ ਨੂੰ ਵੱਖਰਾ ਕਰ ਦਿੱਤਾ ਗਿਆ, ਇਹ ਵੀ ਉਸ ਏਜੰਡੇ ਦਾ ਹੀ ਹਿੱਸਾ ਹੈ। ਪਰ ਇੱਥੇ ਕੀ ਐਸਜੀਪੀਸੀ ਦੀ ਕੋਈ ਨਾਕਾਮੀ ਨਹੀਂ ਹੈ? ਕੋਰਟ ਦੇ ਵਿੱਚ ਕੇਸ ਚੱਲਿਆ ਹੈ, ਤਾਂ ਕੀ ਉੱਥੇ ਮਜ਼ਬੂਤੀ ਦੇ ਨਾਲ ਨਹੀਂ ਪੱਖ ਪੇਸ਼ ਕੀਤਾ ਗਿਆ? ਜੇ ਹਰਿਆਣੇ ਦੇ ਸਿੱਖਾਂ ਨੇ ਵੱਖਰੀ ਕਮੇਟੀ ਦੀ ਮੰਗ ਕੀਤੀ ਤਾਂ ਆਖਿਰਕਾਰ ਕਿਉਂ ਕੀਤੀ? ਕਿਉਂ ਐਸਜੀਪੀਸੀ ਦੇ ਪ੍ਰਬੰਧ ਹੇਠਾਂ ਉਹ ਸੰਤੁਸ਼ਟ ਨਹੀਂ? ਕੀ ਖੱਟਿਆ, ਕੀ ਗਵਾਇਆ? ਦੇਖੋ, ਮੈਂ ਤੁਹਾਨੂੰ ਫੇਰ ਇਹੀ ਗੱਲ ਕੀਤੀ ਹੈ ਕਿ ਇਹ ਇੱਕ ਸਾਜ਼ਿਸ਼ ਅਧੀਨ ਤੋੜਿਆ ਗਿਆ। ਹੁੱਡਾ ਜਿਹੜਾ ਸੀ ਕਾਂਗਰਸ ਦਾ ਜਿਹੜਾ ਮੁੱਖ ਮੰਤਰੀ ਸੀ, ਉਹਨੇ ਇਹਦੀ ਬੁਨਿਆਦ ਰੱਖੀ। ਉਸ ਬੁਨਿਆਦ ਤੋਂ ਬਾਅਦ ਬੀਜੇਪੀ ਨੇ ਆ ਕੇ ਹਾਲੇ ਤੱਕ ਨਾਮਜ਼ਦ ਕੀਤੀਆਂ ਜਾ ਰਹੀਆਂ ਨੇ ਕਮੇਟੀਆਂ। ਜੇ ਚਾਹੁੰਦੇ ਤੇ ਉਦੋਂ ਤੋਂ ਇਹ ਗੱਲ ਕਰਦੇ, ਜਿਹੜੀ ਤੁਸੀਂ ਸੁਪਰੀਮ ਕੋਰਟ ਦੀ ਗੱਲ ਕਰਦੇ ਆ, ਜਦੋਂ ਸ਼ਾਸਕ ਜਿਹੜਾ ਰਾਜਾ, ਜੇ ਰਾਜਾ ਹੀ ਮਨ ਦੇ ਕਰਕੇ ਬੇਈਮਾਨ ਹੋ ਜਾਵੇ ਤੇ ਉਹ ਸਾਰਾ ਕੁਝ ਹੁੰਦਾ। ਅੱਜ ਦੇ ਸਮੇਂ 'ਚ ਦੇਖਿਆ ਜਾ ਰਿਹਾ ਕਿ ਬਹੁਤ ਸਾਰੇ ਪ੍ਰਭਾਵ ਨੇ, ਜਦੋਂ ਕਿ ਐਸੀ ਕੋਈ ਗੱਲ ਨਹੀਂ। ਅੱਜ ਵੀ ਮੈਂ ਕਹਿੰਦਾ, ਦੇਖੋ, ਇਹ ਗੱਲ ਜਿਹੜਾ 1925 ਐਕਟ ਆ, ਉਹਦੇ ਵਿੱਚ ਇਹ ਗਿਣੀ ਜਾਂਦੀ ਆ ਕਿ ਸ਼੍ਰੋਮਣੀ ਕਮੇਟੀ ਦੇ ਇੱਕ ਗੁਰਦੁਆਰੇ ਨੂੰ 87 ਐਕਟ ਤੋਂ 85 'ਚ ਲਿਆਉਣਾ, ਜਾਂ ਵੋਟਰ ਦਾ ਜਿਹੜਾ ਕੀ ਹੋਏਗਾ, ਉਹ ਸਿੱਖੀ ਸਰੂਪ 'ਚ ਹੋਏਗਾ, ਉਹਦੇ ਨਾਮ ਦੇ ਨਾਲ ਕੌਰ ਸਿੱਖ ਲੱਗੇਗਾ। ਇਹ ਫੈਸਲਾ ਸਹਿਜਧਾਰੀ ਨਹੀਂ ਹੋਏਗਾ। ਇਹ ਫੈਸਲਾ ਪਾਰਲੀਮੈਂਟ 'ਚ ਕੀਤਾ ਜਾਂਦਾ। ਪਾਰਲੀਮੈਂਟ ਦਾ ਦੋਨੇ ਸਦਨ ਜਿਹੜੇ ਆ, ਚਾਹੇ ਰਾਜ ਸਭਾ, ਚਾਹੇ ਜਿਹੜੀ ਦੂਜੀ ਪਾਰਲੀਮੈਂਟ ਆ, ਉਹਦੇ ਵਿੱਚ ਇਹ ਫੈਸਲਾ ਹੁੰਦਾ। ਤੇ ਅੱਜ ਜਿਹੜੇ ਆ ਗੁਰਦੁਆਰੇ ਜਿਹੜੇ ਆ ਸਾਡੇ ਹਰਿਆਣੇ ਦੇ 9 ਹਲਕੇ, 8 ਹਲਕੇ ਆ, ਉਹਦੇ 'ਚ 11 ਮੈਂਬਰ ਚੁਣੇ ਜਾਂਦੇ ਆ, ਉਹਨਾਂ ਨੂੰ ਵੱਖ ਕਰ ਦਿੱਤਾ ਗਿਆ। ਪਰ ਹਾਲੇ ਤੱਕ ਕੋਈ ਪਾਰਲੀਮੈਂਟ ਨੇ ਇਸ ਗੱਲ ਦਾ ਫੈਸਲਾ ਨਹੀਂ ਕੀਤਾ। ਗੁਰਦੁਆਰੇ ਵੱਖ ਕਰ ਦਿੱਤੇ ਗਏ, ਹਾਲੇ ਤੱਕ 1925 ਐਕਟ ਦੇ ਮੁਤਾਬਕ ਪਾਰਲੀਮੈਂਟ ਨੇ ਫੈਸਲਾ ਨਹੀਂ ਕੀਤਾ। ਇਹ ਸਾਰਾ ਕੁਝ ਧੱਕੇਸ਼ਾਹੀ ਦੇ ਅਧੀਨ ਕੀਤਾ ਜਾ ਰਿਹਾ, ਤਾਂ ਕਿ ਤੁਹਾਡੀ ਇੱਕ ਸੰਸਥਾ ਜਿਹੜੀ ਕੁਰਬਾਨੀਆਂ ਦੇ ਨਾਲ ਸੀ, ਉਹ ਸੰਸਥਾ ਨੂੰ ਤੋੜਿਆ ਤੇ ਕਮਜ਼ੋਰ ਕੀਤਾ ਗਿਆ। ਦੂਸਰੀ ਗੱਲ,
ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਚਰਚਾ ਦੀ ਗੱਲ ਹੈ, ਆਮ ਤੌਰ ਤੇ ਇੱਕ ਰਿਵਾਜ ਬਣ ਗਿਆ। ਮੈਂ ਤੁਹਾਡੇ ਮਾਧਿਅਮ ਰਾਹੀਂ, ਕਿਉਂਕਿ ਤੁਹਾਡੇ ਜਿਹੜੇ ਸੁਣਨ ਵਾਲੇ ਲੋਕ ਆ ਬੜੇ ਇਹ ਇੱਕ ਸਿੱਖ ਸੋਚ ਵਾਲੇ ਲੋਕ ਨੇ, ਤੁਸੀਂ ਮੈਨੂੰ ਦੱਸੋ ਕਿ ਕਿਵੇਂ ਇਹ ਗੱਲ ਅਸੀਂ ਕਹਾਂਗੇ ਕਿ ਕੋਈ ਕਾਬਜ਼ ਆ। ਵੋਟਾਂ ਹੁੰਦੀਆਂ ਨੇ, ਕੋਈ ਨਾਮਜ਼ਦਗੀ ਨਹੀਂ ਗੀ। ਨਾਮਜ਼ਦਗੀ ਤਾਂ ਹਰਿਆਣੇ 'ਚ ਹੋਈ ਨਾ। ਹੁਣ ਖੱਟੜ ਸਾਹਿਬ ਨੇ ਆਪਣੀ ਕਮੇਟੀ ਨਾਮਜ਼ਦ ਕਰਤੀ, ਉਹ ਛਿੱਤਰੋ ਛਿੱਤੀ ਹੋ ਰਿਹਾ। 4 ਦਿਨ ਬਾਅਦ ਕੋਈ ਰੌਲਾ ਪੈ ਜਾਂਦਾ, ਲੜਾਈ ਹੋ ਜਾਂਦੀ ਹੈ, ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਆ। ਉਹ ਕਹਿੰਦਾ ਇਹਨੇ ਪੈਸੇ ਖਾ ਲਏ, ਉਹ ਕਹਿੰਦਾ ਇਹਨੇ ਭਰਤੀਆਂ ਨਜਾਇਜ਼ ਕਰ ਲਈਆਂ, ਫਲਾਨਾ ਕਰ ਲਿਆ। ਇਹ ਜਿਹੜੇ ਲੋਕ ਆਉਂਦੇ ਆ, ਜਿੰਨੇ ਚੁਣੇ ਜਾਂਦੇ ਆ, ਇਹ ਸਾਰਿਆਂ ਦੀ ਵੋਟਿੰਗ ਹੁੰਦੀ ਆ, ਸਿੱਖ ਵੋਟਾਂ ਪਾ ਕੇ ਚੁਣਦੇ ਆ। ਹੁਣ ਇਹ ਕੀ ਗੁਨਾਹ ਹੋ ਗਿਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਬੱਧ ਲੋਕ ਜਿਹੜੇ ਉੱਥੇ ਚੁਣ ਕੇ ਚਲੇ ਗਏ। ਪਰ ਇਹ ਤਾਂ ਭਾਈ ਸਾਹਿਬ ਕਿਤੇ ਨਾ ਕਿਤੇ ਮੰਨਦੇ ਹੋ ਨਾ, ਬਿਲਕੁਲ ਇਹ ਸਹੀ ਗੱਲ ਹੈ ਕਿ ਜਿਹੜੀ ਪਾਰਟੀ ਦਾ ਹਾਊਸ ਚੁਣ ਕੇ ਆਉਂਦਾ ਹੈ, ਜ਼ਾਹਿਰ ਤੌਰ ਤੇ ਉਸ ਪਾਰਟੀ ਦੇ ਨਾਲ ਤੁਸੀਂ ਆਪਣੇ ਆਪ ਨੂੰ ਤੋੜ ਨਹੀਂ ਸਕਦੇ, ਪਰ ਕਿਤੇ ਨਾ ਕਿਤੇ ਮੰਨਣੀ ਵੀ ਤਾਂ ਪੈਂਦੀ ਹੈ। ਤੇ ਉਹ ਸਿੱਖ ਫੈਸਲਿਆਂ ਦੇ ਵਿੱਚ ਜਦੋਂ ਜ਼ਿਆਦਾ ਦਖਲਅੰਦਾਜ਼ੀ ਹੁੰਦੀ ਹੈ, ਉਹ ਲੋਕਾਂ ਨੂੰ ਲੱਗਦਾ ਕਿ ਉਹ ਗਲਤ ਚੀਜ਼ ਹੈ, ਉਹਦਾ ਗਲਤ ਪ੍ਰਭਾਵ ਜਾਂਦਾ ਹੈ। ਉਸੇ ਕਰਕੇ ਸ਼ਾਇਦ ਕਮਜ਼ੋਰੀ ਹੈ ਜਿਹੜੀ ਵਧੀ ਹੈ। ਅੱਜ ਸਰਕਾਰਾਂ ਚੈਲੰਜ ਕਰ ਰਹੀਆਂ ਨੇ। ਪੰਜਾਬ ਵਿਧਾਨ ਸਭਾ ਦੇ ਵਿੱਚ ਗੁਰਦੁਆਰਾ ਐਕਟ ਦੇ ਵਿੱਚ ਸੋਧ ਕਰਨ ਦਾ ਮਤਾ ਪਾਸ ਹੋ ਜਾਂਦਾ ਹੈ ਤੇ ਐਸਜੀਪੀਸੀ ਬਿਆਨ ਜਾਰੀ ਕਰਨ ਤੋਂ ਬਿਨਾਂ ਹੋਰ ਕੁਝ ਕਰ ਨਹੀਂ ਸਕਦੀ। ਨਹੀਂ ਦੇਖੋ, ਇਹ ਹੋਣੀ ਗੱਲ। ਐਸਜੀਪੀਸੀ ਜਿਨ੍ਹਾਂ ਨੇ ਮਤਾ ਲਿਆਂਦਾ, ਉਹਨਾਂ ਮਤਾ ਲਿਆਉਣ ਵਾਲਿਆਂ ਦੀ ਮਨਸ਼ਾ ਜਿਹੜੀ ਆ ਉਸ ਨੂੰ ਸਾਨੂੰ ਜ਼ਰੂਰ ਪੜ੍ਹਨਾ ਚਾਹੀਦਾ। ਐਸਜੀਪੀਸੀ ਨੇ ਜਿਹੜਾ ਕੁਝ ਕੀਤਾ, ਉਹ ਅੱਜ ਦੇ ਇਤਿਹਾਸ ਦੇ ਅੰਦਰ ਇੱਕ ਪਹਿਲਾ ਫੈਸਲਾ ਹੋਇਆ ਕਿ ਜਿਹੜਾ ਵੀ ਕੋਈ, ਕਿਉਂਕਿ ਇਹ ਇੱਕ ਮੱਦ ਹੈ ਕਿ ਕੋਈ ਵੀ ਅਮੈਂਡਮੈਂਟ ਕਰਨੀ ਆ, ਭਾਵੇਂ ਸਰਕਾਰ ਕਰਦੀ ਆ, ਉਹਦੇ ਲਈ ਫੁੱਲ ਹਾਊਸ ਦੀ ਜਨਰਲ ਹਾਊਸ ਦੀ ਮੀਟਿੰਗ ਹੁੰਦੀ ਆ। ਉਹਦੇ 'ਚ 2/3 ਮੈਜੋਰਟੀ ਜੇ ਉਹ ਫੈਸਲੇ ਤੇ ਸਹੀ ਪਾਉਂਦੀ ਆ ਤਾਂ ਉਸ ਨੂੰ ਲਾਗੂ ਸਰਕਾਰ ਕਰਦੀ ਆ, ਭਾਵੇਂ ਅਸੀਂ ਸਾਡੇ ਕਹਿਣ ਤੇ ਕਰੇ। ਪਰ ਉਹਦੇ ਲਈ ਇੱਕ ਹੋਈ ਜਾਂਦੇ। ਤੁਸੀਂ ਦੇਖੋ ਕਿ ਇਸ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਸਾਡੇ ਉੱਥੇ ਜਿਹੜੇ ਮੈਂਬਰ ਨੇ, ਮੈਂ ਉਹਨਾਂ ਨੂੰ ਕਦੇ ਵੀ ਵਿਰੋਧੀ ਧਿਰ ਨਹੀਂ ਕਹਿੰਦਾ ਹੁੰਦਾ, ਸਾਡੇ ਨਾਲ ਵਿਚਾਰਧਾਰਕ ਵਖਰੇਵਾਂ ਹੋ ਸਕਦਾ, 100/100% ਨੇ ਇਸ ਫੈਸਲੇ ਦੇ ਖਿਲਾਫ ਆਪਣੀ ਵੋਟ ਦਿੱਤੀ ਆ। ਅੱਜ ਤੱਕ ਜਨਰਲ ਹਾਊਸ ਨੇ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਕੀਤਾ। ਉਹ ਸ਼੍ਰੋਮਣੀ ਕਮੇਟੀ ਦੇ ਕਾਰਜ ਪ੍ਰਣਾਲੀ ਨੂੰ ਸਹੀ ਮੰਨਦਿਆਂ ਹੀ ਕੀਤਾ ਉਹਨਾਂ ਨੇ, ਤੇ ਸਰਕਾਰਾਂ ਦੇ ਜਿਹੜਾ ਇਹ ਹਮਲਾ ਸੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ। ਸੋ ਇਸ ਕਰਕੇ ਮੈਂ ਤਾਂ ਇਹ ਗੱਲ ਕਰਦਾ, ਮੈਂ ਜਿਹੜੀ ਇਹ ਕਹਿਣੀ ਚਾਹੁੰਦਾ ਕਿ ਇੱਕ ਤਾਂ ਸਾਡੇ ਮਨ ਦੇ ਵਿੱਚੋਂ ਇਹ ਗੱਲ ਕੱਢੋ ਕਿ ਇਹ ਲੋਕ ਕਾਬਜ਼ ਨੇ, ਕਿਸੇ ਸਿਆਸੀ ਲੀਡਰ ਦਾ ਤੁਸੀਂ ਨਾਂ ਲੈਣੇ ਨੇ, ਉਹ ਕਾਬਜ਼ ਨੇ। ਮੈਂ ਇਹ ਗੱਲ ਨਾਲ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਅੱਜ ਨਹੀਂ, ਅੱਜ ਤੋਂ ਪਹਿਲਾਂ ਵੀ ਸਹਿਮਤ ਹਾਂ, ਤੇ ਗਾਂ ਵੀ ਜਿੰਨੇ ਸਾਹ ਰਹਿਣਗੇ ਸਹਿਮਤ ਰਹੂੰਗਾ ਕਿ ਧਰਮ ਨੂੰ ਸਿਆਸਤ ਦੇ ਅਧੀਨ ਨਹੀਂ ਚੱਲਣਾ ਚਾਹੀਦਾ। ਸਾਨੂੰ ਗੁਰੂ ਨੇ ਸਿਧਾਂਤ ਦਿੱਤਾ ਕਿ ਧਰਮ ਦੇ ਅਧੀਨ ਸਿਆਸਤ ਹੈ। ਮਹਾਰਾਜਾ ਰਣਜੀਤ ਸਿੰਘ ਦੀ ਸਿਆਸਤ ਜਿਹੜੀ ਆ ਉਹ ਧਰਮ ਦੇ ਅਧੀਨ ਰਹੀ, ਤੇ ਇਸ ਕਰਕੇ ਉਹਦੇ ਰਾਜ ਨੂੰ ਅੱਜ ਵੀ ਸਨਮਾਨ ਤੇ ਮਾਨ ਮਿਲਦਾ। ਉਹੀ ਸਿੱਖ ਕੌਮ ਚਾਹੁੰਦੀ ਹੈ ਵੀ ਜਿੱਥੇ ਵੀ ਅਸੀਂ ਧਰਮ ਦੇ ਉੱਪਰ ਹਾਵੀ ਹੋਣ ਦੀ ਗੱਲ ਕੀਤੀ, ਉੱਥੇ ਅਸੀਂ ਮਾਰ ਵੀ ਖਾਧੀ। ਅੱਜ ਸ਼੍ਰੋਮਣੀ ਜਿਹੜਾ ਅਕਾਲੀ ਦਲ ਆ, ਇਹ ਇਸ ਹਾਲਾਤ ਵਿੱਚ ਕਿਉਂ ਪਹੁੰਚਿਆ, ਜਿਹਦੇ ਲਈ ਭਾਵੇਂ ਕਿ ਪ੍ਰਚਾਰ ਬਹੁਤ ਵੱਡਾ ਹੋ ਗਿਆ। ਹੁਣ ਬੇਅਦਬੀਆਂ ਹੋਈਆਂ, ਉਦੋਂ ਅਕਾਲੀ ਦਲ ਦਾ ਰਾਜ ਸੀ। ਇਹ ਗੱਲ ਮੰਨਣ ਦੇ ਵਿੱਚ 7.5 ਸਾਲ ਲੱਗੇ ਲੋਕਾਂ ਨੂੰ ਕਿ ਅਕਾਲੀ ਦਲ ਉਸ ਬੇਅਦਬੀ ਵਿੱਚ ਸ਼ਾਮਲ ਨਹੀਂ ਹੈ। ਅੱਜ ਲੋਕ ਇਸ ਗੱਲ ਨੂੰ ਮੰਨ ਰਹੇ ਨੇ, ਤੇ ਇਹ ਗੱਲ ਦਾ ਮਲਾਲ ਸਾਡੇ ਮਨ 'ਚ ਵੀ ਹੈ, ਕਿਉਂਕਿ ਮੈਂ ਅਕਾਲੀ ਹੋਣ ਦਾ ਮਾਣ ਵੀ ਮਹਿਸੂਸ ਕਰਦਾ ਬਈ ਉਸ ਸਮੇਂ ਤੇ ਅਸੀਂ ਸਜ਼ਾ ਨਹੀਂ ਦੇ ਸਕੇ, ਪਰ ਉਸ ਸਮੇਂ ਦੇ ਜੋ ਹਾਲਾਤ ਸੀ, ਸਾਰੇ ਲੋਕਾਂ ਨੇ ਇਹ ਗੱਲ ਕਹੀ, ਜਿਹੜੇ ਆਗੂ ਸੀ, ਜਿਹੜੇ ਉਸ ਲੜਾਈ ਲੜ ਰਹੇ ਸੀ, ਕਿ ਜਿਹੜੀ ਇਹ ਜਾਂਚ ਆ, ਜਿਹੜੀ ਇਹ, ਕਿਉਂਕਿ ਵਿਰੋਧ ਤੇ ਰੋਸ ਸੀ, ਸਿੱਖਾਂ ਦੇ ਮਨ 'ਚ ਦੁੱਖ ਸੀ। ਮੈਂ ਵੀ ਉਸ ਦੁੱਖ ਦਾ ਵੱਡਾ ਸ਼ਿਕਾਰ ਹਾਂ। ਅੱਜ ਵੀ ਮੈਂ ਸਮਝਦਾ ਕਿ ਉਸ ਦੁੱਖ ਨੂੰ ਭੁਲਾਇਆ ਨਹੀਂ ਜਾ ਸਕਦਾ। ਉਸ ਸਮੇਂ ਉਹਨਾਂ ਨੇ ਕਿਹਾ ਜੀ ਸੀਬੀਆਈ ਨੂੰ ਦਿੱਤੀ ਜਾਵੇ, ਉਸ ਗੱਲ 'ਚ ਮਾਰ ਖਾ ਸਕਦੀ ਹੈ ਕਿ ਅਸੀਂ ਉਸ ਸਮੇਂ ਸਜ਼ਾ ਨਹੀਂ ਦੇ ਸਕੇ। ਪਰ ਇਹ ਗੱਲ ਹੋਈ ਹੈ ਕਿ ਦੂਸਰਾ ਜੇ ਸ਼ਾਮਲ ਨਹੀਂ ਵੀ ਸੀ ਉਸ ਕਨਸਪੀਰੇਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਮੌਜੂਦਾ ਸਰਕਾਰ ਜਾਂ ਕੋਈ ਵੀ ਪਾਰਟਿਕੂਲਰ ਲੀਡਰ, ਤਾਂ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਬਚਾਇਆ ਵੀ ਗਿਆ, ਉਹਨਾਂ ਨੂੰ ਬਚਾਉਣ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਗਈ। ਨਹੀਂ, ਮੈਂ ਦੱਸਦਾ ਕਿ ਗੱਲ ਇਹ ਆ ਕਿ ਜਦੋਂ ਬੰਦੇ ਦੀ ਰਾਜ ਸੱਤਾ ਹੁੰਦੀ ਹੈ ਤੇ ਵਿਰੋਧੀ ਧਿਰ ਉਸ ਗੱਲ ਨੂੰ ਬਹੁਤ ਵੱਡੇ ਪੱਧਰ ਤੇ ਉਛਾਲਦੀ ਆ। ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸੀ। ਇਸ ਦਾ ਐਡਾ ਵੱਡਾ ਰੌਲਾ ਸੀ। ਉਸ ਰੌਲੇ ਦੇ ਵਿੱਚ ਸਰਕਾਰ, ਅਕਾਲੀ ਦਲ, ਸ਼੍ਰੋਮਣੀ ਕਮੇਟੀ, ਨਾ ਇਹਨਾਂ ਦੀ ਕਿਸੇ ਨੇ ਸੁਣੀ, ਕਿਉਂਕਿ ਉਹਦੇ ਆਲੇ ਦੁਆਲੇ ਇੱਕ ਵੱਡੀ ਜਿਹੜੀ ਬੇਅਦਬੀ ਆ, ਇਹ ਇੱਕ ਸਾਜ਼ਿਸ਼ ਸੀ ਜੀ। ਉਹ ਸਾਜ਼ਿਸ਼ ਨੂੰ ਬੜੇ ਯੋਜਨਾਬੱਧ ਢੰਗ ਨਾਲ ਫਲੀਭੂਤ ਕੀਤਾ ਗਿਆ। ਹੁਣ ਕਿਸੇ ਨੇ ਨਹੀਂ ਇਹ ਗੱਲ ਦੇਖੀ ਕਿ ਜਦੋਂ ਗੁਰੂ ਸਾਹਿਬ ਦੀ ਸਰੂਪ ਉੱਥੋਂ ਚੋਰੀ ਹੁੰਦੇ ਆ, ਉਦੋਂ ਬਾਅਦ ਜਿਹੜਾ ਉੱਥੇ ਪਰਚਾ ਲੱਗਦਾ, ਉਸ ਦੀ ਕੋਖ ਕਿੰਨੀ ਕੀਤੀ ਗਈ, ਕਿੰਨੇ ਲੋਕ ਉੱਥੇ ਫੜੇ ਗਏ, ਕਿੰਨੇ ਲੋਕਾਂ ਤੋਂ ਉੱਥੇ ਹੈਂਡਰਾਈਟਿੰਗ ਸਾਈਨ ਕੀਤੇ ਗਏ, ਸ਼ੱਕੀ ਲੋਕਾਂ ਦਾ, ਉਹ ਗੱਲ ਕਿਸੇ ਨੇ ਨਹੀਂ ਦੇਖੀ। ਕਾਰਨ ਕੀ ਸੀ ਕਿ ਗੱਲ ਹੀ ਬਹੁਤ ਵੱਡੀ ਸੀ, ਕਿਉਂਕਿ ਸਿੱਖ ਦੇ ਨਾਲ ਗੁਰੂ ਦੇ ਪ੍ਰਤੀ ਜਿਹੜੀ
ਭਾਵਨਾ ਜੁੜੀ ਹੈ ਨਾ, ਉਸ ਦੇ ਵਿੱਚ ਕੋਈ ਉਹਦਾ ਸਾਨੀ ਨਹੀਂ ਹੈਗਾ ਦੁਨੀਆ ਦੇ ਅੰਦਰ। ਅੱਜ ਇਸੇ ਕਰਕੇ ਸਿੱਖ ਜਿਹੜਾ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਦਾ ਕਿ ਉਹ ਆਪਣੇ ਗੁਰੂ ਤੇ ਏਡੀ ਵੱਡੀ ਆਸਥਾ ਰੱਖਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟ ਕਰੇ ਸੰਨ ਕੁਰਬਾਨ ਆਪਾਂ ਦੇਖਦੇ ਹਾਂ। ਬਾਬਾ ਦੀਪ ਸਿੰਘ ਜੀ ਨੇ ਤਲੀ ਤੇ ਰੱਖ ਕੇ ਕਾਹਦੇ ਲਈ ਲੜਾਈ ਲਈ? ਕਿ ਗੁਰੂ ਦੇ ਧਾਮ ਦੇ ਲਈ, ਪਵਿੱਤਰਤਾ ਦੇ ਲਈ। ਸਿੱਖ ਹਮੇਸ਼ਾ ਇਸ ਗੱਲ ਲਈ ਖੜਾ। ਤੋਂ ਮੈਂ ਉਹ ਗੱਲ ਕਰਦਾ ਕਿ ਉਹ ਗੱਲ ਐਡੀ ਵੱਡੀ ਸੀ ਕਿ ਉਸ ਨੂੰ ਅਕਾਲੀ ਦਲ ਜਿੰਨਾ ਮਰਜ਼ੀ ਉਹਨੂੰ ਆਪਣਾ ਜਸਟੀਫਾਈ ਕਰਦਾ, ਉਹ ਨਹੀਂ ਹੋ ਸਕਿਆ। ਗਲਤੀਆਂ ਸਾਡੀਆਂ ਹੋਈਆਂ। ਉਸ ਸਮੇਂ ਦੇ ਰੁਤਬੇਧਾਰੀ ਜਿਹੜੇ ਸਾਡੇ ਸਿੰਘ ਸਾਹਿਬਾਨ ਸੀ, ਜਿਹੜਾ ਉਹਨਾਂ ਨੇ ਮਾਫੀ ਦਾ ਫੈਸਲਾ ਲਿਆ, ਸਭ ਤੋਂ ਵੱਡਾ ਤੇ ਗਲਤ ਫੈਸਲਾ ਸੀ। ਕਿਤੇ ਵੀ ਉਸ ਫੈਸਲੇ ਨੂੰ ਜਸਟੀਫਾਈ ਨਹੀਂ ਕਰ ਸਕਦੇ। ਔਰ ਉਹਦੇ ਪਿੱਛੇ ਵੀ ਅਕਾਲੀ ਦਲ ਨੂੰ ਹੀ ਬਣਿਆ ਜਾਂਦਾ। ਉਹ ਫਿਰ ਇਸੇ ਕਰਕੇ ਹੋ ਗਿਆ ਨਾ, ਜਦੋਂ ਰਾਜ ਸੀਗਾ ਤੇ ਰਾਜ ਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇੱਕ ਵੱਡਾ ਪ੍ਰਭਾਵ ਸੀ। ਪਰ ਮੈਂ ਹੁਣ ਅੱਜ ਇਹ ਗੱਲ ਕਹਾਂ ਕਿ ਜਥੇਦਾਰ ਨੂੰ ਮੈਂ ਸਾਰਾ ਦੋਸ਼ੀ ਕਹਿ ਕੇ ਉਹ ਛੱਡ ਦੇਵਾਂ, ਪਰ ਜਿਹੜਾ ਵੀ ਕੁਝ ਵਾਪਰਿਆ ਉਹ ਵੱਡੀ ਗਲਤੀ ਸੀ ਤੇ ਉਸ ਗੱਲ ਦਾ ਨਤੀਜਾ ਜਾਂ ਖਮਿਆਜਾ ਕਹਿ ਲਈਏ ਉਹ ਅਸੀਂ ਭੁਗਤ ਰਹੇ ਹਾਂ ਅੱਜ ਦੀ ਤਰੀਕ। ਪਰ ਬੁਨਿਆਦੀ ਤੌਰ ਤੇ ਇਹ ਗੱਲ ਹੈ ਕਿ ਜਿਹੜਾ ਅਕਾਲੀ ਦਲ ਜਿਹੜੀ ਹੈ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵੱਡੀ ਸੰਸਥਾ, ਇਹਨਾਂ ਦੋਨਾਂ ਤੇ ਹਮਲਾ ਬੜਾ ਸਾਜ਼ੀ ਢੰਗ ਨਾਲ ਹੋ ਰਿਹਾ। ਉਹ ਭਾਵੇਂ ਇੱਥੇ ਦੇ ਕੋਈ ਵੀ ਕਿਸੇ ਵੀ ਝੰਡੇ ਵਾਲਾ ਕਿਉਂ ਨਾ ਹੋਵੇ, ਚਾਹੇ ਫੁੱਲ ਵਾਲਾ ਹੋਵੇ, ਚਾਹੇ ਤਿੰਨ ਰੰਗੇ ਵਾਲਾ ਹੋਵੇ, ਚਾਹੇ ਕੋਈ ਚਿੱਟੇ ਵਾਲਾ ਹੋਵੇ, ਇਹ ਸਾਰੇ ਲੋਕ ਏਜੰਡੇ ਤਹਿਤ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਮਲਾਵਰ ਹੋ ਰਹੇ ਨੇ। ਬਿਲਕੁਲ। ਔਰ ਸਮਝਣਾ ਚਾਹੀਦਾ ਇਹੀ ਅਫਸੋਸ ਦੀ ਗੱਲ ਹੈ ਕਿ ਜਿਹੜਾ ਉਹ ਹਮਲਾ ਹੋਇਆ ਉਹਦੇ ਵਿੱਚ ਅਸੀਂ ਉਹਦੀ ਲਪੇਟ ਦੇ ਵਿੱਚ ਆ ਗਏ। ਜਿਹੜੀ ਸਾਜ਼ਿਸ਼ ਰਚੀ ਗਈ ਸੀ ਉਹਦੇ ਵਿੱਚ ਅਸੀਂ ਰਚੇ ਗਏ, ਜਦ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਸੀ। ਚਲੋ ਵੱਖਰੀ ਗੱਲ ਹੈ। ਤੁਸੀਂ ਹੁਣ ਬੇਅਦਬੀ ਦੀ ਗੱਲ ਸ਼ੁਰੂ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਆਪਾਂ ਨੂੰ ਪਤਾ ਹੈ ਕਿ ਜਦੋਂ ਬਣੀ ਸੀ ਤਾਂ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਸੁਧਾਰ ਲਈ ਬਣੀ ਸੀ, ਤੇ ਅੱਜ ਵੀ ਆਪਾਂ ਦੇਖਦੇ ਹਾਂ ਕਿ 2015 ਤੋਂ ਬਾਅਦ ਵੱਡੀਆਂ ਬੇਅਦਬੀਆਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਹਰ ਸਿੱਖ ਹੈ ਜਿਹੜਾ ਉਹਦਾ ਦਿਲ ਹਾਲੇ ਤੱਕ ਵੀ ਇਹਨਾਂ ਬੇਅਦਬੀਆਂ ਨਾਲ ਵਲੂੰਦਰਿਆ ਜਾਂਦਾ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਜਦੋਂ ਉਹ ਘਿਨਾਉਣੀ ਘਟਨਾ ਵਾਪਰੀ ਸੀ, ਉਦੋਂ ਤਤਕਾਲੀ ਪ੍ਰਧਾਨ ਹੁੰਦੇ ਸੀ ਐਸਜੀਪੀਸੀ ਦੇ ਬੀਬੀ ਜਗੀਰ ਕੌਰ। ਉਦੋਂ ਮਸਲਾ ਕਿੰਨਾ ਉੱਠਿਆ ਸੀ ਕਿਉਂਕਿ ਇੱਕ ਬਹੁਤ ਵੱਡੀ ਸੱਟ ਸੀਗੀ, ਸਿੱਖਾਂ ਦੇ ਉੱਤੇ ਇੱਕ ਵੱਡਾ ਹਮਲਾ ਸੀ। ਬੀਬੀ ਜਗੀਰ ਕੌਰ ਨੇ ਵੀ ਉਦੋਂ ਐਲਾਨ ਕੀਤਾ ਸੀ ਉੱਥੇ ਜਾ ਕੇ ਕਿ 10 ਦਿਨਾਂ ਦੇ ਅੰਦਰ ਜੇ ਸਰਕਾਰ ਨੇ ਦੋਸ਼ੀ ਨਾ ਫੜੇ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਪਰ ਉਸ ਤੋਂ ਬਾਅਦ ਮਸਲਾ ਗੁੰਮ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਜਿਹੜੇ ਆਪਾਂ ਕਹਿ ਸਕਦੇ ਕਿ ਗੈਰ ਸੰਜੀਦਾ ਤਰੀਕੇ ਨਾਲ ਬਿਆਨ ਦਿੱਤੇ ਜਾਂਦੇ ਨੇ। ਔਰ ਇਹ ਕੋਈ ਇੱਕ ਗੱਲ ਨਹੀਂ ਹੈ, ਬਹੁਤ ਸਾਰੇ ਇਹੋ ਜਿਹੇ ਫੈਸਲੇ ਹੁੰਦੇ ਨੇ ਜਿਨ੍ਹਾਂ ਨੂੰ ਕਮਜ਼ੋਰ ਕਿਹਾ ਜਾ ਸਕਦਾ ਹੈ ਕਿ ਇੱਕ ਵਾਰੀ ਬਿਆਨ ਦੇਤਾ ਉਸ ਤੋਂ ਬਾਅਦ ਉਹਨੂੰ ਚੇਂਜ ਹੀ ਨਹੀਂ ਕੀਤਾ ਜਾਂਦਾ, ਉਹਦੇ ਤੇ ਗੌਰ ਨਹੀਂ ਕੀਤੀ ਜਾਂਦੀ। ਇਸੇ ਕਰਕੇ ਸ਼ਾਇਦ ਕੋਈ ਸੀਰੀਅਸ ਨਹੀਂ ਲੈਂਦਾ। ਨਹੀਂ, ਦੇਖੋ ਗੱਲ ਇਹ ਹੈ ਕਿ ਪਹਿਲਾਂ ਤਾਂ ਕੋਈ ਗੱਲ ਇਹ ਸੋਚ ਹੀ ਨਹੀਂ ਸਕਦਾ, ਕਿਸੇ ਦੇ ਜ਼ਿਹਨ ਵਿੱਚ ਹੀ ਨਹੀਂ ਸੀ ਆਉਂਦੀ ਕਿ ਗੁਰੂ ਸਾਹਿਬ ਦੀ ਕੋਈ ਬੇਅਦਬੀ ਹੋਏਗੀ, ਕਿਉਂਕਿ ਕੋਈ ਵੀ ਸਾਰੇ ਧਰਮਾਂ ਦਾ ਆਪਾਂ ਸਤਿਕਾਰ ਕਰਦੇ ਹਾਂ। ਇੱਕ ਸਾਹਸੀ ਲੋਕਾਂ ਨੇ ਇੱਥੇ ਲਿਆ ਕੇ ਕੁਛ ਕੀਤਾ। ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕਰਦੇ ਹੋ, ਮੈਂ ਬੀਬੀ ਜਗੀਰ ਕੌਰ ਜੀ ਬਾਰੇ ਕੋਈ ਮਤਲਬ ਵਿਸ਼ੇਸ਼ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਦਾਇਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦਾ, ਉਹਨਾਂ ਪ੍ਰਬੰਧਾਂ ਦੇ ਵਿੱਚ ਅੱਗੇ ਨਾਲੋਂ ਬਹੁਤ ਵੱਡਾ ਸੁਧਾਰ ਆਇਆ। ਇਹ ਜਿਹੜਾ ਕੰਮ ਉਸ ਤੋਂ ਬਾਅਦ ਪ੍ਰਸ਼ਾਸਨ ਦਾ, ਤੁਸੀਂ ਦੇਖੋ ਕਿ ਅਕਸਰ ਇਹ ਸੁਣਿਆ ਜਾਂਦਾ ਵੀ ਜਿਹਨੇ ਬੇਅਦਬੀ ਕੀਤੀ ਉਹ ਦਿਮਾਗੀ ਪਾਗਲ ਆ। ਬਿਲਕੁਲ। ਕੋਈ ਵੀ ਜਿਹੜਾ ਘਰੋਂ ਉੱਠਦਾ ਬੜਾ ਚੰਗਾ ਭਲਾ, ਹੁਣ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਜਿਹਨੇ ਬੇਅਦਬੀ ਕੀਤੀ ਸੀ ਉਹ ਲੁਧਿਆਣੇ ਤੋਂ ਗੱਡੀ ਚਲਾ ਕੇ ਉਹ ਉੱਥੇ ਪਹੁੰਚਦਾ ਵਾ, ਤੇ ਸਵੇਰ ਦੇ ਟਾਈਮ ਦੇ ਉੱਤੇ ਜਦੋਂ ਦੇਖਦਾ ਵੀ ਇੱਥੇ ਕਿੰਨਾ ਉਹਨਾਂ ਵੱਡਾ ਪਹਿਰਾ ਨਹੀਂ ਹੈਗਾ, ਤੇ ਦੇਖੋ ਜਦੋਂ ਕਿ ਕੋਈ ਗੁਰੂ ਘਰ ਜਾਂਦਾ ਉਹ ਭਾਵੇਂ ਸਿਰ ਤੋਂ ਕੋਈ ਮੋਨਾ ਵਾ ਜਾਂ ਕਿਸੇ ਵੀ ਧਰਮ ਦਾ ਵਾ, ਸਾਡੇ ਲਈ ਉਹ ਸਤਿਕਾਰਯੋਗ ਆ। ਪਰ ਚੁਕੰਨਾ ਰਹਿਣਾ ਸਾਡੀ ਵੱਖਰੀ ਗੱਲ ਆ। ਉਸ ਮੌਕੇ ਦੇ ਉੱਤੇ ਜਦੋਂ ਉਹਨੇ ਉੱਥੇ ਉਹ ਗੱਲ ਕੀਤੀ ਆ ਮੌਕੇ ਦੇ ਉੱਤੇ, ਤਾਂ ਉਹਨੂੰ ਮੌਕੇ ਤੇ ਫੜ ਲਿਆ ਗਿਆ। ਫੜ ਕੇ ਹੁਣ ਅਸੀਂ ਤਾਂ ਆਪਣੇ ਤੌਰ ਤੇ ਜਿਹੜੀ ਤਬਦੀਸ਼ ਜਿੰਨੀ ਕਰ ਸਕਦੇ ਸੀ ਕੀਤੀ ਆ, ਪਰ ਅਸੀਂ ਤਾਂ ਸਰਕਾਰ ਨੂੰ ਫੜਾਇਆ। ਸਰਕਾਰ ਨੇ ਅੱਜ ਕਿੰਨੇ ਸਾਲਾਂ ਬਾਅਦ ਉਹਨੂੰ ਉਹਦਾ ਚਲਾਨ ਬਹੁਤ ਦੇਰ ਬਾਅਦ ਪੇਸ਼ ਕੀਤਾ। ਉਹਦਾ ਜਿਹੜਾ ਜੋੜ ਸੀਗਾ ਡੇਰਾ ਸਰਸੇ ਨਾਲ ਉਹ ਨਸ਼ਰ ਨਹੀਂ ਕੀਤਾ। ਇਸ ਗੱਲ ਲਈ ਸਰਕਾਰਾਂ ਕਿਉਂ ਹਰ ਉਸ ਬੇਅਦਬੀ ਵਾਲੇ ਬੰਦੇ ਨੂੰ ਇਹ ਕਹਿੰਦੀਆਂ ਨੇ, ਕਿਉਂਕਿ ਜਦੋਂ ਅਸੀਂ ਕਾਨੂੰਨ ਹੱਥ 'ਚ ਲੈਂਦੇ ਆ ਤੇ ਫਿਰ ਇਸ ਗੱਲ ਦਾ ਵਿਰੋਧ ਹੋਇਆ। ਦਰਬਾਰ ਸਾਹਿਬ ਦੇ ਵਿੱਚ ਜਿੱਡੀ ਵੱਡੀ ਬੇਅਦਬੀ ਕਰਨ ਲਈ ਇੱਕ ਬੰਦਾ ਆਇਆ ਸੀ ਸੰਗਤਾਂ ਦੇ ਰੋਹ ਦੇ ਨਾਲ, ਉਹਦੇ ਸਾਹਮਣੇ ਤੁਸੀਂ ਦੇਖਿਆ ਕਿ ਉਹਨੂੰ ਸਜ਼ਾ ਦੇ ਦਿੱਤੀ ਗਈ, ਤੇ ਇਸ ਗੱਲ ਦਾ ਬੜਾ ਬਵੇਲਾ ਵੀ ਖੜਾ ਹੋਇਆ ਕਿ ਤੁਸੀਂ ਉੱਥੇ ਬੰਦਾ ਮਾਰਤਾ, ਫਲਾਣਾ ਹੋ ਗਿਆ, ਸਬੂਤ ਘਟ ਗਏ। ਪਰ ਸੰਗਤ ਦਾ ਇੱਕ ਰੋਸ ਸੀਗਾ। ਮਤਲਬ ਹਰ ਥਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਜਿਸ ਤਰ੍ਹਾਂ ਦੀ ਲੋੜ ਚਾਹੀ ਉੱਥੇ ਉਹ ਕੰਮ ਕੀਤਾ। ਇਹ ਗੱਲ ਠੀਕ ਹੈ, ਮੈਂ ਇਸ ਗੱਲ ਨਾਲ ਪੂਰਨ ਤੌਰ ਤੇ ਸਹਿਮਤ ਹਾਂ। ਕਿਸੇ ਦੀ ਲੋਚਨਾ ਜਿਹੜੀ ਉਹ ਵੀ ਮੈਂ ਝੋਲੀ ਪਾਉਣਾ, ਮੇਰਾ ਇੱਕ ਸੁਭਾਅ ਆ। ਜੇ ਕੋਈ
ਪ੍ਰਬੰਧਾਂ ਦੇ ਵਿੱਚ ਘਾਟ ਦੀ ਆਲੋਚਨਾ ਕਰਦਾ, ਭਾਵੇਂ ਉੱਚੀ ਸੁਰ 'ਚ ਕਰੇ ਭਾਵੇਂ ਨੀਵੀਂ ਸੁਰ 'ਚ ਕਰੇ, ਉਹਨੂੰ ਸੁਣਨਾ ਚਾਹੀਦਾ, ਉਹਨੂੰ ਝੋਲੀ ਪਾਉਣਾ ਚਾਹੀਦਾ ਤੇ ਉਹ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਜੇ ਕੋਈ ਬੁਨਿਆਦੀ ਤੌਰ ਤੇ ਤੁਹਾਡੀ ਸੰਸਥਾ ਨੂੰ ਢਾਉਣ ਵਾਸਤੇ ਆਲੋਚਨਾ ਕਰਦਾ, ਉਹ ਆਲੋਚਨਾ ਦਾ ਤੇ ਇੱਕ ਸਿੱਖ ਦੇ ਜਿਹੜੇ ਗੁਰੂ ਦੇ ਪ੍ਰਤੀ ਆਸਥਾ ਦੀ ਆਲੋਚਨਾ ਦਾ ਫਰਕ ਹੈ। ਉਸ ਆਲੋਚਨਾ ਨੂੰ ਅਸੀਂ ਹਮੇਸ਼ਾ ਆਪਣੇ ਨਾਲ ਕਹਿੰਦੇ ਹੁੰਦੇ ਲੈ ਕੇ ਚੱਲਦੇ ਹਾਂ। ਸਾਡਾ ਪਿਛਲੇ ਕੀਤਾ ਕੀ ਨਹੀਂ ਕੀਤਾ, ਕਿਸੇ ਨੇ ਚੰਗਾ ਕੀਤਾ ਮਾੜਾ ਕੀਤਾ, ਘੱਟੋ ਘੱਟ ਅੱਜ ਦਾ ਜਿਹੜਾ ਸਿਸਟਮ ਆ ਉਹ ਇਸ ਗੱਲ ਲਈ ਪੂਰਨ ਤੌਰ ਤੇ ਅਸੀਂ ਆਪਣੀ ਝੋਲੀ ਪਾਉਂਦੇ ਹਾਂ। ਕਦੇ ਇਸ ਗੱਲ ਤੇ ਬਹਿਸਬਾਜ਼ੀ ਨਹੀਂ। ਪ੍ਰਬੰਧ ਆ ਜਿਹੜਾ ਪ੍ਰਬੰਧ ਬਹੁਤ ਵੱਡਾ ਵਾ, ਉਹਦੇ ਵਿੱਚ ਕਿਤੇ ਵੀ ਊਣਤਾਈ ਰਹਿ ਸਕਦੀ ਆ, ਪਰ ਅਸੀਂ ਸੰਗਤ ਨੂੰ ਹਮੇਸ਼ਾ ਅਪੀਲ ਕਰਦੇ ਹਾਂ ਕਿ ਕਿਤੇ ਵੀ ਤੁਹਾਨੂੰ ਊਣਤਾਈ ਦਿਖਾਈ ਦਿੰਦੀ ਆ, ਸਾਨੂੰ ਉਹਦੇ ਲਈ ਜਾਣਕਾਰੀ ਦਿਓ, ਅਸੀਂ ਸੁਧਾਰ ਕਰਾਂਗੇ, ਤੁਹਾਨੂੰ ਵੀ ਨਾਲ ਲਵਾਂਗੇ। ਸੋ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਤੁਸੀਂ ਸੁਧਾਰ ਦੀ ਗੱਲ ਕੀਤੀ ਹੈ ਤੇ ਬਹੁਤ ਸਾਰੀਆਂ ਕੁਝ ਬਦਲਾਵ ਅਸੀਂ ਵੀ ਦੇਖ ਰਹੇ ਹਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਹੋਵੇ ਜਾਂ ਫਿਰ ਹੋਰ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਉਹ ਹੋਣ। ਦੂਸਰੇ ਪਾਸੇ ਤੁਸੀਂ ਸਰਕਾਰ ਦੀ ਜਿਹੜੀ ਢਿੱਲ ਹੈ ਇਸ ਕਾਰਵਾਈ ਦੇ ਵਿੱਚ ਕਿ ਸਰਕਾਰ ਦੀ ਜਿਹੜੀ ਜਾਂਚ ਹੈ, ਕਾਨੂੰਨ ਦੀ ਜਾਂਚ, ਉਹ ਬਹੁਤ ਹੀ ਹੌਲੀ ਗਤੀ ਦੇ ਨਾਲ ਚੱਲਦੀ ਹੈ ਤੇ ਉਹਦੇ ਲਈ ਕੀ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾ ਸਕਦਾ? ਕਿਸਾਨ ਅੰਦੋਲਨ ਸਾਡੇ ਸਾਹਮਣੇ ਹੈ, ਕਿੰਨਾ ਵੱਡਾ ਪ੍ਰੋਟੈਸਟ ਹੋਇਆ ਦੁਨੀਆ ਦੇ ਵਿੱਚ, ਜਿਹਦੀਆਂ ਗੱਲਾਂ ਹੋਈਆਂ, ਸਰਕਾਰ ਨੂੰ ਝੁਕਣਾ ਪਿਆ ਤੇ ਐਸਜੀਪੀਸੀ ਨੇ ਕਦੇ ਮੈਨੂੰ ਲੱਗਦਾ ਹੈ ਕਿ ਕੋਈ ਵੱਡੇ ਪ੍ਰੋਟੈਸਟ ਦੀ ਕਾਲ ਨਹੀਂ ਦਿੱਤੀ। ਕੀ ਤੁਸੀਂ ਮੰਨਦੇ ਹੋ ਕਿ ਕਿਸੇ ਵੱਡੇ ਪ੍ਰੋਟੈਸਟ ਦੇ ਨਾਲ ਇਸ ਗੱਲ ਤੇ ਠੱਲ ਪਾਈ ਜਾ ਸਕਦੀ ਹੈ ਕਿ ਸਰਕਾਰਾਂ ਮਜਬੂਰ ਹੋ ਜਾਣ ਕਾਨੂੰਨ ਦੇ ਵਿੱਚ ਤਬਦੀਲੀ ਕਰਨ ਲਈ ਜਾਂ ਫਿਰ ਕੋਈ ਮਿਸਾਲੀ ਸਜ਼ਾ ਦੇਣ ਦੇ ਲਈ? ਦੇਖੋ, ਬਹੁਤ ਅੱਛੀ ਗੱਲ ਕਹੀ ਆ ਤੁਸੀਂ। ਹੁਣ ਜਿਹੜੀ ਤੁਸੀਂ ਐਜੀਟੇਸ਼ਨ ਦਾ ਸੰਘਰਸ਼ ਦੀ ਗੱਲ ਕਰਦੇ ਹੋ ਜੀ, ਕਿਹੜਾ ਮਸਲਾ ਵਾ ਜਿਹੜੇ 'ਚ ਐਸਜੀਪੀਸੀ ਨੇ ਆਪਣਾ ਰੋਲ ਅਦਾ ਨਹੀਂ ਕੀਤਾ? ਹੁਣ ਤੁਸੀਂ ਕਿਹਨਾਂ ਮੋਰਚਾ ਹੀ ਲਾ ਲਓ, ਕਿਸਾਨ ਮੋਰਚਾ, ਉਹਦੇ 'ਚ ਆਪਣਾ ਬਣਦਾ ਰੋਲ ਉਹਨਾਂ ਨੇ ਅਦਾ ਕੀਤਾ। ਉਹ ਦੂਜੇ ਸਵਾਲ ਤੇ ਮੈਂ ਆਉਣਾ ਤੁਹਾਡੇ ਦੇ। ਹੁਣ ਹੜ੍ਹਾਂ ਦੀ ਗੱਲ ਆਈ, ਹੁਣ ਹੜ੍ਹਾਂ ਦੇ ਵਿੱਚ ਕੀ ਇਕੱਲੀ ਇੱਕੋ ਸਿੱਖ ਸੰਸਥਾ ਜਾਂ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਆ? ਸ਼੍ਰੋਮਣੀ ਕਮੇਟੀ ਹਰ ਥਾਂ ਤੇ ਆਪਣਾ ਰੋਲ ਅਦਾ ਕਰਦੀ ਆ, ਭਾਵੇਂ ਕੋਈ ਸਿੱਖ ਆ ਤੇ ਭਾਵੇਂ ਨਹੀਂ ਸਿੱਖ ਆ, ਕਿਉਂਕਿ ਗੁਰੂ ਦਾ ਸਿਧਾਂਤ ਆ। ਕਿਸੇ ਨਾਲ ਹੋਈ ਆ ਉਹ ਗੱਲ, ਉਹਦੇ ਲਈ ਗੱਲ ਕਰਦੇ। ਹੁਣ ਤੁਸੀਂ ਜਿਹੜੀ ਸੰਘਰਸ਼ ਦੀ ਗੱਲ ਕਰਦੇ ਹੋ, ਹੁਣ ਸਾਡੇ ਲਈ ਬਹੁਤ ਵੱਡਾ ਇੱਕ ਰੂਹ ਨਾਲ ਜੁੜਿਆ ਮੁੱਦਾ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ। ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਦੇਖ ਲਓ ਕਿ ਜਦੋਂ ਦੇ ਬੰਦੀ ਸਿੰਘ ਜਦੋਂ ਗ੍ਰਿਫਤਾਰੀ ਹੁੰਦੀ ਉਦੋਂ ਤੋਂ ਲੈ ਕੇ, ਮੈਂ ਉਸ ਗੱਲ ਦਾ ਗਵਾਹ ਹਾਂ ਜਦੋਂ ਜੋਧਪੁਰ ਜੇਲ੍ਹ ਵਿੱਚ ਅਸੀਂ ਬਲੂ ਸਟਾਰ ਤੋਂ ਬਾਅਦ ਫੜੇ ਗਏ, ਤੇ ਜੇ ਸਾਡੀ ਸਾਰ ਲਈ ਕਿਸੇ ਨੇ, ਉਹ ਤਾਂ ਚਲੋ ਮੈਂ ਸ਼੍ਰੋਮਣੀ ਕਮੇਟੀ ਨਾਲ ਸੰਬੰਧ ਨਹੀਂ ਸੀ, ਤਾਂ ਉਹ ਸ਼੍ਰੋਮਣੀ ਕਮੇਟੀ ਹੀ ਸੀ ਜਿਹਨੇ ਵਕੀਲ ਕੀਤੇ, ਜਿਹਨੇ ਹਰ ਜੋਧਪੁਰ ਦੇ ਸ਼ਹਿਰ ਤੱਕ ਹਾਲਾਤ ਬੜੇ ਮਾੜੇ ਸੀ, ਬੱਸਾਂ ਭੇਜੀਆਂ, ਸਾਡੀ ਸਹਾਇਤਾ ਕੀਤੀ, ਬਹੁਤ ਕੁਝ ਕੀਤਾ। ਸ਼੍ਰੋਮਣੀ ਕਮੇਟੀ ਨੇ ਉਸ ਤੋਂ ਬਾਅਦ ਬੰਦੀ ਸਿੰਘਾਂ ਲਈ ਇੱਕ ਬਹੁਤ ਵੱਡਾ ਸੰਘਰਸ਼ ਲੱਭਿਆ ਤੇ ਉਸ ਸੰਘਰਸ਼ ਨੂੰ ਤਾਰ-ਪੀੜੋ ਵੀ ਸਾਡੇ ਬੰਦਿਆਂ ਤੋਂ ਕਰਵਾਇਆ ਸਰਕਾਰਾਂ ਨੇ। ਜਦੋਂ ਉਹਨਾਂ ਨੇ ਦੇਖ ਲਿਆ ਕਿ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਕਮੇਟੀ ਬਣਾਓ, ਸ਼੍ਰੋਮਣੀ ਕਮੇਟੀ ਅੱਗੇ ਹੋ ਕੇ ਲੱਗੇ, ਤਾਂ ਉਹਦੇ 'ਚ ਉਹਨੂੰ ਤਾਰ-ਪੀੜੋ ਵੀ ਕੀਤਾ ਗਿਆ। ਚਲੋ ਉਸ ਨੂੰ ਮੈਂ ਬਾਹਲਾ ਹੁਣ ਰਿੜਕਦਾ ਨਹੀਂ ਗਾ, ਪਰ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਹਰ ਪੱਧਰ ਤੱਕ, ਪਿੰਡ ਤੱਕ, ਹਰ ਗੁਰਦੁਆਰਾ, ਹਰ ਸ਼ਹਿਰ ਤੱਕ, ਦਿੱਲੀ ਤੱਕ ਅਸੀਂ ਇਸ ਗੱਲ ਲਈ ਸੰਘਰਸ਼ ਲੜਿਆ। ਸੋ ਸ਼੍ਰੋਮਣੀ ਕਮੇਟੀ ਕਿ ਸੰਘਰਸ਼ ਕਰ ਸਕਦੀ ਹੈ, ਪਰ ਜਦੋਂ ਹੁਣ ਇਸ ਗੱਲ ਲਈ ਸਰਕਾਰਾਂ ਜਿਹੜੀਆਂ, ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਆ ਕੇ ਐਲਾਨ ਕਰੇ ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰੇ ਤੇ ਉਹ ਤੋਂ ਬਾਅਦ ਮੁੱਕਰ ਜਾਵੇ, ਤੇ ਫਿਰ ਉਹਦੇ 'ਚ ਜਿਹੜਾ ਸਿੱਖਾਂ ਦਾ ਇਕੱਲਾ ਸੰਘਰਸ਼ ਜਿਹੜਾ ਉਹ ਕੀ ਕਰ ਸਕਦਾ? ਜਦੋਂ ਉਹਨਾਂ ਦੀ ਮਨਸ਼ਾ ਹੀ ਵਿਗੜ ਗਈ ਆ। ਹੁਣ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਰਿਹਾ ਕਰਕੇ ਉਹ ਜਸ਼ਨ ਮਨਾ ਰਹੇ ਆ, ਤੇ ਉਸ ਦੇ ਸਾਹਮਣੇ ਉਹ ਮੈਂ ਉਹਨੂੰ ਬੇਸ਼ਰਮ ਦੀ ਹੱਦ ਆ ਕਿ ਬੰਦੀ ਸਿੰਘ ਜਿਹੜੇ ਸਜ਼ਾ ਕੱਟ ਚੁੱਕੇ ਉਹਨੂੰ ਨਹੀਂ ਰਿਹਾ ਕਰ ਰਹੇ। ਸ਼੍ਰੋਮਣੀ ਕਮੇਟੀ ਆਪਣਾ ਬਣਦਾ ਫਰਜ਼ ਪੂਰਨ ਤੌਰ ਤੇ ਅਦਾ ਕਰ ਰਹੀ ਆ ਸੰਗਤ ਦੇ ਸਹਿਯੋਗ। ਜੀ ਤੁਸੀਂ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ, ਦਸਤਖਤ ਮੁਹਿੰਮ। ਉਸ ਦੇ ਵਿੱਚ ਲੱਖਾਂ ਲੋਕਾਂ ਨੇ ਆਪਣਾ ਯੋਗਦਾਨ ਪਾਇਆ, ਵੱਡੇ ਛੋਟੇ ਹਰ ਤਰ੍ਹਾਂ ਦੇ ਵਰਗ ਨੇ ਆਪਣੇ ਜਿਹੜੇ ਸਿਗਨੇਚਰ ਕੀਤੇ ਨੇ। ਸੋ ਉਹਦਾ ਅਮਲੀ ਪੱਧਰ ਤੇ ਜੇ ਆਪਾਂ ਦੇਖ ਲਈਏ ਤਾਂ ਉਹਦਾ ਕੀ ਫਾਇਦਾ ਹੋ ਸਕਦਾ ਹੈ? ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੀ ਰੋਲ ਨਿਭਾ ਸਕਦੀ ਹੈ ਇਹ ਮੁਹਿੰਮ? ਦੇਖੋ, ਮੈਂ ਤੁਹਾਨੂੰ ਫਿਰ ਇਹ ਕਹਿਣਾ ਕਿ ਸਰਕਾਰਾਂ ਸਾਨੂੰ ਪਰਖ ਰਹੀਆਂ ਕਿ ਇਹ ਇਕੱਠੇ ਰਹਿੰਦੇ ਆ। ਜਿੱਦਣ ਅਸੀਂ ਇਕੱਠੇ ਹੁੰਨੇ ਆ ਉਸ ਦਿਨ ਫਿਕਰਮੰਦੀ ਹੁੰਦੀ ਹੈ ਇਹਨਾਂ ਨੂੰ। ਬੜਾ ਵੱਡਾ ਇੱਕ ਜਹਾਜ਼ ਬਣਿਆ ਸੀ, ਉਸ ਜਹਾਜ਼ ਦੇ ਵਿੱਚ ਇਹ ਸਾਰੇ ਜਦੋਂ ਆਏ ਤਾਂ ਉਹਨੂੰ ਤਾਰ-ਪੀੜੋ ਕੀਤਾ ਗਿਆ। ਮੈਂ ਅੱਜ ਉਸ ਗੱਲ ਨੂੰ ਬਾਹਲਾ ਨਹੀਂ ਕਰਦਾ। ਹੁਣ ਦੇਖੋ, ਜਿਹੜਾ ਸੰਸਥਾ ਦਾ ਫਰਜ਼ ਹੈ, ਸੰਸਥਾ ਆਪਣਾ ਫਰਜ਼ ਅਦਾ ਕਰ ਰਹੀ ਆ। ਸਿੱਖਾਂ ਨੂੰ ਰਾਜਸੀ ਵਖਰੇਵੇਂ ਆ, ਹੋਰ ਆ, ਤੁਸੀਂ ਜਿੱਥੇ ਮਰਜ਼ੀ ਫਿਰੋ, ਕੋਈ ਵੋਟ ਪਾਓ। ਮੈਂ ਹਰ ਥਾਂ ਤੇ ਇਹ ਗੱਲ ਕਹਿਣਾ ਹੁੰਦਾ ਕਿ ਤੁਸੀਂ ਵੋਟ ਪਾਓ, ਤੁਹਾਨੂੰ ਚੰਗਾ ਲੱਗੇ ਨਾ ਚੰਗਾ ਲੱਗੇ, ਸੂਝ ਸਮਝ ਕੇ ਪਾਓ, ਪਰ ਆਪਣੇ ਪੰਥ ਦੀ ਤੇ ਧਰਮ ਦੀ ਤੇ ਕੌਮ ਦੀ ਜਿਹੜੀ ਸੰਸਥਾ ਦੀ ਗੱਲ ਆਉਂਦੀ ਹੈ ਉੱਥੇ ਤਾਂ ਇਕੱਠੇ ਹੋ। ਸਾਨੂੰ ਇਕੱਠੇ ਹੋਣਾ ਚਾਹੀਦਾ। ਅਸੀਂ ਬੇਲੋੜਾ ਕਟਾਕਸ਼ ਕਰਦੇ ਹਾਂ, ਬੇਲੋੜੀ ਅਸੀਂ ਬਦਨਾਮੀ ਕਰਦੇ ਹਾਂ। ਉਸ ਦੇ ਲਈ ਪਿੱਛੇ ਲੰਘਿਆ ਕੀ ਹੈ ਕੀ ਨਹੀਂ, ਪਰ ਅੱਜ ਅਸੀਂ ਫਿਰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਹਾਂ, ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਆ ਵਿਚਾਰ ਤੁਹਾਡੇ ਨਾਲ ਜੁੜੇ ਹੋਏ ਨੇ, ਕਿ ਤੁਹਾਡੀ ਸੰਸਥਾ ਹੈ,
ਚੁਣੀ ਹੋਈ ਸੰਸਥਾ ਅੱਜ ਹੈਗਾ, ਕੱਲ ਨੂੰ ਨਹੀਂ ਹੈਗਾ, ਪਰਸੋਂ ਕਿਹਨੇ ਆਉਣਾ, ਪਰ ਇਸ ਸੰਸਥਾ ਨੂੰ ਨਾ ਮਾਰੋ। ਇੱਕ ਗੱਲ ਆਮ ਤੌਰ ਤੇ ਕਹੀ ਜਾਂਦੀ ਆ ਕਿ ਗੁਰਦੁਆਰੇ ਦਾ ਗ੍ਰੰਥੀ ਮਾੜਾ ਤੇ ਗੁਰਦੁਆਰਾ ਨਹੀਂ ਢਾਈਦਾ, ਇਸ ਕਰਕੇ ਸੰਸਥਾ ਕੌਮ ਦੀ ਆ। ਇਹ ਸੰਸਥਾ ਬਣੀ ਰਹੇਗੀ ਤਾਂ ਤੁਹਾਡੀ ਗੱਲ ਜਿਹੜੀ ਆ ਉਹ ਪੁੱਟ ਹੁੰਦੀ ਰਹੇਗੀ। ਅੱਜ ਕੁਝ ਵੀ ਹੋਵੇ, ਸ਼੍ਰੋਮਣੀ ਕਮੇਟੀ ਕੋਈ ਵੀ ਮੁੱਦਾ ਹੋਵੇ, ਜਦੋਂ ਉਸ ਲਈ ਜਾ ਕੇ ਖੜਦੀ ਆ। ਹੁਣ ਆਹ ਦੇਸ਼ ਦੇ ਅੰਦਰ ਇੱਕ ਕਾਨੂੰਨ ਲਿਆਂਦਾ ਜਾ ਰਿਹਾ ਸੀ, ਜਿਹੜਾ ਇੱਕ ਕਾਨੂੰਨ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲਾਂ ਉਸ ਦੀ ਮੁਖਾਲਫਤ ਕੀਤੀ, ਤੇ ਦੂਸਰੇ ਪਾਸੇ ਜੇ ਦਿੱਲੀ ਕਮੇਟੀ ਜਿਹੜੀ ਉਹਨਾਂ ਦੇ ਪ੍ਰਭਾਵ 'ਚ ਜਾਂ ਹਰਿਆਣਾ ਕਮੇਟੀ ਆ, ਉਹਨਾਂ ਨੇ ਉਹਦੇ ਹੱਕ 'ਚ ਗੱਲ ਕੀਤੀ। ਉਹ ਆਪਣੇ ਕੋਲ ਇਹ ਸੰਸਥਾ ਬਚੀ ਆ, ਇਸ ਸੰਸਥਾ ਨੂੰ ਮਜ਼ਬੂਤ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੋਣਾ ਚਾਹੀਦਾ। ਮੈਂ ਇੱਥੇ ਕਿਸੇ ਸਿਆਸੀ ਪ੍ਰਭਾਵ ਦੀ ਨਹੀਂ ਗੱਲ ਕਰਦਾ, ਕਿਸੇ ਪਾਰਟੀ ਦੀ ਵਕਾਲਤ ਨਹੀਂ ਕਰਦਾ। ਜਿੱਥੇ ਸ਼੍ਰੋਮਣੀ ਕਮੇਟੀ ਦੀ ਗੱਲ ਆਉਂਦੀ ਆ, ਉਹ ਉੱਥੇ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ। ਸਾਰੇ ਜਿਹੜੇ ਵਖਰੇਵੇਂ ਛੱਡਣੇ ਚਾਹੀਦੇ ਆ, ਕਿਉਂਕਿ ਕਿਸੇ ਨੇ ਵੀ ਆਉਣਾ ਇੱਥੇ, ਸਿੱਖਾਂ ਨੇ ਵੋਟ ਪਾ ਕੇ ਭੇਜਣਾ, ਉਹ ਕਿਸੇ ਨੂੰ ਵੀ ਭੇਜ ਸਕਦੇ। ਜੀ ਜੀ ਬਿਲਕੁਲ। ਸੋ ਭਾਈ ਸਾਹਿਬ, ਤੁਸੀਂ ਵਾਰੀ-ਵਾਰੀ ਇਹ ਗੱਲ ਕੀਤੀ ਹੈ ਕਿ ਜਿਹੜਾ ਆਪਣੇ ਮਨਾਂ ਦੇ ਵਿੱਚੋਂ ਇਹ ਗੱਲ ਕੱਢੋ ਕਿ ਐਸਜੀਪੀਸੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਸਿਆਸੀ ਧੜਾ ਕਾਬਜ਼ ਹੈ, ਐਸਜੀਪੀਸੀ ਦੇ ਵਿੱਚ ਵਿਸ਼ਵਾਸ ਬਣਾਓ, ਤੇ ਉਹਦੇ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਪ੍ਰੈਕਟੀਕਲ ਕੰਮ ਕਰਨ ਦੀ ਲੋੜ ਹੈ, ਤੇ ਐਸਜੀਪੀਸੀ ਕਰ ਵੀ ਰਹੀ ਹੈ। ਪਰ ਕੁਛ ਨਾ ਕੁਛ ਫੈਸਲੇ ਅਜਿਹੇ ਹੈਗੇ ਨੇ ਜਿਨ੍ਹਾਂ ਤੋਂ ਸੰਗਤ ਦੇ ਫਿਰ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ। ਕੱਲ ਪਰਸੋਂ ਦੀ ਗੱਲ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਜਿਹੜੇ ਹੋਟਲ ਨੇ, ਉਹਨਾਂ ਦੇ ਵਿੱਚ ਕੀ ਕੁਝ ਚੱਲਦਾ ਹੈ, ਉਸ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ। ਥੋੜੇ ਦਿਨ ਪਹਿਲਾਂ ਇੱਕ ਵਲੌਗਰ ਆਇਆ ਸੀ, ਵਲੌਗ ਬਣਾਉਣ ਦੇ ਲਈ ਆਇਆ ਸੀ। ਉਹਨੂੰ ਕੀ ਪੇਸ਼ਕਸ਼ ਕੀਤੀ ਜਾਂਦੀ ਹੈ ਕਿ ਹੁਣ ਮੈਂ ਉਸ ਤਰ੍ਹਾਂ ਬੋਲ ਨਹੀਂ ਸਕਦੀ, ਪਰ ਇੱਕ ਦੇਹ ਵਪਾਰ ਦਾ ਜਿਹੜਾ ਧੰਦਾ ਆਸ-ਪਾਸ ਦੇ ਹੋਟਲਾਂ ਦੇ ਵਿੱਚ ਚੱਲਦਾ ਹੈ, ਤੇ ਐਸਜੀਪੀਸੀ ਕੀ ਇਹਨਾਂ ਚੀਜ਼ਾਂ ਤੇ ਕੰਟਰੋਲ ਨਹੀਂ ਕਰ ਸਕਦੀ? ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਇੱਕ ਮਿਲਣਾ ਚਾਹੀਦਾ, ਪਰ ਉਹਦੇ ਲਈ ਕੰਮ ਹੋਣਾ ਚਾਹੀਦਾ। ਐਸਜੀਪੀਸੀ ਉਹਦੇ ਲਈ ਕਿਉਂ ਨਹੀਂ ਕਰ ਸਕਦੀ? ਪਰਸੋਂ ਚੌਥੇ ਮੀਟਿੰਗ ਹੋਈ ਹੈ, ਉਹਦੇ ਵਿੱਚ ਤੁਸੀਂ ਕਿਹਾ ਸੀ ਕਿ ਫੈਸਲਾ ਹੋਇਆ ਕਿ ਆਲਾ ਦੁਆਲੇ ਦਾ ਸੁੰਦਰੀਕਰਨ ਐਸਜੀਪੀਸੀ ਹੁਣ ਖੁਦ ਕਰੇਗੀ, ਪਰ ਇਹ ਜਿਹੜੀਆਂ ਇੱਕ ਐਥਿਕਸ ਵਾਲੀ ਗੱਲ ਹੈ, ਇਹਦੇ ਲਈ ਐਸਜੀਪੀਸੀ ਕੀ ਕਰ ਰਹੀ? ਦੇਖੋ, ਐਸਜੀਪੀਸੀ ਦੇ ਜੇ ਤੁਹਾਨੂੰ ਅਸੀਂ ਆਪਣਾ ਜਿਹੜਾ ਚਿੱਠੀ ਪੱਤਰ ਦਾ ਜਿਹੜਾ ਫਾਈਲ ਤੁਹਾਨੂੰ ਦਿਖਾਈਏ ਤੇ ਬਹੁਤ ਵੱਡੇ ਪਲੰਦੇ ਬਣ ਜਾਣਗੇ, ਕਿਉਂਕਿ ਅਸੀਂ ਹਮੇਸ਼ਾ ਜਦੋਂ ਵੀ ਕੋਈ ਐਸੀ ਗੱਲ ਹੁੰਦੀ ਆ, ਕਿਉਂਕਿ ਇਹ ਜਿਹੜਾ ਦਾਇਰਾ ਵਾ ਉਹ ਜਿਹੜਾ ਆਪਦੇ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰੈਮਿਸਿਸ ਤੋਂ ਬਾਹਰ ਜੋ ਵੀ ਪ੍ਰਬੰਧ ਨੇ, ਉਸ ਪ੍ਰਬੰਧ ਦੇ ਵਿੱਚ ਸਰਕਾਰ ਦਾ ਹੀ ਰੋਲ ਹੋਏਗਾ। ਹੁਣ ਚਲੋ ਮੈਂ ਇੱਥੇ ਫਿਰ ਗੱਲ ਕਰਦਾ ਕਿ ਮੈਂ ਚਲੋ ਅਕਾਲੀ ਸੋਚ ਨੂੰ ਸੰਬੰਧਿਤ ਹਾਂ। ਇੱਕ ਮੈਂ ਉਦਾਹਰਨ ਦੇਣੀ ਚਾਹੁੰਦਾ, ਜੇ ਅਕਾਲੀ ਦਲ ਦੀ ਸਰਕਾਰ ਆਈ ਤੇ ਉਹਨਾਂ ਨੇ ਜਿਹੜਾ ਵਿਰਾਸਤੀ ਮਾਰਗ ਤਿਆਰ ਕੀਤਾ, ਉਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਦਿੱਖ ਸੀ। ਜੇ ਚੱਪੜਚਿੜੀ ਦੇ ਮੈਦਾਨ ਦੀ ਗੱਲ ਕਰਦੇ, ਚੱਪੜਚਿੜੀ ਉਸਾਰਿਆ, ਜਿੱਥੇ ਇਹ ਗੱਲ ਕਹੀ ਗਈ ਕਿ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ। ਜੇ ਅਨੰਦਪੁਰ ਸਾਹਿਬ ਦੀ ਵਿਰਾਸਤ ਖਾਲਸਾ ਦੀ ਗੱਲ ਕਰੀਏ, ਇਹ ਚੀਜ਼ਾਂ ਬਣਾਈਆਂ ਜੀ। ਤੇ ਹੁਣ ਜਿਹੜਾ ਬਾਹਰ ਦਾ ਪ੍ਰਬੰਧ ਆ, ਹੁਣ ਦੇਖੋ ਬੜਾ ਅਫਸੋਸ ਹੋਇਆ, ਅਸੀਂ ਬੜੀ ਸਖਤ ਚਿੱਠੀ ਲਿਖੀ ਕਿ ਇੱਕ ਪੁਲਿਸਮੈਨ ਵਰਦੀ ਪਾ ਕੇ ਗਲਿਆਰੇ ਦੇ ਵਿੱਚ ਜਿੱਥੋਂ ਸੰਗਤ ਆਉਂਦੀ ਆ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ, ਉੱਥੇ ਇੱਕ ਪ੍ਰਚਾਰ ਦਾ ਅਡੰਬਰ ਕਰ ਰਿਹਾ। ਉਹ ਪਾਸਟਰ ਆ ਤੇ ਉੱਥੇ ਉਹ ਇੱਕ ਤਮਾਸ਼ਾ ਕਰ ਰਿਹਾ, ਜਿਹਦੇ ਵਿੱਚ ਉਹ ਸਿੱਧੇ ਤੌਰ ਤੇ ਈਸਾਈ ਮਤ ਦਾ ਪ੍ਰਚਾਰ ਕਰਨ ਦੀ ਗੱਲ ਕਰਦਾ। ਅਸੀਂ ਆਖਿਆ ਵੀ ਡੀਜੀਪੀ ਇਸ ਗੱਲ ਦਾ ਜਵਾਬ ਦੇਵੇ ਕਿ ਤੁਸੀਂ ਪ੍ਰਬੰਧ ਜਿਹੜਾ ਚਾਹੀਦਾ, ਮੈਂ ਫੇਰ ਕਹਿਣਾ ਕਿ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੋਣਗੇ, ਪਰ ਉੱਥੋਂ ਦਾ ਜਿਹੜਾ ਤੁਸੀਂ ਦੇਖੋ ਅੰਮ੍ਰਿਤਸਰ ਸਾਹਿਬ ਆ, ਉੱਥੋਂ ਦਾ ਆਲਾ ਦੁਆਲਾ ਜੋ ਹਾਲਾਤ ਨੇ, ਇਨਫਰਾਸਟ੍ਰਕਚਰ ਦੇ ਜੋ ਹਾਲਾਤ ਨੇ, ਜਿੰਨੀ ਭੰਨਤੋੜ ਉੱਥੇ ਹੋਈ ਪਈ ਆ, ਉੱਥੇ ਤਰੱਕੀ ਨਾਂ ਦੀ ਕੋਈ ਗੱਲ ਦਿਖਾਈ ਨਹੀਂ ਦੇ ਰਹੀ। ਟ੍ਰੈਫਿਕ ਦਾ ਬਹੁਤ ਮਾੜਾ ਹਾਲ ਹੈ, ਕਿਉਂਕਿ ਇੱਕ ਗੱਲ ਸਾਨੂੰ ਮੰਨਣੀ ਪਏਗੀ, ਜਿਹੜਾ ਦਰਬਾਰ ਸਾਹਿਬ ਹੈ, ਹਰਿਮੰਦਰ ਸਾਹਿਬ ਆ, ਉੱਥੇ ਦੋ ਤਰ੍ਹਾਂ ਦੇ ਯਾਤਰੂ ਆਉਂਦੇ ਨੇ। ਇੱਕ ਤਾਂ ਸਿੱਖ ਆਉਂਦੇ ਨੇ, ਗੁਰੂ ਨਾਨਕ ਨਾਮ ਵਾਲੇ ਜਿਹੜੇ ਭਾਵਨਾ ਨਾਲ ਦਰਸ਼ਨ ਕਰਨ ਆਉਂਦੇ ਨੇ। ਇੱਕ ਲੋਕ ਉੱਥੇ ਆਉਂਦੇ ਨੇ ਜਿਹੜੇ ਸਿਰਫ ਉਹਨੂੰ ਇੱਕ ਟੂਰਿਸਟ ਦੇ ਤੌਰ ਤੇ, ਉਹਨੂੰ ਟੂਰਿਸਟ ਕਵਾਂਗੇ। ਉਹ ਉੱਥੇ ਜਿਹੜੇ ਤਾਂ ਸਿੱਖ ਆਉਂਦੇ ਨੇ ਜਾਂ ਆਪਣੇ ਭਾਵਨਾ ਵਾਲੇ ਆਉਂਦੇ ਨੇ, ਉਹ ਬਿਲਕੁਲ ਇਸ ਮਾਮਲੇ 'ਚ ਨਹੀਂ ਸ਼ਾਮਲ ਹੁੰਦੇ। ਤੇ ਜਿਹੜੇ ਦੂਜੇ ਲੋਕ ਆਉਂਦੇ ਨੇ, ਉਹ ਇੱਕ ਪਿਕਨਿਕ ਜਾਂ ਇੱਕ ਟੂਰਿਸਟ ਦੇ ਤੌਰ ਤੇ ਆਉਂਦੇ ਨੇ। ਬਹੁਤ ਗਿਣਤੀ ਹੈ ਉਹਨਾਂ ਦੀ, ਪਰ ਸਾਡੇ ਕੋਲ ਜਦੋਂ ਕੋਈ ਆਉਂਦਾ, ਅਸੀਂ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਪਰ ਉੱਥੇ ਦਾਇਰੇ ਦੇ ਅੰਦਰ ਇਸ ਤਰ੍ਹਾਂ ਦੀਆਂ ਮਾੜੀਆਂ ਕੰਮ ਚੱਲ ਰਹੇ। ਇਹ ਤੋਂ ਪਹਿਲਾਂ ਵੀ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਨੇ ਵੀ ਇਸ ਗੱਲ ਦੀ ਆਵਾਜ਼ ਚੁੱਕੀ ਸੀ, ਅਸੀਂ ਵੀ ਇਸ ਗੱਲ ਲਈ ਕਹੀ ਸੀ, ਹੁਣ ਵੀ ਅਸੀਂ ਇਸ ਗੱਲ ਲਈ ਬੜੀ ਵਾਰ ਕਹਿ ਚੁੱਕੇ ਹਾਂ ਕਿ ਇਹ ਜਿਹੜਾ ਕੁਛ ਹੈਗਾ, ਇਹ ਪ੍ਰਸ਼ਾਸਨ ਨੇ ਇਸ ਗੱਲ ਦਾ ਖਿਆਲ ਕਰੇ, ਟ੍ਰੈਫਿਕ ਦਾ ਖਿਆਲ ਕਰੇ, ਇੱਥੇ ਕਿਸੇ ਤਰ੍ਹਾਂ ਦਾ ਨਸ਼ਾ ਜਾਂ ਹੋਰ ਆ ਸਾਰਾ। ਤੁਸੀਂ ਜਿਹੜੀ ਇਸ ਤੋਂ ਵੀ ਵੱਡੀ ਗੱਲ ਕੀਤੀ ਆ ਕਿ ਨਾ ਜਿਹੜਾ ਸ਼ਹਿਰ ਨੂੰ ਜਿਹੜਾ ਪਵਿੱਤਰ ਸ਼ਹਿਰ ਦਰਜਾ ਦਿੱਤਾ ਜਾਵੇ। ਮੈਂ ਤਾਂ ਇਹ ਗੱਲ ਕਹਿੰਦਾ ਵਾਂ ਕਿ ਅਸੀਂ ਇਹ ਸੋਚ ਰਹੇ ਹਾਂ, ਵਿਚਾਰ ਵੀ ਹੈ, ਸੰਗਤ ਨੂੰ ਵੀ ਅਸੀਂ ਇਸ ਗੱਲ ਦੇ ਵਿੱਚ ਸ਼ਾਮਲ ਕਰ ਰਹੇ ਹਾਂ ਕਿ ਇਸ ਦੇਸ਼ ਦੇ ਅੰਦਰ ਅਯੁੱਧਿਆ ਵਾ ਜਾਂ ਵਾਰਾਣਸੀ ਆ ਜਾਂ ਕੋਈ ਹੋਰ ਵੱਡੇ ਬਣ ਗਏ ਜਿਹੜੇ ਹਿੰਦੂ ਦੇ ਧਾਰਮਿਕ ਸਥਾਨ ਆ, ਉਹਨਾਂ ਨੂੰ ਕਿੱਡੇ ਵੱਡੇ ਪੱਧਰ ਤੇ ਉਸਾਰਿਆ ਜਾ ਰਿਹਾ, ਕਿੱਡੇ ਵੱਡੇ ਪੱਧਰ ਤੇ ਸੁੰਦਰੀਕਰਨ ਕੀਤਾ ਜਾ ਰਿਹਾ। ਕੀ ਜਿਹੜੇ ਗੁਰੂ ਰਾਮਦਾਸ ਜੀ ਦਾ ਦਰਬਾਰ ਆ, ਜਿਹੜਾ ਸਭ ਲਈ ਸਾਂਝਾ ਵਾ,
ਬਹੁਤ ਵੱਡੀ ਮਹੱਤਤਾ ਵਾ, ਦੁਨੀਆ ਸਨਮਾਨ ਵੀ ਕਰਦੀ ਆ, ਸਤਿਕਾਰ ਵੀ ਕਰਦੀ ਆ, ਉਸ ਸ਼ਹਿਰ ਨੂੰ ਕਿਉਂ ਨਹੀਂ ਇਹ ਕੀਤਾ ਜਾਂਦਾ? ਮੈਨੂੰ ਤਾਂ ਅਫਸੋਸ ਸੀ ਇਸ ਗੱਲ ਦਾ। ਅਸੀਂ ਤਾਂ ਚਿੱਠੀ ਲਿਖੀ, ਮੈਂ ਚਿੱਠੀ ਲਿਖੀ ਆ ਕਿ ਨਾਮ ਮੁੱਖ ਮੰਤਰੀ ਨੂੰ, ਕਿ ਇਹ ਇੱਕ ਐਸਾ ਸ਼ਹਿਰ ਹੈ ਜਿਹਨੂੰ ਟੂਰਿਜ਼ਮ ਦੇ ਤੌਰ ਤੇ ਤੁਸੀਂ ਇਹਨੂੰ ਵੱਡਾ ਕਰਕੇ ਲੈ ਕੇ ਜਾਓ ਤਾਂ ਕਿ ਤੁਹਾਡਾ ਰੈਵਨਿਊ ਵਧੇ। ਜੀ ਜੀ, ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ, ਪਰ ਸਰਕਾਰਾਂ ਇਸ ਗੱਲ ਲਈ ਖਿਆਲ ਨਹੀਂ ਕਰਦੀਆਂ, ਮਨਸ਼ਾ ਸਹੀ ਨਹੀਂ ਹੈਗੀ। ਜੀ, ਟੂਰਿਜ਼ਮ ਦਾ ਹੱਬ ਤਾਂ ਹੁਣ ਵੀ ਹੈ, ਪਰ ਜਿਹੜੀਆਂ ਇੱਕ ਗਲਤ ਹਰਕਤਾਂ ਉੱਥੇ ਕੀਤੀਆਂ ਜਾਂਦੀਆਂ ਨੇ ਕਿ ਐਸਜੀਪੀਸੀ ਪ੍ਰਸ਼ਾਸਨ ਨੂੰ ਅੱਖਾਂ ਨਹੀਂ ਦਿਖਾ ਸਕਦੀ। ਹਰ ਸਮੇਂ ਦੇਖੋ, ਅੱਖਾਂ ਦਿਖਾਉਣ ਵਾਲੀ ਗੱਲ ਤਾਂ ਅਸੀਂ ਥੋੜਾ ਸਖਤੀ ਨਾਲ ਤੁਸੀਂ ਕਹੋ ਤਾਂ, ਜਿਵੇਂ ਅਸੀਂ ਮੱਕੇ ਮਦੀਨੇ ਦੀ ਐਗਜ਼ਾਮਪਲ ਲੈ ਲਈਏ, ਮੱਕੇ ਮਦੀਨੇ ਦੇ ਵਿੱਚ ਕਿਸ ਤਰੀਕੇ ਨਾਲ ਉੱਥੇ ਬਹੁਤ ਸਖਤ ਰੂਲ ਹੈਗੇ ਨੇ, ਤੇ ਇੱਥੇ ਵੀ ਹੋ ਸਕਦੇ ਨੇ। ਨਹੀਂ ਦੇਖੋ, ਗੱਲ ਇਹ ਆ ਜੀ, ਮੱਕਾ ਮਦੀਨਾ ਇਹੀ ਗੱਲ ਆ ਨਾ ਜੀ, ਕਿ ਮੱਕਾ ਮਦੀਨਾ ਦੇ ਵਿੱਚ ਜਿਹੜਾ ਉਹਨਾਂ ਦੀ ਰਾਜ ਸੱਤਾ ਵਾ ਉਹ ਵੀ ਮੁਸਲਮਾਨ ਨੇ, ਉਸ ਧਰਮ ਦੇ ਨਾਲ ਸੰਬੰਧਿਤ ਨੇ, ਇਸ ਕਰਕੇ ਉਹ ਇਸ ਗੱਲ ਹੀ ਲੈ ਲੈਂਦੇ ਆ। ਸਾਨੂੰ ਇਸੇ ਗੱਲ ਦੀ ਤਾਂ ਚਿੰਤਾ ਕਿ ਸਿੱਖਾਂ ਨੇ ਜਿੱਡਾ ਵੱਡਾ ਰੋਲ ਅਦਾ ਕੀਤਾ, ਜਿੱਡਾ ਵੱਡਾ ਯੋਗਦਾਨ ਪਾਇਆ, ਜਿੱਡੀ ਬਹੁ ਗਿਣਤੀ ਲਈ ਇੱਥੇ ਕੁਰਬਾਨੀਆਂ ਕੀਤੀਆਂ, ਤੇ ਸਾਡੀ ਗੱਲ ਨੂੰ ਮੈਂ ਫਿਰ ਉਹੀ ਗੱਲ ਕਰਦਾ ਕਿ ਜੇ ਹਿੰਦੁਸਤਾਨ ਆ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਸਵਾਰਿਆ ਜਾ ਸਕਦਾ, ਉਸਾਰਿਆ ਜਾ ਸਕਦਾ, ਵਧੀਆ ਕੀਤਾ ਜਾ ਸਕਦਾ, ਤੇ ਇਹਦੇ ਵਾਸਤੇ ਕਿਉਂ ਨਹੀਂ, ਜਿਹੜਾ ਅੰਮ੍ਰਿਤਸਰ ਸਾਹਿਬ ਵਾਸਤੇ ਕਿਉਂ ਨਹੀਂ ਕੀਤਾ ਜਾ ਸਕਦਾ? ਉਹਨਾਂ ਦੀ ਮਨਸ਼ਾ ਜਿਹੜੀ ਹੈ ਸਹੀ ਨਹੀਂ ਹੈਗੀ। ਅਸੀਂ ਮੁੜ ਕੇ ਹਮੇਸ਼ਾ ਇਸ ਗੱਲ ਲਈ ਸਖਤੀ ਵੀ ਵਰਤਦੇ ਹਾਂ, ਸਾਰਾ ਉਹ ਕਰਦੇ ਹਾਂ, ਅਸੀਂ ਪਿਆਰ ਨਾਲ ਵੀ ਜਾਂਦੇ ਹਾਂ, ਅਸੀਂ ਜਾ ਕੇ ਉਹਨਾਂ ਨੂੰ ਕਿਨਾ ਰਿਕੁਐਸਟ ਵੀ ਕਰਦੇ ਹਾਂ, ਲਿਖਤੀ ਵੀ ਦਿੰਦੇ ਹਾਂ, ਪਰ ਇਹਨਾਂ ਚੀਜ਼ਾਂ ਦਾ 2-4 ਦਿਨ ਅਸਰ ਹੁੰਦਾ, ਉਸ ਤੋਂ ਬਾਅਦ ਅਸਰ ਖਤਮ ਹੋ ਜਾਂਦਾ। ਕਾਰਨ ਇੱਕੋ ਹੀ ਆ ਕਿ ਉਹਨਾਂ ਦੀ ਮਨਸ਼ਾ ਸਿੱਖੀ ਵਾਸਤੇ ਜਾਂ ਸਿੱਖੀ ਭਾਵਨਾ ਲਈ ਬੜੀ ਸੁਹਿਰਦ ਦਿਖਾਈ ਨਹੀਂ ਦੇ ਰਹੀ। ਠੀਕ ਹੈ ਭਾਈ ਸਾਹਿਬ, ਅਸੀਂ ਇੱਕ ਹੋਰ ਸਵਾਲ, ਗੁਰਬਾਣੀ ਲਾਈਵ ਦਾ ਜਿਹੜਾ ਮਸਲਾ ਹੈਗਾ ਉਹ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਕੀ ਮਸਲਾ ਸੀ। ਸਵਾਲ ਮੇਰਾ ਸਿਰਫ ਇੰਨਾ ਕੀ ਹੈ ਕਿ ਜਿਹੜਾ ਚੈਨਲ, ਸੈਟੇਲਾਈਟ ਚੈਨਲ ਆਉਣਾ ਉਹਦੇ ਲਈ ਲਾਇਸੈਂਸ ਅਪਲਾਈ ਕਰ ਦਿੱਤਾ ਗਿਆ, ਕਦੋਂ ਸ਼ੁਰੂ ਹੋਣਾ ਐਸਜੀਪੀਸੀ ਦਾ ਆਪਣਾ ਟੀਵੀ ਚੈਨਲ? ਦੇਖੋ, ਇਸ ਦੇ ਬਾਰੇ 'ਚ ਅਸੀਂ ਹਰ ਸਟੈਪ ਦੇ ਉੱਤੇ ਇਹ ਜਿਹੜੀ ਆ ਜਾਣਕਾਰੀ ਸੰਗਤ ਨੂੰ ਦਿੰਦੇ ਆ, ਕਿਉਂਕਿ ਜਿਹੜਾ ਸੈਟੇਲਾਈਟ ਚੈਨਲ ਆ ਅਸੀਂ ਨਹੀਂ ਚਾਹੁੰਦੇ ਅੱਜ ਦੀ ਤਰੀਕ 'ਚ ਵੀ ਜਿਵੇਂ ਹੁਣ ਸਾਨੂੰ ਕਈ ਆਫਰਾਂ ਹੋਈਆਂ ਕਿ ਤੁਸੀਂ ਉਹਨਾਂ ਦਾ ਚੈਨਲ ਖਰੀਦ ਲਓ, ਫਲਾਣੇ ਦਾ ਖਰੀਦ ਲਓ। ਸ਼੍ਰੋਮਣੀ ਕਮੇਟੀ ਇੱਕ ਵੱਡੀ ਸੰਸਥਾ ਵਾ, ਇਸ ਦੇ ਨਾਲ ਜਿਹੜੇ ਵੀ ਜੁੜਨਗੇ ਲੋਕ ਜਾਂ ਉਸ ਪੈਨਲ 'ਚ ਹੋਣਗੇ ਉਹ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਹੀ ਹੋਣੇ ਚਾਹੀਦੇ ਆ, ਕਿਉਂਕਿ ਕਿਸੇ ਦੀ ਮਲਕੀਅਤ ਨੂੰ ਅਸੀਂ ਕੱਲ੍ਹ ਨੂੰ ਉਸ ਦਾ ਕੀ ਫੈਸਲਾ ਕਰਦਾ ਕੀ ਨਹੀਂ ਕਰਦਾ, ਉਹ ਨਿਰਵਿਘਨ ਦੇ ਵਿੱਚ ਕਿਸੇ ਰੁਕਾਵਟ ਬਣਦੀ ਆ। ਸੋ ਇਸ ਗੱਲ ਲਈ ਅਸੀਂ ਅਪਲਾਈ ਕਰ ਚੁੱਕੇ ਹਾਂ, ਜਿਹੜਾ ਕਿ ਉਦੋਂ ਬਾਅਦ ਅਸੀਂ ਸਾਡੇ ਜਿਹੜੇ ਇੱਥੋਂ ਦੇ ਬ੍ਰੌਡਕਾਸਟਰ ਮਿਨਿਸਟਰ ਆ ਉਹਨੂੰ ਠਾਕੁਰ, ਉਹਨਾਂ ਨੂੰ ਵੀ ਮਿਲ ਕੇ ਆਏ ਅਸੀਂ, ਤੇ ਉਹਨਾਂ ਨੂੰ ਅਸੀਂ ਇਹ ਗੱਲ ਕਹੀ ਆ ਕਿ ਇਹ ਜਿਹੜਾ ਸਾਡਾ ਚੈਨਲ ਆ, ਇਹ ਚੈਨਲ ਨਿਰੋਲ ਲਾਈਵ ਗੁਰਬਾਣੀ ਰੱਖਾਂਗੇ। ਅਸੀਂ ਇਸ ਤੱਕ ਵੀ ਆਫਰ ਕਰਤੀ ਆ ਕਿ ਇਹਦੇ ਵਿੱਚ ਅਸੀਂ ਕੋਈ ਡਿਬੇਟ ਨਹੀਂ ਦੇਵਾਂਗੇ, ਅਸੀਂ ਕੋਈ ਸਟੇਜੀ ਭਾਸ਼ਣ ਨਹੀਂ ਦੇਵਾਂਗੇ, ਸਿਰਫ ਤੇ ਸਿਰਫ ਨਿਰੋਲ ਗੁਰਬਾਣੀ ਹੋਏਗੀ, ਤੇ ਇਸ ਨੂੰ ਸਾਨੂੰ ਜਿਹੜਾ ਇਹਦਾ ਲਾਇਸੈਂਸ ਦਿੱਤਾ ਜਾਵੇ। ਸੋ ਉਹਦੇ ਲਈ ਜਿਹੜੀ ਫਾਰਮੈਲਿਟੀ ਸੀ, ਅਸੀਂ ਕਾਗਜ਼ੀ ਪੱਤਰੀ ਉਹ ਅਸੀਂ ਭਰ ਕੇ ਆਨਲਾਈਨ ਭੇਜ ਚੁੱਕੇ ਹਾਂ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਉਡੀਕ ਕਰ ਰਹੇ ਹਾਂ ਕਿ ਉਹ ਸਾਨੂੰ ਇਸ ਗੱਲ ਦੇ ਲਈ ਕੀ ਜਵਾਬ ਦਿੰਦੇ। ਜੀ, ਤੇ ਨਾਲ ਹੀ ਮਿਲਦਾ ਜੁਲਦਾ ਮੁੱਦਾ ਫਿਲਮਾਂ ਦਾ ਆ ਜਾਂਦਾ ਹੈ। ਨਾਨਕ ਸ਼ਾਹ ਫਕੀਰ ਫਿਲਮ ਆਈ, ਉਸ ਤੋਂ ਬਾਅਦ ਹੁਣ ਤਾਜ਼ਾ ਜੇ ਆਪਾਂ ਗੱਲ ਕਰ ਲਈਏ ਯਾਰੀਆਂ 2 ਫਿਲਮ ਦੀ, ਕਿਸੇ ਨੂੰ ਨਹੀਂ ਪਤਾ ਸੀ ਵੀ ਯਾਰੀਆਂ 2 ਫਿਲਮ ਕੌਣ ਬਣਾ ਰਿਹਾ, ਕਿਹਦੀ ਹੈ, ਪਰ ਉਹਦੇ ਵਿੱਚ ਉਹਨਾਂ ਨੇ ਇੱਕ ਵਿਵਾਦ ਖੜਾ ਕਰਤਾ। ਤੇ ਇਹੋ ਜਿਹੀਆਂ ਜਦੋਂ ਹਰਕਤਾਂ ਹੁੰਦੀਆਂ ਨੇ ਉਹਨਾਂ ਦੇ ਲਈ ਐਸਜੀਪੀਸੀ ਹਾਲੇ ਤੱਕ ਮਜ਼ਬੂਤ ਕੁਝ ਕਰ ਨਹੀਂ ਸਕੀ। ਇਹਨਾਂ ਫਿਲਮਾਂ ਦੀ ਸੈਂਸਰਸ਼ਿਪ ਦੇ ਲਈ ਕਿੰਨੀ ਵਾਰੀ ਡਿਮਾਂਡ ਕੀਤੀ ਗਈ ਹੈ ਕਿ ਜਿਹੜਾ ਹੈਗਾ ਕੋਈ ਸਿੱਖ ਵਿਦਵਾਨ ਸੈਂਸਰ ਕਮੇਟੀ ਦੇ ਵਿੱਚ ਹੋਣਾ ਚਾਹੀਦਾ ਹੈ, ਤੇ ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ। ਕਿੱਥੇ ਘਾਟ ਆਪਾਂ ਲੱਗਦੀ? ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਅਸੀਂ ਅੱਗੇ ਕੀ ਹੁੰਦਾ ਸੀ ਕਿ ਜਿਵੇਂ ਕੋਈ ਫਿਲਮਾਂ ਆ ਗਈਆਂ, ਕੋਈ ਮਸਲਾ ਬਣ ਗਿਆ, ਉਹਨਾਂ ਨੇ ਜੀ ਟਵੀਟ ਕਰਤਾ ਕਿ ਅਸੀਂ ਮਾਫੀ ਚਾਹੁੰਦੇ ਹਾਂ, ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਆ। ਐਤਕੀ ਵਾਲਾ ਜਿਹੜਾ ਤੁਸੀਂ ਦੇਖਿਆ ਹੋਣਾ ਕਿ ਯਾਰੀਆਂ 2 ਵਾਲਾ ਮਸਲਾ ਸੀ, ਇਹ ਇੱਕ ਸਿਖਰ ਹੈ, ਭਾਵੇਂ ਕਿ ਇਹ ਤੋਂ ਪਹਿਲਾਂ ਵੀ ਹੋਇਆ, ਜਿਹੜਾ ਗਦਰ 2 ਵਾਲਾ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਰੋਮਾਂਸ ਕਰ ਰਹੇ ਨੇ, ਉਹ ਤੋਂ ਭੰਗੜਾ ਪਾ ਰਹੇ ਨੇ, ਉਸ ਗੱਲ ਦਾ ਵਿਰੋਧ ਕੀਤਾ, ਉਹਨਾਂ ਨੇ ਹਟਾਤਾ, ਵੱਖਰੀ ਹੈ ਚਲੋ ਗੱਲਾਂ। ਆਹ ਜਿਹੜੀ ਗੱਲ ਹੁਣ ਸਾਹਮਣੇ ਆਈ ਹੈ, ਇਸ ਤਰ੍ਹਾਂ ਦੀ ਪਹਿਲਾਂ ਵੀ ਆਈਆਂ, ਪਰ ਅਸੀਂ ਇਸ ਗੱਲ ਬਾਰੇ ਸੋਚਿਆ ਕਿ ਸਿਰਫ ਅਸੀਂ ਇਸ ਕੰਮ ਲਈ ਰਹਿ ਗਏ ਹਾਂ। ਦੇਖੋ ਕਿੱਡਾ ਵੱਡਾ ਅਨਿਆਮ ਆ ਇਸ ਹਿੰਦੁਸਤਾਨ ਦੇ ਅੰਦਰ, ਜਿਹਨੂੰ ਸੰਸਕ੍ਰਿਤਿਕ ਦੇਸ਼ ਕਹਿੰਦੇ ਆ, ਧਰਮ ਦੇ ਆਧਾਰਿਤ ਦੇਸ਼ ਆ, ਧਰਮ ਨੂੰ ਮੰਨਣ ਵਾਲਾ ਦੇਸ਼ ਆ, ਭਾਵੇਂ ਕਿਸੇ ਵੀ ਧਰਮ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਫਿਲਮ ਵਾਲੇ ਲੋਕ ਆ ਉਹ ਆਪਣਾ ਵਪਾਰ, ਆਪਣਾ ਧੰਦਾ ਧਰਮ ਦਾ ਸ਼ੋਸ਼ਣ ਕਰਕੇ ਕਰਦੇ ਆ, ਧਰਮ ਤੇ ਕਟਾਕਸ਼ ਕਰਕੇ ਕਰਦੇ ਆ, ਧਰਮ ਦੀ ਨਰਾਦਰੀ ਕਰਕੇ ਕਰਦੇ ਆ। ਔਰ ਇਸ ਕੇਸ ਦੇ ਵਿੱਚ ਤਾਂ ਲੱਗ ਰਿਹਾ ਕਿ ਜਾਣਬੁੱਝ ਕੇ ਕੀਤਾ ਗਿਆ। ਮੈਨੂੰ ਲੱਗਦਾ ਹਰ ਕਿਸੇ ਨੂੰ ਪਤਾ ਹੁੰਦਾ ਕਿ ਜਿਹੜਾ ਇੱਕ ਸਾਬਤ ਸੂਰਤ ਵਿਅਕਤੀ ਹੈ ਉਹ ਅੰਮ੍ਰਿਤ ਛਕ ਸਕਦਾ ਹੈ, ਉਹ ਜਿਹੜਾ ਹੈਗਾ ਕਿਰਪਾਨ ਧਾਰਨ ਕਰ ਸਕਦਾ। ਇਹਦੇ ਵਿੱਚ ਤਾਂ ਲੱਗਦਾ ਕਿ ਜਾਣਬੁੱਝ ਕੇ ਵਿਵਾਦ ਖੜਾ ਕੀਤਾ ਤਾਂ ਕਿ ਫਿਲਮ ਕੰਟਰੋਵਰਸੀ ਚ ਆਊਗੀ ਤੇ ਫਿਲਮ ਕਾਮਯਾਬ। ਬਿਲਕੁਲ, ਮੈਂ ਇਹੀ ਗੱਲ ਕਰਦਾ। ਅਸੀਂ ਤਾਂ ਇਸ ਗੱਲ ਦੀ ਆਵਾਜ਼ ਉਠਾਈ ਆ ਕਿ ਇਹ ਇਕੱਲੇ ਸਿੱਖਾਂ ਦਾ ਮਸਲਾ ਨਹੀਂ ਹੈ,
ਮੈਂ ਪਿਛਲੇ ਦਿਨਾਂ 'ਚ ਕੋਈ ਹਿੰਦੂ ਪੀਰ ਕਿਨਾ ਅਵਤਾਰਾਂ ਦੇ ਬਾਰੇ 'ਚ ਗੱਲ ਆਇਆ, ਕੋਈ ਮੁਸਲਮਾਨ ਦੇ ਬਾਰੇ 'ਚ ਕਰਤੀ ਆ। ਇਹਦਾ ਮਤਲਬ ਕਿ ਇਸ ਦੇਸ਼ ਦੇ ਅੰਦਰ ਹੁਣ ਜਿਹੜੇ ਸੱਤਾ ਤੇ ਬੈਠੇ ਲੋਕ ਆ ਉਹ ਬਿਲਕੁਲ ਹੁਣ ਇਸ ਗੱਲ ਲਈ ਚੁੱਪ ਕਰਕੇ ਬੈਠੇ ਨੇ ਕਿ ਧਰਮ ਦਾ ਖਿਲਵਾੜ ਕਰੋ। ਕਿਸੇ ਵੀ ਧਰਮ ਦਾ ਖਿਲਵਾੜ ਕਰਕੇ ਆਪਣਾ ਵਪਾਰ ਚਲਾਉਣਾ ਬੜੀ ਮਾੜੀ ਗੱਲ ਆ। ਅਸੀਂ ਇਹਨੂੰ ਬੜਾ ਸੀਰੀਅਸਲੀ ਲਿਆ। ਸਾਨੂੰ ਬੜੇ ਟਵੀਟ ਵੀ ਆਏ ਕਿ ਅਸੀਂ ਜੀ ਆਹ ਕਰਤਾ, ਮਾਫੀ ਮੰਗ ਲਈ ਆ, ਮਾਫੀਆਂ ਵੀ ਆ ਗਈਆਂ, ਬਹੁਤ ਕੁਝ ਆ ਗਿਆ, ਪਰ ਪਰਚਾ ਦਰਜ ਕਰਾਇਆ। ਅਨਅਫੀਸ਼ੀਅਲ ਮੈਨੂੰ ਜਾਣਕਾਰੀ ਆ ਕਿ ਪੁਲਿਸ ਨੇ ਰੇਡ ਵੀ ਕੀਤੀ ਆ ਬੰਬੇ ਦੇ ਵਿੱਚ ਉਹਨਾਂ ਦੇ ਦਫ਼ਤਰ ਤੇ। ਸੋ ਇਹ ਸਾਰੀਆਂ ਗੱਲਾਂ ਆ ਰਹੀਆਂ। ਅਸੀਂ ਇੱਥੇ ਸਹੇ ਦੀ ਨਹੀਂ, ਇੱਥੇ ਪਹਾ ਬੰਦ ਕਰਨਾ ਚਾਹੁੰਦੇ ਹਾਂ। ਅਸੀਂ ਬੜਾ ਸਖਤੀ ਨਾਲ ਇਹਨੂੰ ਲਿਆ ਵਾ। ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਵੀ ਉਹ ਕੀ ਹੁੰਦਾ, ਤਾਂ ਕਿ ਜਿਹਨੇ ਵੀ ਅੱਗੇ ਤੋਂ ਕੋਈ ਅਸੀਂ ਗਲਤੀ ਕਰਨੀ ਆ ਉਹਨੂੰ ਪਤਾ ਲੱਗੇ ਕਿ ਮੈਂ ਕੱਲ ਨੂੰ ਕਟਹਿਰੇ ਵਿੱਚ ਆ ਸਕਦਾ। ਕਿ ਦੂਜੀ ਅਸੀਂ ਸਰਕਾਰ ਨੂੰ ਵੀ ਕੀ ਆ। ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਰਪੀ ਸਿੰਘ ਇੱਕ ਬੀਜੇਪੀ ਦੇ ਲੀਡਰ ਨੇ, ਜਾਂ ਸਰਸਾ ਇੱਕ ਲੀਡਰ ਆ ਬੀਜੇਪੀ ਦਾ, ਉਹਨਾਂ ਨੇ ਵੀ ਇਸ ਗੱਲ ਦੇ ਵਿੱਚ ਕਿਹਾ ਕਿ ਮਾੜੀ ਗੱਲ ਆ। ਅਸੀਂ ਉਹਨਾਂ ਨੂੰ ਕਿਹਾ ਕਿ ਇਹ ਗੱਲ ਕਹੀ ਆ, ਅਸੀਂ ਸਵਾਗਤ ਕਰਦੇ ਹਾਂ, ਪਰ ਇਹਦੇ ਲਈ ਸਰਕਾਰ ਵੱਲੋਂ ਤੁਸੀਂ ਕੀ ਫੈਸਲਾ ਕਰਾਉਂਦੇ ਹੋ ਤਾਂ ਕਿ ਇਹਦਾ ਮਾਮਲਾ ਖਤਮ ਕਿਵੇਂ ਹੋਏ। ਅਸੀਂ ਕਹਿੰਦੇ ਹਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਤੁਸੀਂ ਇੱਕ ਕਮੇਟੀ ਬਣਾ ਲਓ, ਜਿਸ ਕਮੇਟੀ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਬੈਠੇ ਹੋਣ, ਫਿਲਮ ਉਹਨਾਂ ਨੂੰ ਦਿਖਾਓ ਤਾਂ ਕਿ ਕਿਸੇ ਵੀ ਧਰਮ ਦੀ ਤੋਹੀਨ ਨਾ ਹੋਵੇ। ਸੋ ਅਸੀਂ ਐਤਕੀ ਬੜਾ ਸਖਤ ਸਟੈਪ ਲਿਆ। ਉਹ ਐਵੇਂ ਕਿਸੇ ਗੱਲ ਦਾ ਮਸਲਾ ਟਵੀਟਾਂ ਨਾਲ ਹੱਲ ਕਰਨ ਦੀ ਬਜਾਏ ਅਸੀਂ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਸਿਖਰ ਤੇ ਲਿਜਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਇਸ ਗੱਲ ਦਾ ਸਬਕ ਮਿਲੇ। ਜੀ, ਐਸਜੀਪੀਸੀ ਦੇ ਆਈਟੀ ਵਿੰਗ ਦੀ ਵੀ ਗੱਲ ਕਰ ਲਈਏ। ਹੁਣ ਆਈਟੀ ਵਿੰਗ ਥੋੜਾ ਐਕਟਿਵ ਹੈਗਾ, ਪਰ ਐਸਜੀਪੀਸੀ ਦਾ ਕੋਈ ਵੀ ਮੈਨੂੰ ਲੱਗਦਾ ਕਿ ਇਹੋ ਜਿਹਾ ਵਿੰਗ ਨਹੀਂ ਹੈਗਾ ਜਿਹਦੇ ਵਿੱਚ ਸਿਰਫ ਵਿਦਵਾਨਾਂ ਦਾ ਗਰੁੱਪ ਹੋਵੇ। ਜਦੋਂ ਕੋਈ ਇਹੋ ਜਿਹਾ ਮਸਲਾ ਆਉਂਦਾ, ਬਹੁਤ ਸਾਰੇ ਵਿਵਾਦਿਤ ਬਿਆਨ ਆਉਂਦੇ ਰਹਿੰਦੇ ਨੇ, ਸਿੱਖ ਕੌਮ ਦੇ ਉੱਤੇ ਹਮਲੇ ਹੁੰਦੇ ਰਹਿੰਦੇ ਨੇ। ਤਾਜ਼ਾ ਜਿਹੜੀ ਉਦਾਹਰਨ ਹੈ ਆਪਾਂ ਲੈ ਲਈਏ ਕਿ ਉਹ ਹੈਗੇ ਭਾਵੇਂ ਸਿੱਖ ਹੀ ਨੇ, ਤਰਲੋਚਨ ਸਿੰਘ ਜੀ ਜਿਹੜੇ ਸਾਬਕਾ ਰਾਜ ਸਭਾ ਮੈਂਬਰ ਨੇ, ਉਹਨਾਂ ਨੇ ਬਿਆਨ ਦਿੱਤਾ। ਐਸਜੀਪੀਸੀ ਨੇ ਉਹਦਾ ਜਵਾਬ ਦਿੱਤਾ ਹੈ, ਪਰ ਕਈ ਦਿਨਾਂ ਬਾਅਦ ਦਿੱਤਾ ਹੈ। ਇਹੋ ਜਿਹੀ ਕੋਈ ਟੀਮ ਕੀ ਬਣ ਸਕਦੀ ਹੈ ਐਸਜੀਪੀਸੀ ਦੇ ਕੋਲ, ਜਿਹੜਾ ਵਿਦਵਾਨਾਂ ਦਾ ਕੋਈ ਵੱਡਾ ਗਰੁੱਪ ਹੋਵੇ ਤੇ ਜਦੋਂ ਇਹੋ ਜਿਹੇ ਹਮਲੇ ਹੁੰਦੇ ਨੇ ਤੇ ਤੁਰੰਤ ਉਹਨਾਂ ਨੂੰ ਜਵਾਬ ਦਿੱਤਾ ਜਾ ਸਕੇ, ਇੱਕ ਉਹਦੀ ਅਫੀਸ਼ੀਅਲ ਇੱਕ ਪੋਸਟਿੰਗ ਹੋਵੇ? ਦੇਖੋ, ਬਹੁਤ ਪਹਿਲਾਂ ਨਾਲੋਂ ਬਹੁਤ ਸਾਰਾ ਜਿਹੜਾ ਵਾ ਉਹ ਜਵਾਬਦੇਹੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ, ਬਹੁਤ ਅੱਗੇ ਨਾਲੋਂ ਠੀਕ ਹੋ ਗਿਆ। ਇਹਦੇ ਵਿੱਚ ਕਾਰਨ ਕੀ ਆ ਕਿ ਐਸਜੀਪੀਸੀ ਦੀ ਸਾਈਟ ਤੇ ਜਿਹੜੀ ਵੀ ਚੀਜ਼ ਪਾਈ ਜਾਣੀ ਆ ਉਹਦੀ ਅਥੈਂਟਿਸਿਟੀ ਬਹੁਤ ਜਿਹੜੀ ਆ ਮਜ਼ਬੂਤ ਹੋਣੀ ਚਾਹੀਦੀ ਹੈ। ਬਿਲਕੁਲ, ਇੱਕ ਆਮ ਚੈਨਲ ਵੱਲੋਂ ਕੀਤੀ ਹੋਈ ਗੱਲ ਤੇ ਐਸਜੀਪੀਸੀ ਦੀ ਸਾਈਟ ਤੋਂ ਕੀਤੀ ਹੋਈ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹੱਤਤਾ ਰੱਖਦੀ ਹੈ। ਸੋ ਭਾਵੇਂ ਕਿ ਸਾਡਾ ਸਿੱਖ ਰਿਸਰਚ ਬੋਰਡ ਹੈਗਾ ਜਿਹੜਾ ਇਹਨਾਂ ਗੱਲਾਂ ਦੀ ਪੁਸ਼ਟੀ ਕਰਦਾ, ਪਰ ਕਈ ਗੱਲਾਂ ਐਸੀਆਂ ਆਉਂਦੀਆਂ ਜਿਨ੍ਹਾਂ ਦੇ ਲਈ ਆਧਾਰ ਲੱਭਣਾ ਪੈਂਦਾ, ਪ੍ਰੂਫ ਜਿਹੜੇ ਆ ਬੇਸ ਲੱਭ ਕੇ, ਉਹਨਾਂ ਦੀ ਕੋਟੇਸ਼ਨ ਲੱਭ ਕੇ ਫਿਰ ਉਹਦੇ ਬਾਰੇ ਕੀਤੀ ਜਾਂਦੀ। ਇਸ ਕਰਕੇ ਕੁਝ ਗੱਲਾਂ ਜਿਹੜੀ ਆ ਕੋਈ ਦੇਰੀ ਹੋ ਸਕਦੀ ਹੈ, ਥੋੜਾ ਸਲੋ ਲੱਗਦਾ ਸਿਸਟਮ। ਉਹ ਬਸ ਇਹੋ ਹੀ ਆ ਕਿ ਕਈ ਗੱਲਾਂ ਦੀ ਪੁਸ਼ਟੀ ਕਰਨ ਲੱਗਿਆ, ਹੁਣ ਜਿਵੇਂ ਉਹਨਾਂ ਨੇ ਤਰਲੋਚਨ ਸਿੰਘ ਨੇ ਇਹ ਗੱਲ ਕਹੀ ਆ ਕਿ ਅਖਬਾਰਾਂ ਦੇ ਵਿੱਚ ਆਇਆ ਵਾ, ਉਸ ਸਮੇਂ ਦੇ ਅਖਬਾਰਾਂ ਦੇ ਵਿੱਚ, ਪਰ ਜਦੋਂ ਅਸੀਂ ਇਹ ਚੀਜ਼ ਜਿਹੜੀ ਆ ਉਹਨਾਂ ਦੇ ਪਰਿਵਾਰ ਨੂੰ ਦੱਸੀ ਆ ਤੇ ਪਰਿਵਾਰ ਨੇ ਕਿਹਾ ਕਿ ਅਸੀਂ ਹੁਣ ਸਾਡੇ ਕੋਲ ਆਧਾਰ ਤਾਂ ਉਹਨਾਂ ਦੇ ਪਰਿਵਾਰਕ ਫੈਮਿਲੀ ਹੈ, ਜਿਹੜੇ ਚਾਹੇ ਕਿਰਨਜੋਤ ਕੌਰ ਜੀ ਜਿਹੜੇ ਸਤਿਕਾਰਯੋਗ ਮੈਂਬਰ ਨੇ ਹੁਣ ਦੀ, ਅਸੀਂ ਜਦੋਂ ਉਹਨਾਂ ਤੱਕ ਇਸ ਗੱਲ ਦੀ ਪਹੁੰਚ ਕੀਤੀ ਤਾਂ ਉਹਨਾਂ ਨੇ ਇਸ ਗੱਲ ਦੀ ਆਪਣੇ ਪਿਛੋਕੜ ਤੇ ਆਪਣੀ ਜਾਣਕਾਰੀ ਤੇ ਜਾਂ ਉਹਨਾਂ ਨਾਲ ਸੰਬੰਧਿਤ ਜਿਹੜੀ ਹਿਸਟਰੀ ਆ ਉਹਦੇ ਜਦੋਂ ਇਸ ਗੱਲ ਦੀ ਪਿਛੋਕੜ ਕੀਤੀ, ਫਿਰ ਅਸੀਂ ਇਸ ਗੱਲ ਨੂੰ ਡਟ ਕੇ ਕੰਟਰਾਡਿਕਟ ਵੀ ਕੀਤਾ। ਅਸੀਂ ਠੋਕ ਕੇ ਗੱਲ ਕਹੀ ਆ ਕਿ ਇਹ ਲੋਕ ਖੁਸ਼ਾਮ ਦੀ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ, ਜਦੋਂ ਕਿ ਇਹ ਗੱਲ ਨਹੀਂ ਸੀ। ਮਾਸਟਰ ਤਾਰਾ ਸਿੰਘ ਜੀ ਇਹ ਸਤਿਕਾਰਯੋਗ ਸਨ, ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਵੀ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸੀ। ਠੀਕ ਆ, ਆਜ਼ਾਦੀ ਵੇਲੇ ਕੀ ਫੈਸਲੇ ਲੈ ਗਏ ਕੀ ਨਹੀਂ ਉਹ ਵੱਖਰਾ ਵਿਸ਼ਾ, ਪਰ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਸੀ ਉਹ ਸਿੱਖ ਹੱਕਾਂ ਦੇ ਲਈ ਸੀ, ਜੋ ਵਾਅਦੇ ਕੀਤੇ ਸੀ। ਉਸ ਗੱਲ ਕਰਕੇ ਸਿੱਖਾਂ ਦੇ ਮਾਮਲੇ 'ਚ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ, ਨਾ ਕਿ ਸਾਵਰਕਰ ਦੇ ਮਾਮਲੇ 'ਚ ਹੋਈ ਸੀ। ਸੋ ਭਾਈ ਸਾਹਿਬ, ਐਜੂਕੇਸ਼ਨ ਦੇ ਬਾਰੇ ਵੀ ਆਪਾਂ ਗੱਲ ਕਰ ਲਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਬਹੁਤ ਵੱਡੀ ਦੇਣ ਹੈ ਪੰਜਾਬ ਹੀ ਨਹੀਂ, ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲਈ ਵੀ, ਕਿ ਵੱਡੇ ਵਿਦਿਅਕ ਅਦਾਰੇ ਐਸਜੀਪੀਸੀ ਦੇ ਵੱਲੋਂ ਸ਼ੁਰੂ ਕੀਤੇ ਗਏ। ਬੰਬੇ ਦੇ ਵਿੱਚ ਵੀ ਐਸਜੀਪੀਸੀ ਦਾ ਅਦਾਰਾ ਹੈ, ਪਰ ਭਾਈ ਸਾਹਿਬ ਹੁਣ ਜਿਹੜਾ ਹੈਗਾ ਇੱਥੇ ਵੀ ਨਿਗਾਰ ਦਿਖਣਾ ਸ਼ੁਰੂ ਹੋ ਗਿਆ ਪਿਛਲੇ 1-2 ਸਾਲਾਂ ਤੋਂ, ਜਾਂ ਕਰੋਨਾ ਕਾਲ ਤੋਂ ਲੈ ਕੇ ਕਹਿ ਲਈਏ 3-3 4-4 ਮਹੀਨੇ ਜਿਹੜਾ ਹੈਗਾ ਪ੍ਰੋਫੈਸਰਾਂ ਦੀਆਂ ਤਨਖਾਹਾਂ ਨਹੀਂ ਆਉਂਦੀਆਂ, ਔਰ ਕਈ ਕਾਲਜਾਂ ਦੇ ਵਿੱਚ ਅਸੀਂ ਖੁਦ ਦੇਖੇ ਨੇ ਧਰਨੇ ਲੱਗਦੇ। ਹਾਲਾਂਕਿ ਉਹ ਗੱਲਾਂ ਬਾਹਰ ਨਹੀਂ ਕੱਢਣਾ ਚਾਹੁੰਦੇ, ਪਰ ਇਹ ਹੋ ਰਿਹਾ ਹੈ। ਕੀ ਕਾਰਨ ਹੈ ਕਿ ਐਸਜੀਪੀਸੀ ਦੇ ਅਦਾਰੇ ਨੇ ਜਿਹੜੇ ਉਹ ਘਾਟੇ ਦੇ ਵਿੱਚ ਜਾ ਰਹੇ ਨੇ, ਜਦਕਿ ਦੂਸਰੇ ਪਾਸੇ ਡੀਏਵੀ ਆਪਾਂ ਸੰਸਥਾਵਾਂ ਦੇਖ ਲਈਏ, ਇਹ ਵੀ ਹਿੰਦੂ ਧਰਮ ਦੀਆਂ ਜਿਹੜੀਆਂ ਹੈਗੀਆਂ ਨੇ ਸੰਸਥਾਵਾਂ ਨੇ, ਜਾਂ ਫਿਰ ਕ੍ਰਿਸਚਨਾਂ ਦੇ ਸਕੂਲ ਨੇ, ਉਹ ਕਦੇ ਘਾਟੇ 'ਚ ਆਪਾਂ ਸੁਣੇ ਨਹੀਂ ਹੈਗੇ, ਪਰ ਐਸਜੀਪੀਸੀ ਦੇ ਅਦਾਰੇ ਕਿਉਂ ਜਾ ਰਹੇ ਨੇ? ਦੇਖੋ, ਅਕਸਰ ਇੱਕ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ। ਪਿੱਛੇ ਜੇ ਇੱਕ ਵਿਚਾਰ ਆਇਆ, ਸ਼੍ਰੋਮਣੀ ਕਮੇਟੀ ਨੇ ਜਿਹੜਾ ਕਿਸਾਨ ਮੋਰਚਾ ਸੀ ਬਹੁਤ ਵੱਡਾ ਯੋਗਦਾਨ ਪਾਇਆ ਜੀ, ਉੱਥੇ ਕੋਈ ਵੀ ਗੱਲ ਹੋਵੇ ਉੱਥੇ ਇਹ ਗੱਲ ਕਹੀ ਜਾਂਦੀ ਆ। ਹਾਲਾਂਕਿ ਕਿਸਾਨ ਮੋਰਚਾ ਜਿਹੜਾ ਸੀ, ਉਸ ਮੋਰਚੇ ਦੇ ਵਿੱਚ ਜਿਹੜੇ ਲੋਕ ਜਿਹੜੇ ਆ ਉਸ ਸਮੇਂ ਮਾਰੇ ਗਏ,
ਸਰੀਰ ਤੇ ਆ ਗਏ, ਜੀ। ਉਹਨਾਂ ਨੂੰ ਵੀ ਲੱਖ ਲੱਖ ਰੁਪਇਆ ਸ਼੍ਰੋਮਣੀ ਕਮੇਟੀ ਨੇ ਦਿੱਤਾ। ਜੀ। ਤੇ ਹੋਰ ਆਈ ਵਿਚਾਰ ਅੱਗੇ ਕਿ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸ਼੍ਰੋਮਣੀ ਕਮੇਟੀ ਚੱਕੇ। ਜੀ। ਕੋਈ ਵੀ ਮਾਮਲਾ ਆਉਂਦਾ ਤੇ ਉਹ ਚ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਆਹ ਕੰਮ ਕਰੇ। ਤੁਸੀਂ ਦੇਖੋ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਜੀ ਸਰਕਾਰ ਦੇ ਬਰਾਬਰ ਹੈ। ਹੁਣ ਪਿਛਲੀ ਵਾਰੀ ਜਿਹੜਾ ਬਜਟ ਸੀ ਉਹਨੂੰ ਅਸੀਂ ਆਨਲਾਈਨ ਦਿਖਾਇਆ, ਸਾਰੇ ਉਹਦੇ ਵਿਜ਼ੂਅਲ ਜਿਹੜੇ ਦਿਖਾਏ, ਉਹਨਾਂ ਦਾ ਕੰਪੈਰੀਜ਼ਨ ਦਿਖਾਇਆ ਕਿ ਪੰਜਾਬ ਦੀ ਸਰਕਾਰ ਦਾ ਜਿਹੜਾ ਬਜਟ ਆ ਉਹ ਇਹ 1 ਲੱਖ ਕਿੰਨੇ ਕਰੋੜ ਦਾ, ਤੇ ਸ਼੍ਰੋਮਣੀ ਕਮੇਟੀ ਦਾ ਬਜਟ ਜਿਹੜਾ ਵਾ 1000 ਕਰੋੜ ਦਾ, ਮਤਲਬ ਪਰਸੈਂਟੇਜ 100% ਇੱਕ, ਮਤਲਬ ਇੰਨਾ ਕੁ ਬਜਟ ਆ। ਪਰ ਤੁਸੀਂ ਦੇਖੋ ਕਿ ਉਸ ਬਜਟ ਦੇ ਵਿੱਚ ਉਹ ਕਿੰਨਾ ਕੁਛ ਕਰਦੀ ਆ। ਹੁਣ ਅਦਾਰਿਆਂ ਦੀ ਗੱਲ ਇਹ ਆਉਂਦੀ ਆ ਕਿ ਜਿਹੜਾ ਪਿਛਲੇ ਕਰੋਨਾ ਕਾਲ ਦੇ ਸਮੇਂ 'ਚ ਸਿਸਟਮ ਜਿਹੜਾ ਵਾ ਥਿੜਕਿਆ, ਸਾਰਾ ਹੀ ਥਿੜਕਿਆ, ਇਕੱਲਾ ਆਪਣਾ ਨਹੀਂ ਥਿੜਕਿਆ। ਉਸ ਦੇ ਵਿੱਚ ਜਿਵੇਂ ਸਰਕਾਰਾਂ ਨੇ ਵੀ ਬਹੁਤ ਸਾਰਾ ਜ਼ੋਰ ਲਾਤਾ ਕਿ ਪ੍ਰਾਈਵੇਟ ਸਕੂਲ ਬੰਦ ਕਰ ਦਿਓ, ਉਹਨਾਂ ਦੇ ਬੱਚੇ ਖਿੱਚ ਲਓ, ਇੱਦਾਂ ਕਰ ਲਓ, ਉੱਦਾਂ ਕਰ ਲਓ, ਬਹੁਤ ਕੁਛ ਚੱਲਿਆ। ਤੇ ਦੂਜੇ ਵੱਡੇ ਪੱਧਰ ਤੇ ਬੱਚੇ ਜਿਹੜੇ ਗੁਰਸਿੱਖ ਬੱਚੇ ਆ ਜਾਂ ਕੋਈ ਹੋਰ ਆ, ਉਹਨਾਂ ਨੂੰ ਸਹਾਇਤਾ ਦਿੱਤੀ ਜਾਂਦੀ ਆ, ਬਹੁਤ ਸਾਰੀਆਂ ਉਹਨਾਂ ਨੂੰ ਵਜ਼ੀਫੇ ਦਿੱਤੇ ਜਾਂਦੇ ਆ। ਸੋ ਉਸ ਗੱਲ ਹੀ ਅਸੀਂ ਸਮਝਦੇ ਹਾਂ ਕਿ ਪਿਛਲੇ ਸਮੇਂ ਦੇ ਅੰਦਰ ਕੁਛ ਪ੍ਰੋਬਲਮ ਆਈ ਸੀ, ਪਰ ਅੱਜ ਮੁੜ ਤੋਂ ਜਿਹੜੀ ਆ ਸਥਾਪਤੀ ਹੋ ਰਹੀ ਆ। ਪਰ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਹੁਣ ਸਾਡੇ ਪ੍ਰੋਫੈਸਰ ਸਾਹਿਬਾਨ ਆ ਜਾਂ ਹੋਰ ਆ, ਉਹਨਾਂ ਨੂੰ ਅਸੀਂ ਜਿਨ੍ਹਾਂ ਨੂੰ ਬੇਨਤੀ ਕੀਤੀ, ਬੜੇ ਸਿਆਣੇ ਲੋਕ ਨੇ, ਉਹਨਾਂ ਨੂੰ ਇਹ ਗੱਲ ਸਮਝੀ ਬਹੁਤ ਲੋਕਾਂ ਨੂੰ ਕਿ ਇੱਕ ਕ੍ਰਾਈਸਿਸ ਵਿੱਚੋਂ ਚੱਲ ਰਹੀ ਸੰਸਥਾ, ਇਹ ਸੰਸਥਾ ਵਪਾਰੀਕਰਨ ਨਹੀਂ ਹੈਗਾ। ਇਹ ਸੰਸਥਾ ਸ਼੍ਰੋਮਣੀ ਕਮੇਟੀ ਨੇ ਵਪਾਰ ਕਰਨ ਵਾਸਤੇ ਨਹੀਂ ਬਣਾਈ, ਇਹ ਤਾਂ ਸੇਵਾ ਵਾਸਤੇ ਬਣਾਈ ਆ। ਸੋ ਇਸ ਕਰਕੇ ਜਿਸ ਤਰ੍ਹਾਂ ਦੇ ਜੋ ਪਿਛਲੇ ਸਮੇਂ 'ਚ ਸ਼੍ਰੋਮਣੀ ਕਮੇਟੀ ਦੇ ਆਰਥਿਕ ਹਾਲਾਤ ਥੋੜੇ ਕਮਜ਼ੋਰ ਹੋਏ, ਉਸ ਕਰਕੇ ਥੋੜੀ ਜੀ ਸੈਟਬੈਕ ਲੱਗੀ ਆ, ਪਰ ਹੁਣ ਮੁੜ ਤੋਂ ਜਿਹੜੀ ਆ ਪੈਰਾਂ ਸਿਰ ਹੋ ਰਹੇ ਆ। ਸੋ ਇਹਦੇ ਵਿੱਚ ਵੀ ਮੈਂ ਫੇਰ ਦੱਸ ਦਿਆਂ ਕਿ ਜਿਹੜੀ ਜਦੋਂ ਹਮਲਾ ਹੁੰਦਾ ਸ਼੍ਰੋਮਣੀ ਕਮੇਟੀ ਤੇ ਇਹਦੀਆਂ ਸੰਸਥਾਵਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕਾਂ ਦਾ ਪ੍ਰਭਾਵ ਆ ਕੇ ਸਾਡੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਲਈ, ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਬਹੁਤ ਸਾਰੇ ਛੜਯੰਤਰ ਚੱਲ ਰਹੇ ਆ। ਕਿਉਂਕਿ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਦਾਰੇ ਨੇ ਉਹ ਜਿਹੜਾ ਸਿੱਖੀ ਦਾ ਪ੍ਰਚਾਰ ਕਿਉਂ ਕਰਨ, ਉਹਨੂੰ ਰੋਕਿਆ ਕਿਵੇਂ ਜਾਵੇ, ਉਹਨੂੰ 'ਚ ਅੜਿੱਕਾ ਕਿਵੇਂ ਬਣਾਇਆ ਜਾਵੇ। ਇਹ ਸਾਰੀਆਂ ਬਹੁਤ ਸਾਰੀਆਂ ਗੱਲਾਂ ਵੀ ਇਸ ਸਾਰੇ ਮਾਮਲੇ ਦਾ ਇੱਕ ਹਿੱਸਾ ਹੈ। ਜੀ। ਸੋ ਐਸਜੀਪੀਸੀ ਦੇ ਅਦਾਰਿਆਂ ਦੇ ਵਿੱਚ ਤੁਹਾਡੇ ਕਹਿਣ ਮੁਤਾਬਿਕ ਇਹ ਸਿੱਖੀ ਦਾ ਪ੍ਰਚਾਰ ਵੀ ਹੁੰਦਾ ਹੈ ਵਿਦਿਆਰਥੀਆਂ ਦੇ ਵਿੱਚ, ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਵੀ। ਬਿਲਕੁਲ ਜੀ। ਸੋ ਇੱਕ ਪੇਪਰ ਬਾਰੇ ਤਾਂ ਮੈਨੂੰ ਜਾਣਕਾਰੀ ਹੈ ਕਿ ਪੇਪਰ ਹੁੰਦਾ ਹੈ ਹਰ ਸਾਲ, ਬਟ ਅਦਰਵਾਈਜ਼ ਕੋਈ ਸਪੈਸ਼ਲ ਕਲਾਸਿਸ ਵੀ ਹੁੰਦੀਆਂ ਨੇ ਜਾਂ ਕੀ ਸਿਸਟਮ ਹੈਗਾ? ਜਿੰਨੇ ਵੀ ਸਕੂਲ ਆ, ਹਰ ਸਕੂਲ ਦੇ ਵਿੱਚ ਇੱਕ ਕਲਾਸ ਦਾ ਇੱਕ ਪੀਰੀਅਡ ਜਿਹੜਾ ਉਹ ਧਰਮ ਦੇ ਨਾਲ ਸੰਬੰਧਿਤ ਹੈ ਜੀ। ਉੱਥੇ ਧਰਮ ਦਾ, ਸੰਗੀਤ ਦਾ, ਗੁਰਬਾਣੀ ਦਾ, ਫਿਰ ਸਾਡੇ ਜਿਹੜੇ ਗੁਰਬਾਣੀ ਕੰਠ ਮੁਕਾਬਲੇ ਨੇ, ਇਤਿਹਾਸ ਦੇ ਮੁਕਾਬਲੇ ਨੇ, ਉਹ ਸਾਰੇ ਦੇ ਸਾਰੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦੇ ਲੈਵਲ ਤੱਕ ਤੇ ਆਪਣੇ ਸਕੂਲਾਂ ਦੇ ਲੈਵਲ ਤੱਕ ਬਹੁਤ ਵੱਡੇ ਪੱਧਰ ਤੇ ਕਰਦੀ ਹੈ। ਸੋ ਅਸੀਂ ਇਸ ਗੱਲ ਲਈ ਪੂਰਨ ਤੌਰ ਤੇ ਜਿਵੇਂ ਕਹਿੰਦੇ ਨਾ ਵੀ ਅਸੀਂ ਵਚਨਬੱਧ ਹਾਂ ਤੇ ਅਸੀਂ ਚਾਹੁੰਦੇ ਹਾਂ ਤੇ ਅਸੀਂ ਪੂਰਾ ਇਸ ਗੱਲ ਲਈ ਜਿਵੇਂ ਕਹਿੰਦੇ ਤੇ ਸਾਡੇ ਮਨ ਦੀ ਭਾਵਨਾ ਕਿ ਜਿਹੜਾ ਬੱਚਾ ਵਿੱਦਿਆ ਪ੍ਰਾਪਤ ਕਰੇ ਉਹਦੇ ਨਾਲ ਦੀ ਨਾਲ ਧਰਮ ਦਾ ਪੂਰਾ ਜਿਹੜਾ ਅਧਿਐਨ ਵੀ ਕਰੇ, ਸਮਝ ਵੀ ਪਾਵੇ ਤੇ ਧਰਮ 'ਚ ਆਸਥਾ ਵੀ ਰੱਖੇ, ਤਾਂ ਹੀ ਉਹ ਸਹੀ ਮਨੁੱਖ ਬਣ ਸਕਦਾ। ਜੀ। ਸੋ ਭਾਈ ਸਾਹਿਬ, ਕੱਲ ਪਰਸੋਂ ਨਤੀਜੇ ਆਏ ਨੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇੱਕ ਵੱਡਾ ਅਦਾਰਾ ਹੈ ਪੰਜਾਬ ਦਾ, ਉੱਥੇ ਵਿਦਿਆਰਥੀ ਚੋਣਾਂ ਹੋਈਆਂ ਨੇ। 7 ਜਥੇਬੰਦੀ ਦੀ ਕੁੜੀ ਚੁਣੀ ਗਈ ਹੈ, 19 ਸਾਲ ਦੀ ਨੌਜਵਾਨ ਕੁੜੀ ਰਣਮੀਕ ਜੋਤ ਕੌਰ ਮੀਤ ਪ੍ਰਧਾਨ ਚੁਣੀ ਗਈ। ਬਹੁਤ ਵੱਡੀ ਗੱਲ ਹੈ ਕਿ ਇੱਕ ਸਿੱਖ ਜਥੇਬੰਦੀ ਦੀ ਕੁੜੀ ਦਾ ਇਸ ਯੂਨੀਵਰਸਿਟੀ ਦੇ ਵਿੱਚ ਮੀਤ ਪ੍ਰਧਾਨ ਵਜੋਂ ਚੁਣੇ ਜਾਣਾ। ਐਸਜੀਪੀਸੀ ਦੇ ਵੱਲੋਂ ਕੋਈ ਬਿਆਨ ਨਹੀਂ ਸੁਣਿਆ ਸੀ? ਨਹੀਂ ਅਸੀਂ ਕਿਸੇ ਕੋਈ ਬਿਆਨ ਨਹੀਂ ਸੁਣਿਆ। ਅਸੀਂ ਤਾਂ ਵਧਾਈ ਦਿੱਤੀ ਆ ਉਹਨਾਂ ਦੀ। ਸਭ ਤੋਂ ਪਹਿਲਾਂ ਮੇਰੀ ਵਧਾਈ ਆ ਉਸ ਬੱਚੀ ਦੇ ਨਾਮ ਤੇ। ਸਾਡੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਬਹੁਤ ਵਧਾਈ ਦਿੱਤੀ ਆ। ਅਸੀਂ ਵੀ ਵਧਾਈ ਦਿੱਤੀ ਆ ਉਹਨਾਂ ਨੂੰ। ਉਹਨਾਂ ਦੇ ਬੱਚੇ ਜਿਹੜੇ ਆ ਸਾਡੇ ਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜੇ ਹੋਏ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਇਹ ਜਿਹੜੀ ਉਹਨਾਂ ਦੀ ਜਿੱਤ ਹੋਈ ਆ ਤੇ ਇਹ ਜਿੱਤ ਸੱਥ ਦੀ ਜਿੱਤ ਦੇ ਪਿੱਛੇ ਇੱਕ ਸਿੱਖੀ ਸੋਚ ਦੀ ਜਿੱਤ ਆ, ਜਿਹੜੀ ਕਿ ਸਾਨੂੰ ਬਹੁਤ ਦੇਰ ਬਾਅਦ ਜਿਵੇਂ ਕਹਿੰਦੇ ਦੇਖਣ ਵਿੱਚ ਆਈ ਆ। ਤੇ ਅਸੀਂ ਚਾਹਾਂਗੇ ਕਿ ਇਹ ਜਿਹੜੀ ਇਸ ਦੀ ਮਹੱਤਤਾ ਬਣੀ ਰਵੇ ਤੇ ਇਹ ਲਗਨ ਜਿਹੜੀ ਆ ਤੇ ਇਹ ਜਾਗ ਹੈ ਜਿਹੜੀ ਇਹ ਬਣੀ ਰਵੇ। ਇਹ ਇਕੱਲੇ ਪੰਜਾਬ ਯੂਨੀਵਰਸਿਟੀ 'ਚ ਨਹੀਂ, ਇਹ ਸਾਰੇ ਥਾਵਾਂ, ਸਾਰੇ ਪੰਜਾਬ ਦੇ ਵਿੱਚ ਇਹ ਚੀਜ਼ ਜਿਹੜੀ ਆ ਦੇਖਣ ਨੂੰ ਸਾਹਮਣੇ ਆਵੇ। ਜੀ। ਸੋ ਕੀ ਤੁਸੀਂ ਦੇਖਦੇ ਹੋ, ਜਿਵੇਂ ਪਹਿਲਾਂ ਕਦੇ ਜਦੋਂ ਤੁਸੀਂ ਸਟੂਡੈਂਟ ਹੁੰਦੇ ਸੀ ਉਦੋਂ ਸਕੂਲਾਂ ਕਾਲਜਾਂ ਦਾ ਯੂਨੀਵਰਸਿਟੀਆਂ ਦਾ ਮਾਹੌਲ ਹੁੰਦਾ ਸੀ। ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਜਥੇਬੰਦੀ ਹੁੰਦੀ ਸੀ ਜਿਹਦਾ ਇੱਕ ਵੱਡਾ ਆਧਾਰ ਹੁੰਦਾ ਸੀ। ਕਿਸਾਨ ਯੂਨੀਅਨ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਉਸ ਵਕਤ ਇੱਕ ਇੰਨੀ ਵੱਡੀ ਉਚਾਈ ਤੇ ਸਨ ਤੇ ਹੌਲੀ ਹੌਲੀ ਕਿਵੇਂ ਹੇਠਾਂ ਡਿੱਗਿਆ ਕਿ ਉਹ ਬਹੁਤ ਲੰਬੀ ਚੌੜੀ ਜਿਹੜੀ ਗੱਲਬਾਤ ਦਾ ਵਿਸ਼ਾ ਹੈ। ਪਰ ਕੀ ਤੁਸੀਂ ਹੁਣ ਦੇਖਦੇ ਹੋ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਸਿੱਖ ਜਥੇਬੰਦੀਆਂ ਫਿਰ ਤੋਂ ਉੱਭਰਨਗੀਆਂ? ਦੇਖੋ, ਇੱਕ ਗੱਲ ਪੱਕੀ ਆ ਕਿ ਕੋਈ ਵੀ ਜਿਹੜਾ ਨੌਜਵਾਨ ਹੈ ਉਹ ਜਿੰਨੀ ਦੇਰ ਤੱਕ ਆਪਣੇ ਧਰਮ ਦੇ ਵਿੱਚ ਪਰਪੱਕ ਨਹੀਂ ਹੁੰਦਾ, ਧਰਮ ਕੋਈ ਵੀ ਆ,
ਕਿਸੇ ਵੀ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਵੇ, ਉਹ ਆਪਦੀ ਵਿੱਦਿਆ ਦੇ ਨਾਲ ਜਿੰਨੀ ਦੇਰ ਧਰਮ 'ਚ ਪਰਪੱਕ ਨਹੀਂ ਹੁੰਦਾ ਉਹ ਪੂਰਨ ਮਨੁੱਖ ਨਹੀਂ ਬਣ ਸਕਦਾ। ਇਹ ਗੱਲ ਤਾਂ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਆ। ਪਰ ਜਿਹੜੀ ਤੁਸੀਂ ਫੈਡਰੇਸ਼ਨ ਦੀ ਗੱਲ ਕੀਤੀ ਆ, ਪਿਛਲੇ ਸਮੇਂ 'ਚ ਕਿਉਂਕਿ ਸੰਘਰਸ਼ ਬਹੁਤ ਵੱਡਾ ਲੜਿਆ, ਦੇਸ਼ ਦੀ ਫੌਜ ਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਜੀ ਹੋਣਾ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਦੀ ਅਗਵਾਈ 'ਚ ਇੱਕ ਲੜਾਈ ਲੜੀ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਬਹੁਤ ਵੱਡਾ ਰੋਲ ਆ। ਤੇ ਉਸ ਸਮੇਂ 'ਚ ਸਭ ਤੋਂ ਵੱਡਾ ਹਮਲਾ ਜਿਹੜਾ ਸੀ ਉਹ ਉਹਨਾਂ ਸੰਸਥਾਵਾਂ ਤੇ ਸੀ। ਇਹ ਜਿਹੜੀਆਂ ਸੰਸਥਾਵਾਂ ਨੇ, ਆਰਗੇਨਾਈਜ਼ ਸੰਸਥਾਵਾਂ ਨੇ, ਜਿਹੜਾ ਕਿ ਇਸ ਸੰਘਰਸ਼ ਲੜਿਆ, ਉਹਦੇ ਵਿੱਚ ਸਭ ਤੋਂ ਵੱਧ ਮਾਰ ਹੇਠਾਈ ਜਿਹੜੀ ਹੈ ਸਿੱਖ ਸਟੂਡੈਂਟ ਫੈਡਰੇਸ਼ਨ। ਪਰ ਅੱਜ ਵੀ ਉਸ ਸੋਚ ਨੂੰ ਜਿਉਂਦਾ ਰੱਖਿਆ ਜਾ ਰਿਹਾ, ਭਾਵੇਂ ਕਿ ਜਿਹੜੇ ਅੱਗੇ ਆਏ ਲੋਕ ਜਿਹੜੇ ਆ, ਉਹਨਾਂ ਨੇ ਜਿਹੜੇ ਸਿਆਸੀ ਲੋਕ ਆਏ, ਉਹ ਇਸ ਗੱਲ ਤੋਂ ਡਰ ਗਏ, ਇਸ ਗੱਲ ਤੋਂ ਮਾਤਾ ਨਹੀਂ ਦਿੱਤੀ, ਉਸ ਗੱਲ ਦਾ ਨੁਕਸਾਨ ਵੀ ਅਸੀਂ ਖਾਧਾ। ਪਰ ਇਹ ਸੋਚ ਜਿਹੜੀ ਆ ਅੱਜ ਜਿਉਂਦੀ ਆ ਤੇ ਇਹਨੂੰ ਜਿਉਂਦੇ ਰੱਖਣਾ ਚਾਹੀਦਾ। ਸੋ ਮੈਨੂੰ ਚੰਗਾ ਲੱਗਦਾ ਕਿ ਅੱਜ ਦਾ ਨੌਜਵਾਨ ਜਿਹੜਾ ਵਾ ਉਹ ਮੁੜ ਤੋਂ ਇਸ ਸੋਚ ਨੂੰ ਲੈ ਕੇ ਜਿੱਥੇ ਸੁਹਿਰਦ ਵੀ ਆ ਤੇ ਸੰਗਠਨ ਵੀ ਹੋ ਰਿਹਾ। ਫੈਡਰੇਸ਼ਨ ਦੀ ਜੇ ਇੱਕ ਮੈਂ ਨਿੱਕਾ ਜਿਹਾ ਸਵਾਲ ਪੁੱਛਣਾ, ਫੈਡਰੇਸ਼ਨ ਦੀ ਅੱਜ ਕੀ ਹੋਂਦ ਹੈ? ਅੱਜ ਤੱਕ ਕਿੰਨੀਆਂ ਫੈਡਰੇਸ਼ਨਾਂ ਬਣ ਗਈਆਂ ਨੇ ਭਾਵੇਂ, ਪਰ ਉਹ ਜਿਹੜੀ ਫੈਡਰੇਸ਼ਨ ਸੀ ਜਿੱਥੋਂ ਮੁੱਢ ਸ਼ੁਰੂ ਹੋਇਆ ਸੀਗਾ, ਉਸ ਦੀ ਕੀ ਹੋਂਦ ਹੈ ਅੱਜ, ਤੇ ਤੁਸੀਂ ਉਹਦੇ ਵਿੱਚ ਐਕਟਿਵ ਹੈਗੇ ਹੋ? ਦੇਖੋ, ਗੱਲ ਇਹ ਆ ਕਿ ਫੈਡਰੇਸ਼ਨ ਤਾਂ ਦੇ ਵਿੱਚ ਤਾਂ ਮੈਂ ਜਿਵੇਂ ਕਹਿ ਲਓ ਵੀ ਉਹਦੀ ਫੈਡਰੇਸ਼ਨ ਇੱਕ ਸੋਚ ਆ, ਫੈਡਰੇਸ਼ਨ ਇੱਕ ਜਜ਼ਬਾ ਵਾ, ਜਿਹੜੇ ਜਜ਼ਬੇ ਨੂੰ ਰੂਹ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਨੇ ਦਿੱਤੀ। ਫੈਡਰੇਸ਼ਨ ਦਾ ਭਾਵੇਂ ਆਜ਼ਾਦੀ ਵੇਲੇ ਵੀ ਬਣੀ ਸੀ, ਚਲੋ ਰੋਲ ਉਹਨਾਂ ਨੇ ਅਦਾ ਕੀਤਾ, ਬਹੁਤ ਕੀਤਾ। ਜੋ ਅਸਲ ਰੂਹ ਫੂਕੀ ਉਹ ਸੰਤ ਪਿੰਡਾਂ ਨੇ ਫੂਕੀ। ਕਾਰਨ ਕੀ ਆ ਕਿ ਜਦੋਂ ਉਸ ਕਿਸੇ ਵੀ ਜਥੇਬੰਦੀ ਦਾ ਆਗੂ ਜਾਂ ਉਸ ਦੇ ਪਿੱਠ ਪਿੱਛੇ ਖੜਾ ਜਿਹੜਾ ਥਾਪੜਾ ਦੇਣ ਵਾਲਾ ਉਹ ਮਜ਼ਬੂਤ ਹੁੰਦਾ ਤਾਂ ਸੰਸਥਾਵਾਂ ਜਿਹੜੀਆਂ ਵੱਧਦੀਆਂ ਫੁੱਲਦੀਆਂ ਨੇ। ਜਦੋਂ ਕੋਈ ਇਸ ਗੱਲ ਦੇ ਲਈ ਉਹ ਕਹਿੰਦੇ ਹੁੰਦੇ ਆ ਪਰਦੇ ਤੋਂ ਪਾਸੇ ਹੋ ਜਾਂਦੇ ਨੇ ਤੇ ਫਿਰ ਸਫਰ ਕਰਦੀਆਂ ਨੇ ਸੰਸਥਾਵਾਂ। ਸੋ ਇਸ ਕਰਕੇ ਫੈਡਰੇਸ਼ਨ ਅੱਜ ਇੱਕ ਸੋਚ ਆ, ਜਿਸ ਸੋਚ ਨੂੰ ਲੈ ਕੇ ਅਸੀਂ ਅੱਜ ਵੀ ਚੱਲ ਰਹੇ ਹਾਂ। ਅੱਜ ਵੀ ਅਸੀਂ ਜਿੰਨੇ ਲੋਕ ਆ ਇੱਕ ਵਿਚਾਰਧਾਰਾ ਦੇ ਫੈਡਰੇਸ਼ਨ ਨਾਲ ਜੁੜੇ ਹੋਏ ਲੋਕ ਅੱਜ ਵੀ ਅਸੀਂ ਕੰਮ ਕਰ ਰਹੇ ਹਾਂ, ਆਪਣਾ ਰੋਲ ਅਦਾ ਕਰ ਰਹੇ ਹਾਂ, ਸਰਕਾਰਾਂ ਦੇ ਖਿਲਾਫ ਹਾਂ, ਨੌਜਵਾਨਾਂ ਨੂੰ ਸੁਚੇਤ ਕਰਨ ਲਈ ਹਾਂ। ਪਰ ਜਿਹੜਾ ਅੱਜ ਦੇ ਸਮੇਂ ਦੇ ਅੰਦਰ ਇੱਕ ਮਾਫੀਆ ਚੱਲ ਪਿਆ ਜਿਹੜਾ ਕਾਲਜਾਂ ਦੇ ਅੰਦਰ, ਵੀ 100 ਬੰਦੇ ਇਕੱਠੇ ਹੋ ਕੇ ਆ ਗਏ, ਉਹਨਾਂ ਨੇ ਪੋਸਟਰ ਲਾਤਾ ਕਿ ਮੈਂ ਪ੍ਰਧਾਨ, ਦੂਜਾ ਕਹਿੰਦਾ ਮੈਂ ਪ੍ਰਧਾਨ। ਇਹ ਜਿਹੜਾ ਮਾਫੀਆ ਸੀਗਾ, ਇਸ ਮਾਫੀਏ ਨੇ ਇਸ ਸਾਰੇ ਹਾਲਾਤਾਂ ਦੇ ਵਿੱਚ ਜਿਵੇਂ ਕਹਿੰਦੇ ਨੇ ਬਹੁਤ ਮਾੜਾ ਰੋਲ ਅਦਾ ਕੀਤਾ, ਜਿਹਨੂੰ ਸ਼ਹਿ ਵੀ ਮਿਲੀ। ਭਾਵੇਂ ਸਿਆਸਤਦਾਨ ਦਾ ਵੀ ਕਹਿ ਦਿੰਦੇ, ਸਿਆਸਤਦਾਨ ਵੀ ਇਸ ਦੇ ਪਿੱਛੇ ਸ਼ਹਿ ਦਿੰਦੇ ਰਹੇ, ਪਰ ਉਹ ਜਿਹੜਾ ਭਲਾ ਨਹੀਂ ਕਰ ਸਕਦੇ। ਭਲਾ ਉਹੀ ਹੋ ਸਕਦਾ ਜਿਹੜਾ ਮੈਚਿਓਰਿਟੀ ਤੌਰ 'ਤੇ ਕਲਾਸਾਂ ਲਾਏਗਾ, ਧਰਮ ਦੇ ਪ੍ਰਤੀ ਆਸਥਾ ਕਰੇਗਾ। ਕਿ ਅੱਗੇ ਕੈਂਪ ਲੱਗਦੇ ਸੀ, ਅਸੀਂ ਲਾਉਣੇ ਆ ਹੁਣ ਵੀ, ਪਰ ਉਸ ਵੱਡੀ ਪੱਧਰ ਤੇ ਕਿਉਂਕਿ ਅਸੀਂ ਨਹੀਂ ਪੈਣਾ ਚਾਹੁੰਦੇ, ਕਿਉਂਕਿ ਜਿਹੜਾ ਗੁੰਡਾ ਰਾਜ ਆ ਉਸ ਗੁੰਡੇ ਰਾਜ ਦੇ ਨਾਲ ਜਿਹੜਾ ਟਕਰਾਅ ਹਾਲ ਦੀ ਘੜੀ ਨਹੀਂ ਦਿਖਾਈ ਦੇ ਰਹੇ, ਕਿਉਂਕਿ ਨੌਜਵਾਨਾਂ ਨੂੰ ਅਸੀਂ ਇਸ ਪਾਸੇ ਨਹੀਂ ਲਿਜਾਣਾ ਚਾਹੁੰਦੇ। ਪਰ ਜਿਹੜੀ ਫੈਡਰੇਸ਼ਨ ਇੱਕ ਸੋਚ ਆ ਜਿਹੜੀ ਮਰਨ ਵਾਲੀ ਨਹੀਂ, ਜਿਸ ਤੋਂ ਲੋਕਾਂ ਨੂੰ ਬਹੁਤ ਵੱਡੀ ਆਸ ਆ। ਜਦੋਂ ਫੈਡਰੇਸ਼ਨ ਦੀ ਗੱਲ ਹੁੰਦੀ ਆ, ਜਿੱਥੇ ਵੀ ਹੁੰਦੀ ਆ, ਲੋਕ ਮਾਣ ਵੀ ਮਹਿਸੂਸ ਕਰਦੇ ਆ ਤੇ ਆਸ ਵੀ ਰੱਖਦੇ ਆ। ਜੀ ਸੋ ਭਾਈ ਸਾਹਿਬ, ਆਖਰੀ ਸਵਾਲ ਮੈਂ ਤੁਹਾਡੇ ਤੋਂ ਪੁੱਛਾਂਗੀ। SGPC ਦਾ ਬਜਟ 1138 ਕਰੋੜ ਤੋਂ ਵੱਧ ਦਾ ਬਜਟ ਹੈ ਇਸ ਸਾਲ ਦਾ। ਉਹਦੇ ਵਿੱਚ ਧਰਮ ਪ੍ਰਚਾਰ ਦੇ ਲਈ 7 ਕਰੋੜ 9 ਲੱਖ ਦਾ ਬਜਟ ਰੱਖਿਆ ਗਿਆ। ਮੈਂ ਪੁੱਛਣਾ ਚਾਹਾਂਗੀ ਕਿ SGPC ਦਾ ਫੋਕਸ ਹੈ ਜਿਹੜਾ, ਉਹਦੇ ਵਿੱਚ ਪ੍ਰਚਾਰ ਕਿੰਨਵੇਂ ਥਾਂ ਤੇ ਆਉਂਦਾ ਹੈਗਾ? ਕਿਉਂਕਿ ਆਪਾਂ ਦੇਖ ਲਈਏ ਜਿਹੜੇ ਸਾਡੇ ਰਾਗੀ ਢਾਡੀ ਸਿੰਘ ਹੁੰਦੇ ਨੇ, ਪ੍ਰਚਾਰਕ ਹੁੰਦੇ ਨੇ, ਉਹ ਕਦੇ ਨਾ ਕਦੇ ਨਾਰਾਜ਼ ਹੁੰਦੇ ਦਿਖਾਈ ਦਿੰਦੇ ਨੇ ਆਪਾਂ ਨੂੰ। ਕਈ ਵਾਰੀ ਪ੍ਰੋਟੈਸਟ ਨੇ ਜਿਹੜੇ ਉਹਨਾਂ ਦੇ ਦਿਖੇ ਨੇ, ਹਰਿਮੰਦਰ ਸਾਹਿਬ ਦੇ ਪਰਿਸਰ ਦੇ ਅੰਦਰ ਤੇ ਬਾਹਰ ਵੀ ਦਿਖੇ ਨੇ। ਸੋ ਪ੍ਰਚਾਰ ਨੂੰ ਲੈ ਕੇ SGPC ਕਿੰਨੀ ਕੁ ਸੰਜੀਦਾ ਹੈਗੀ ਹੈ? ਪ੍ਰਚਾਰ ਦੇ ਲਈ ਇੰਨੀ ਘੱਟ ਰਾਸ਼ੀ ਕਿਉਂ ਹੈਗੀ ਹੈ? ਕਿ ਫੋਕਸ ਦੇ ਵਿੱਚ ਤੁਸੀਂ ਉਸ ਦੀ ਪੂਰੀ ਮਦ ਨਹੀਂ ਦੇਖੀ ਹੋਏਗੀ, ਤੁਸੀਂ ਪੂਰੀ ਮਦ ਦੇਖੋ। ਇਹ ਜਿਹੜਾ ਧਰਮ ਪ੍ਰਚਾਰ ਦਾ ਬਜਟ ਹੈ ਕਰੀਬ 200 ਕਰੋੜ ਦੇ ਕਰੀਬ ਹੈ। ਉਹਦੇ 'ਚ ਇੱਕ ਆਈਟਮ ਹੋਏਗੀ ਕਿ ਜਿਹੜਾ ਲਿਟਰੇਚਰ ਛਾਪਣਾ ਉਹ 7 ਕਰੋੜ ਦਾ ਹੋਏਗਾ, ਜਾਂ ਕੋਈ ਦੇਖੋ ਇਹਦੇ ਵੱਖਰੇ ਧਰਮ ਪ੍ਰਚਾਰ ਦੇ ਅੰਦਰ ਆਉਂਦੇ ਨੇ, ਇਹਦੇ ਵਿੰਗ ਨੇ। ਜਿਹੜੇ ਤੁਸੀਂ ਸ਼ਤਾਬਦੀਆਂ ਮਨਾਉਣੀਆਂ, ਕੋਈ ਸਮਾਗਮ ਮਨਾਉਣੇ ਨੇ, ਉਹਦਾ ਵੱਖਰਾ ਬਜਟ ਹੈ। ਤੁਸੀਂ ਕੋਈ ਛਾਪਣਾ, ਉਹਦਾ ਵੱਖਰਾ ਬਜਟ ਹੈ। ਤੁਸੀਂ ਜਿਹੜੇ ਰਾਗੀ ਢਾਡੀ ਪ੍ਰਚਾਰਕ ਅਸੀਂ ਨਵੇਂ ਭਰਤੀ ਕਰਨੇ ਆ, ਉਹਨਾਂ ਦੀਆਂ ਤਨਖਾਹਾਂ ਨੇ, ਉਹ ਇੱਕ ਵੱਖਰਾ ਬਹੁਤ ਵੱਡਾ ਬਜਟ ਆ। ਇਹ ਕਰੀਬ ਸਾਰਾ ਰਲ ਕੇ 200 ਕਰੋੜ ਦੇ ਕਰੀਬ ਬਣ ਜਾਂਦਾ। ਇੱਥੇ ਮੈਂ ਥੋੜਾ ਜਿਹਾ ਟੋਕਾਂ, ਜਿਹੜੇ ਮੁੱਢ ਨੇ ਰਾਗੀ ਢਾਡੀ ਪ੍ਰਚਾਰਕ ਜਿਹੜੇ ਮੁੱਢ ਨੇ, ਉਹਨਾਂ ਦਾ ਤਨਖਾਹਾਂ ਨੂੰ ਲੈ ਕੇ ਜਦੋਂ ਆਪਾਂ ਵੀ ਸੁਣਦੇ ਆ ਤਾਂ ਸੱਚੀ ਮੁੱਚੀ ਹੈਰਾਨੀ ਹੁੰਦੀ ਹੈ ਵੀ ਇੰਨੀਆਂ ਘੱਟ ਤਨਖਾਹਾਂ। ਉਧਰ SGPC ਨੂੰ ਲੱਗਦਾ ਨਹੀਂ ਤੁਹਾਨੂੰ ਕਿ ਕੰਮ ਕਰਨਾ ਚਾਹੀਦਾ? ਦੂਸਰੇ ਧਰਮਾਂ ਦੇ ਪ੍ਰਚਾਰਕ ਤੁਸੀਂ ਦੇਖ ਲਓ, ਉਹ ਜਿਹੜਾ ਪੁਲਿਸ ਦੀ ਵਰਦੀ ਦੇ ਵਿੱਚ ਬੰਦਾ ਸੀਗਾ, ਉਹ ਇੱਕ ਪ੍ਰਚਾਰਕ ਕੀਤਾ ਸੀ। ਉਹ ਪ੍ਰਚਾਰਕਾਂ ਦੇ ਉੱਤੇ ਇੰਨੇ ਪੈਸੇ ਖਰਚ ਕਰਦੇ ਨੇ ਤੇ ਸਾਡੀਆਂ ਸੰਸਥਾਵਾਂ ਇੱਧਰ ਫੋਕਸ ਕਿਉਂ ਨਹੀਂ ਕਰਦੀਆਂ? ਦੇਖੋ, ਤੁਹਾਨੂੰ ਇੱਕ ਗੱਲ, ਅੱਗੇ ਨਾਲੋਂ ਬਹੁਤ ਸਾਰਾ ਜਿਹੜਾ ਕੰਮ ਆ ਪਾਰਦਰਸ਼ੀ ਹੋ ਚੁੱਕਿਆ।
ਤੇ ਖਾਸ ਤੌਰ ਤੇ ਸਾਡਾ ਜ਼ੋਰ ਇਸੇ ਗੱਲ ਤੇ ਲੱਗਾ ਕਿ ਪੂਰਨ ਤੌਰ ਤੇ ਪਾਰਦਰਸ਼ੀ ਹੋਵੇ, ਕੋਈ ਵੀ ਚੀਜ਼ ਜਿਹੜੀ ਆ ਸੰਗਤ ਤੋਂ ਪਾਸੇ ਨਾ ਜਾਵੇ ਜੀ। ਕਿਉਂਕਿ ਜਿੰਨਾ ਵੀ ਪੈਸਾ ਆਉਂਦਾ ਇਹ ਕੋਈ ਮੁਨਾਫੇ ਵਾਲਾ ਧੰਦਾ ਨਹੀਂ ਹੈਗਾ, ਇਹ ਸਾਰੇ ਦਾ ਸਾਰਾ ਪੈਸਾ ਗੁਰੂ ਦੀ ਗੋਲਕ ਦਾ ਹੀ ਆ। ਤੇ ਅਸੀਂ ਇਹ ਸਮਝਦੇ ਹਾਂ ਕਿ ਉਸ ਗੁਰੂ ਦੀ ਗੋਲਕ ਦਾ ਹਰ ਸਿੱਖ ਦਾ ਇੱਕ ਇੱਕ ਪੈਸਾ ਜਿਹੜਾ ਉਹ ਸਹੀ ਥਾਂ ਲੱਗਣਾ ਚਾਹੀਦਾ ਤੇ ਪ੍ਰਬੰਧ ਵੀ ਸਹੀ ਹੋਣੇ ਚਾਹੀਦੇ ਆ। ਜੀ। ਅਸੀਂ ਇਹ ਮੰਨਦੇ ਹਾਂ ਕਿ ਜਿਹੜੇ ਪ੍ਰਬੰਧਾਂ ਦੇ ਵਿੱਚ ਖਾਮੀਆਂ ਤਰੁੱਟੀਆਂ ਅਸੀਂ ਰਿਫਰੈਸ਼ ਕਰ ਰਹੇ ਹਾਂ। ਪਿਛਲੇ ਸਮੇਂ 'ਚ ਜਿਹੜਾ ਸੀ ਉਸ ਤੋਂ ਹੋਰ ਵਧੀਆ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਅਸੀਂ ਤਾਂ ਚੈਲੰਜ ਕਰਦੇ ਹਾਂ, ਚੈਲੰਜ ਨਾ ਕਵਾਂ, ਅਸੀਂ ਸੱਦਾ ਦਿੰਦੇ ਹਾਂ ਕਿ ਕੋਈ ਵੀ ਸਿੱਖ ਜਿਹੜਾ ਵਾ ਕਿਤੇ ਵੀ ਬੈਠਾ, ਜਿਹਨੇ ਇੱਕ ਪੈਸਾ ਵੀ ਮੱਥਾ ਟੇਕਿਆ ਵਾ, ਜਿਹਨੇ ਨਮਸਕਾਰ ਹੀ ਕੀਤੀ ਆ, ਉਹ ਵੀ ਆ ਕੇ ਸਾਡੇ ਹਿਸਾਬ ਪੁੱਛ ਸਕਦਾ। ਸੋ ਇਹਦੇ 'ਚ ਜਦੋਂ ਇੱਕ ਹੁਣ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਯੂਨੀਅਨ ਬਣ ਗਈ ਹੈ। ਹੁਣ ਉਹ ਯੂਨੀਅਨ ਜਿਹੜੀ ਆ ਉਹ ਕਹਿੰਦੀ ਆ ਕਿ ਆਹ ਬੰਦੇ ਨੂੰ ਤੁਸੀਂ ਕੱਢ ਦਿੱਤਾ, ਇਹ ਦੋਸ਼ ਲਾ ਕੱਢਦਾ, ਇਹਨੂੰ ਬਹਾਲ ਕਰੋ। ਹੁਣ ਦੇਖੋ ਕਿ ਲੰਗਰ ਵਾਲੇ ਮਸਲੇ, ਜਿਹੜੇ ਲੰਗਰ ਵਾਲੇ ਮਸਲੇ ਵੀ ਹੋਰ ਵੀ ਮਸਲੇ ਸੀ। ਜੀ। ਹੁਣ ਉਹ ਯੂਨੀਅਨਾਂ, ਬਾਹਰ ਦੀਆਂ ਯੂਨੀਅਨਾਂ ਦਾ ਕੰਮ ਜਿਹਨੂੰ ਟ੍ਰੇਡ ਯੂਨੀਅਨ ਕਹਿੰਦੇ ਆ, ਤੇ ਜਿਹੜੇ ਗੁਰਦੁਆਰਾ ਦੇ ਵਿੱਚ ਸੇਵਾ, ਇਹਦਾ ਜ਼ਮੀਨ ਸਮਾਨ ਦਾ ਅੰਤਰ ਹੈ। ਇੱਥੇ ਇੱਕ ਭਾਵਨਾ ਵੀ ਹੈ, ਜੇ ਤੁਸੀਂ ਤਨਖਾਹਦਾਰ ਹੋ ਤੇ ਇੱਥੇ ਭਾਵਨਾ ਤੌਰ ਤੇ ਵੀ ਕੰਮ ਕਰਦੇ ਹੋ, ਕਿਉਂਕਿ ਇਹ ਕਿਹੜਾ ਕੋਈ ਟ੍ਰੇਡ ਆ ਜਿਹੜੇ ਟ੍ਰੇਡ ਨਾਲ ਤੁਸੀਂ ਪੈਸਾ ਲੈ ਕੇ ਆਉਣੇ, ਜਾਂ ਕੋਈ ਇੱਕ ਅਧਿਕਾਰ ਹੈ। ਇਹਦਾ ਸਿੱਖ ਪੰਥ ਦੀ ਅਮਾਨਤ ਆ, ਉੱਥੇ ਹੀ ਰਹਿਣੀ ਆ। ਤੇ ਉਹਦਾ ਹਿਸਾਬ ਕਰਨ ਦੇ ਵਿੱਚ ਅਸੀਂ ਸਹਾਇਤਾ ਦਿਖਾ ਰਹੇ ਹਾਂ ਕਿ ਜਿਹੜੇ ਖਰਚੇ ਘਟਾ ਰਹੇ ਆ, ਨਜਾਇਜ਼ ਕੋਈ ਠੱਗੀ ਚੋਰੀ, ਉਹਨੂੰ ਘਟਾਉਣ ਦੀ ਗੱਲ ਕਰਦੇ ਹਾਂ। ਸੋ ਇਸ ਕਰਕੇ ਜਿੰਨਾ ਕੁ ਸਾਡੇ ਕੋਲੇ ਸਾਧਨ ਹੈ ਉਸ ਨੂੰ ਅਸੀਂ ਵਧੀਆ ਢੰਗ ਨਾਲ ਵਰਤ ਰਹੇ ਹਾਂ ਕਿ ਇਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਜਿਹੜੇ ਮੈਂਬਰ ਨੇ ਜਾਂ ਕੋਈ ਹੋਰ ਹੈ, ਉਹ ਤਾਂ ਇਸ ਨੂੰ ਕਿਸੇ ਤਰ੍ਹਾਂ ਨਾ ਵਰਤ ਨਹੀਂ ਸਕਦੇ, ਨਾ ਲਿਜਾ ਸਕਦੇ ਆ, ਨਾ ਕੋਈ ਘਟਾ ਸਕਦੇ ਆ। ਕਿਉਂਕਿ ਕਾਰਨ ਕੀ ਹੈ ਕਿ ਇੱਕ ਧਾਰਮਿਕ ਸੰਸਥਾ ਹੋਣ ਦੇ ਨਾਤੇ ਇਹ ਟਾਰਗੇਟ ਦੇ ਅਕਸਰ ਰਹਿੰਦੀ ਹੈ। ਟਾਰਗੇਟ ਇਸ ਕਰਕੇ ਵੀ ਰਹਿੰਦੀ ਆ ਕਿ ਜਿਵੇਂ ਤੁਸੀਂ ਦੇਖਿਆ ਕਿ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਲੋਕ ਉੱਥੇ ਨੇ, ਤੇ ਅਕਾਲੀ ਦਲ ਦਾ ਸਿਆਸੀ ਵਿਰੋਧ ਜਿਹੜਾ ਉਹ ਸ਼੍ਰੋਮਣੀ ਕਮੇਟੀ ਨੂੰ ਵੀ ਚੱਲਣਾ ਪੈਂਦਾ। ਤੇ ਹੁਣ ਤਾਂ ਇਸ ਤੋਂ ਵੀ ਵੱਡਾ ਹੋ ਗਿਆ, ਹੁਣ ਤਾਂ ਸਰਕਾਰਾਂ ਦਾ ਵੀ ਜਿਹੜਾ ਛੜਯੰਤਰ ਹੈ ਤੇ ਹੋਰ ਜਿਹੜੇ ਲੋਕਾਂ ਦਾ ਛੜਯੰਤਰ ਆ, ਸਿੱਖਾਂ ਤੇ ਹਮਲਾ ਕਰਦਾ, ਉਹਨਾਂ ਦੇ ਟਾਰਗੇਟ ਤੇ ਸ਼੍ਰੋਮਣੀ ਕਮੇਟੀ। ਇਸ ਕਰਕੇ ਬਹੁਤ ਸਾਰੀਆਂ ਬੇਲੋੜੀਆਂ ਜਿਹੜੀਆਂ ਗੱਲਾਂ ਵੀ ਹੁੰਦੀਆਂ ਨੇ, ਬੇਲੋੜੇ ਸਵਾਲ ਵੀ ਉਠਾਏ ਜਾਂਦੇ ਨੇ। ਪਰ ਅਸੀਂ ਫੇਰ ਤੁਹਾਡੇ ਮਾਧਿਅਮ ਨਾਲ ਗੱਲ ਕਰਦੇ ਹਾਂ, ਹਰ ਗੱਲ ਦੇ ਲਈ ਅਸੀਂ ਜਵਾਬਦੇਹ ਹਾਂ। ਕੰਮ ਦੇ ਵਿੱਚ ਗਲਤੀ ਹੋ ਸਕਦੀ ਆ, ਤੁਸੀਂ ਸਾਨੂੰ ਦੱਸੋਗੇ, ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਇਹਨੂੰ ਇੱਕ ਸੇਵਾ ਦੇ ਤੌਰ ਤੇ ਸਮਝਦੇ ਹਾਂ। ਤੇ ਤੁਸੀਂ ਵੀ ਆਓ ਸੰਸਥਾ ਨੂੰ ਮਜ਼ਬੂਤ ਕਰਨ ਵਾਸਤੇ, ਸੰਸਥਾ ਨੂੰ ਜਿਵੇਂ ਕਹਿੰਦੇ ਨੇ ਸਾਰਿਆਂ ਦੀ ਸਾਂਝੀ ਬਣਾਉਣ ਵਾਸਤੇ ਆਪਾਂ ਕੰਮ ਕਰੀਏ, ਕਿਉਂਕਿ ਇਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਐਸਜੀਪੀਸੀ ਇਲੈਕਸ਼ਨ ਦੀ ਮੰਗ ਕਰਦੀਆਂ ਰਹਿੰਦੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਐਸਜੀਪੀਸੀ ਇਲੈਕਸ਼ਨ ਲੜਨਾ ਚਾਹੁੰਦੀਆਂ ਨੇ। ਐਸਜੀਪੀਸੀ ਦੇ ਵੱਲੋਂ ਕੀ ਮੰਗ ਕੀਤੀ ਜਾਂਦੀ ਹੈ, ਸਾਡੇ ਮਾਧਿਅਮ ਦੇ ਜ਼ਰੀਏ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਇਲੈਕਸ਼ਨ ਨੂੰ ਲੈ ਕੇ। ਦੇਖੋ, ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਚਾਹੇ ਐਤਕੀ ਆ ਚਾਹੇ ਪਿਛਲੀ ਆ, ਨਾ ਤਾਂ ਸ਼੍ਰੋਮਣੀ ਕਮੇਟੀ ਇਲੈਕਸ਼ਨ ਕਰਾ ਸਕਦੀ ਹੈ ਤੇ ਨਾ ਰੁਕਾ ਸਕਦੀ ਹੈ ਜੀ। ਇਹ ਇਲੈਕਸ਼ਨ ਜਿਹੜੀ ਆ ਇਹ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਕਰਵਾਈ ਜਾਂਦੀ ਆ, ਉਹਦੇ ਅਧੀਨ ਹੈ ਸਾਰਾ ਕੁਝ। ਸੋ ਅਸੀਂ ਤਾਂ ਬੜੀ ਦੇਰ ਤੇ ਸੋਚਦੇ ਹਾਂ ਇਸ ਗੱਲ ਦਾ ਵੀ, ਜੋ ਅੱਜ ਇੱਕ ਮਾਹੌਲ ਬਣਾਇਆ ਜਾ ਰਿਹਾ, ਅਸੀਂ ਤਾਂ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਸੰਗਤ ਇੱਥੇ ਭੇਜੇ ਉਹਨਾਂ ਤੇ ਘੱਟੋ ਘੱਟ ਇਹ ਦੋਸ਼ ਨਾ ਲੱਗੇ ਕਿ ਇਹ ਕਾਬਜ਼ ਹੋਏ ਬੈਠੇ ਨੇ। ਪਹਿਲਾਂ ਨਾਲੋਂ ਸੋਸ਼ਲ ਮੀਡੀਆ ਵੀ ਕਾਇਮ ਆ, ਸਭ ਕੁਝ ਆ। ਤਾਂ ਅਸੀਂ ਤਾਂ ਚਾਹੁੰਦੇ ਹਾਂ ਕਿ ਸੰਗਤ ਜਿਨ੍ਹਾਂ ਨੂੰ ਭੇਜੇ, ਸੇਵਾਦਾਰ ਦੇ ਤੌਰ ਤੇ ਭੇਜੇ, ਉਹ ਇੱਥੇ ਸੇਵਾ ਕਰਨ, ਤਾਂ ਕਿ ਸੰਸਥਾ ਦੀ ਬਦਨਾਮੀ ਨਾ ਹੋਵੇ। ਕਿਸੇ ਵਿਸ਼ੇਸ਼ ਵਿਅਕਤੀ ਤੇ ਤੁਸੀਂ ਟਿੱਪਣੀ ਕਰੋ, ਕਟਾਕਸ਼ ਕਰੋ, ਉਹ ਵੱਖਰੀ ਗੱਲ ਆ, ਪਰ ਸੰਸਥਾ ਨੂੰ ਬਚਾਓ। ਅਸੀਂ ਇਸ ਗੱਲ ਲਈ ਪੂਰਨ ਤੌਰ ਤੇ ਸਹਿਮਤ ਹਾਂ ਕਿ ਸੰਗਤ ਜਿਨ੍ਹਾਂ ਨੂੰ ਚੁਣ ਕੇ ਦੁਬਾਰਾ ਭੇਜੇ ਉਹ ਸੇਵਾ ਸੰਭਾਲਣ, ਤੇ ਇਲੈਕਸ਼ਨ ਜਦੋਂ ਵੀ ਹੋਵੇ ਚਾਹੇ ਉਦੋਂ ਹੋਣੀ ਚਾਹੀਦੀ। ਯਾਨੀ ਕਿ ਤੁਹਾਨੂੰ ਵੀ ਲੱਗਦਾ ਕਿ ਬਦਲਾਅ ਹੋਣਾ ਚਾਹੀਦਾ? ਨਹੀਂ, ਬਦਲਾਅ ਤਾਂ ਜਿਹੜੇ ਨੁਕਤਾਚੀਨੀ ਚੱਲ ਰਹੀ ਆ, ਜਿਹੜਾ ਕਟਾਕਸ਼ ਚੱਲ ਰਿਹਾ, ਜਿਹੜਾ ਵਿਰੋਧ ਚੱਲ ਰਿਹਾ, ਉਸ ਵਿਰੋਧ ਨੂੰ ਇਸ ਗੱਲ ਦਾ ਪਤਾ ਲੱਗ ਜਾਏਗਾ ਕਿ ਸੰਗਤ ਨੇ ਕਿਹਨਾਂ ਨੂੰ ਚੁਣਿਆ, ਤੇ ਉਹ ਲੋਕਾਂ ਨੂੰ ਪ੍ਰਵਾਨਿਤ ਫੇਰ ਹੋ ਜਾਣਗੇ। ਠੀਕ ਆ, ਹੁਣ 11 ਸਾਲ ਹੋ ਗਏ ਆ, ਇਸ ਗੱਲ ਲਈ ਸਿਆਸੀ ਵਿਰੋਧ ਵੀ ਬਹੁਤ ਆ, ਬਹੁਤ ਕੁਛ ਆ, ਬੜਾ ਕੁਛ ਆਇਆ। ਤੋ ਚੋਣਾਂ ਹੋਣੀਆਂ ਚਾਹੀਦੀਆਂ ਪੂਰੇ 5 ਸਾਲ ਬਾਅਦ ਹੋਣ, ਤਾਂ ਕਿ ਇਸ ਗੱਲ ਦਾ ਰੌਲਾ ਜਿਹੜਾ ਵਾ ਉਹ ਘੱਟ ਪਏਗਾ। ਜੇ ਇਲੈਕਸ਼ਨ ਅੱਜ ਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੀ ਆਧਾਰ ਰਹੂਗਾ, ਕੀ ਤੁਸੀਂ ਦੇਖਦੇ ਹੋ, ਭਵਿੱਖ ਕੀ ਦੇਖਦੇ? ਦੇਖੋ, ਅੱਜ ਤੱਕ ਦਾ ਜਿਹੜਾ ਇਤਿਹਾਸ ਹੈ, ਲੋਕਾਂ ਨੇ ਇਸ ਗੱਲ ਲਈ ਸਮਰਥਨ ਕੀਤਾ ਕਿ ਇਹ ਲੋਕ ਜਿਹੜੇ ਆ, ਜਿਹੜੀ ਸੰਸਥਾ ਵਾ, ਇਹ ਸੰਸਥਾ ਨਾਲ ਜੁੜੇ ਹੋਏ ਲੋਕ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧੀਆ ਢੰਗ ਨਾਲ ਚਲਾਉਂਦੇ ਰਹੇ ਆ। ਤੇ ਅਸੀਂ ਤਾਂ ਹੁਣ ਵੀ ਵਿਸ਼ਵਾਸ ਕਰਦੇ ਹਾਂ, ਕਿਉਂਕਿ ਜਿਸ ਭਾਵਨਾ ਦੇ ਨਾਲ ਸੇਵਾ ਚੱਲ ਰਹੀ ਆ, ਅਸੀਂ ਸੁਹਿਰਦ ਹਾਂ, ਤੇ ਸੰਗਤ ਜਿਹੜੀ ਆ ਉਹ ਉਹਨਾਂ ਨੂੰ ਸੇਵਾਦਾਰੀ ਦੇ ਤੌਰ ਤੇ ਚੁਣੇਗੀ। ਪਰ ਮੈਂ ਫਿਰ ਵੀ ਇਹ ਕਹਿਣਾ, ਸੰਗਤ ਆਪਣੇ ਆਪ ਦੇ ਵਿੱਚ ਆਜ਼ਾਦ ਆ, ਜਿਹਨੂੰ ਚੰਗਾ ਲੱਗੇਗਾ, ਜਿਹੜਾ ਲੱਗੇਗਾ ਕਿ ਸੇਵਾਦਾਰ ਆ, ਉਸ ਨੂੰ ਚੁਣ ਕੇ ਲਿਆਵੇ, ਤਾਂ ਕਿ ਅਸੀਂ ਸੰਸਥਾ ਨੂੰ
ਮਜ਼ਬੂਤ ਕਰ ਸਕੀਏ। ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਤੁਸੀਂ ਬਹੁਤ ਸਮਾਂ ਦਿੱਤਾ ਸਾਨੂੰ ਖਾਲਸ ਟੀਵੀ ਨੂੰ, ਤੇ ਇੰਨੇ ਸਾਰੇ ਜਿਹੜੇ ਸਵਾਲ ਨੇ ਵੱਖ-ਵੱਖ ਮੁੱਦਿਆਂ ਤੇ ਬਹੁਤ ਸਾਰੇ ਸਵਾਲ ਹਲੇ ਰਹਿ ਗਏ ਨੇ, ਫਿਰ ਕਦੇ ਅਸੀਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੈ। ਅੱਜ ਸਾਰਿਆਂ ਨੂੰ ਚਿੰਤਾ ਹੈ ਕਿ ਜੋ ਵਜੂਦ ਜੋ ਆਧਾਰ SGPC ਦਾ ਹੋਇਆ ਕਰਦਾ ਸੀ, ਥੋੜੇ ਕੁ ਸਾਲਾਂ ਦੇ ਵਿੱਚ ਕੁਛ ਨਾ ਕੁਛ ਢਾਹ ਲੱਗੀ, ਉਹ ਮੁੜ ਤੋਂ ਬਰਕਰਾਰ ਰਹੇ, ਤੇ ਇਹ ਤਾਂ ਹੀ ਹੋਏਗਾ ਜੇ SGPC ਦੇ ਪ੍ਰਬੰਧਕ ਅਤੇ ਸਿੱਖ ਸੰਗਤ ਇੱਕ ਦੂਸਰੇ ਦੇ ਵਿੱਚ ਵਿਸ਼ਵਾਸ ਬਹਾਲ ਕਰਨਗੇ ਅਤੇ ਮਿਲ ਕੇ ਕੰਮ ਕਰਨਗੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।